ਮਤਲਬ ਮੈਨੂੰ ਇੱਦਾਂ ਪਹਿਲਾਂ ਆਪਾਂ ਕੈਲਕੂਲੇਟ ਕਰਦੇ ਆ 55 ਤੋਂ ਮਲਟੀਪਲਾਈ ਸਟਾਰਟਿੰਗ 'ਚ ਮੈਂ ਆਉਂਦੀ ਸੀ, ਮੇਰੀ ਸੈਲਰੀ ਆਉਂਦੀ ਸੀ, ਮੈਂ ਕਰਦੀ ਸੀ ਯਾਰ ਇਹ ਤਾਂ ਬੜੇ ਹੈ। ਫਿਰ ਜਦੋਂ ਮੈਂ ਦੇਖਿਆ ਕਿ ਡਾਲਰਸ 'ਚ ਰੈਂਟ ਜਾਂਦਾ ਇੱਥੇ, ਡਾਲਰਸ 'ਚ ਇੱਥੇ ਇਲੈਕਟ੍ਰਿਸਿਟੀ ਜਾਂਦੀ ਹੈ, ਗਰੋਸਰੀ ਜਾਂਦੀ ਹੈ, ਤੇ ਫਿਰ ਪਤਾ ਲੱਗਿਆ ਕਿ ਇੱਥੇ ਤਾਂ ਕੋਈ ਬਚਦਾ ਹੀ ਨਹੀਂ। ਹਾਂ, ਤੇ ਕਲੀਨਿੰਗ ਦੀ ਮੈਨੂੰ ਮਿਲੀ ਸ਼ਾਪਿੰਗ ਸੈਂਟਰ ਦੀ, ਤੇ ਸ਼ਾਪਿੰਗ ਸੈਂਟਰ ਦੀ ਫਸਟ ਟਾਈਮ ਕਲੀਨਿੰਗ ਜੌਬ ਮੈਨੂੰ ਜਿਸ ਦਿਨ ਪਹਿਲੇ ਦਿਨ ਮੈਂ ਜੌਬ ਕੀਤੀ ਆ ਕੇ ਪੜਾਉਣੀ। ਕਿਉਂ? ਮਤਲਬ ਉੱਥੇ ਬਾਥਰੂਮ ਸਾਫ਼ ਕੀਤੇ, ਟੋਇਲਟ ਸਾਫ਼ ਕੀਤੇ, ਤੇ ਮਤਲਬ ਲੋਕੀ ਉੱਥੇ ਟੋਇਲਟ ਜਾਣ ਤੋਂ ਬਾਅਦ ਮੈਨੂੰ ਸਾਫ਼ ਕਰਨੇ ਪੈਂਦੇ ਸੀ। ਟੁੱਟ ਕੇ ਇੱਕਦਮ ਕਿ ਯਾਰ ਇੱਥੇ ਵੀ ਲੋਕ ਬੜਾ ਮਤਲਬ ਇੱਕ ਮੇਰਾ ਬ੍ਰੇਕਡਾਊਨ ਹੋਇਆ ਕਿ ਇੱਥੇ ਲੋਕੀ ਕਿਵੇਂ ਦੇ ਹੈ, ਮਤਲਬ ਵੀ ਆਪਣੇ ਇੰਡੀਅਨ ਸੀ ਗੋਰਨ ਕੀ ਕਰੋਗੇ ਵੀ ਤੁਸੀਂ ਆਪਣੇ ਇੰਡੀਅਨ ਸੀ, ਤੁਹਾਡੇ ਨਾਮ ਨਹੀਂ ਦੇ ਨਾਮ ਨਹੀਂ ਹੈ ਖੜੇ। ਤੇ ਮੈਂ ਘਰੇ ਨਹੀਂ ਦੱਸੀ ਸੀ। ਅੱਛਾ, ਘਰੇ ਨਹੀਂ ਦੱਸੀ? ਘਰੇ ਨਹੀਂ ਦੱਸੀ, ਸ਼ਾਇਦ ਹੁਣ ਉਹਨਾਂ ਨੂੰ ਪਤਾ ਲੱਗ ਗਿਆ। ਮੈਂ ਇਹ ਚੀਜ਼ ਅੱਜ ਤੱਕ ਘਰੇ ਨਹੀਂ ਦੱਸੀ। ਮੈਂ ਉਦੋਂ ਟੈਸਟ ਦਿੱਤਾ, ਮੈਂ ਪਹਿਲਾਂ ਕਲਾਸਾਂ ਲਿੱਤੀਆਂ ਕਿਉਂਕਿ ਮੈਂ ਕਿਹਾ ਮੇਰਾ ਤਾਂ ਟੈਸਟ ਨਹੀਂ ਪਾਸ ਹੋਣਾ, ਕਿਉਂਕਿ ਮੈਂ ਚਲਾਉਂਦੀ ਆਪਣੇ ਲਈ ਇੰਡੀਆ ਵਾਲੇ ਹਿਸਾਬ ਨਾਲ, ਕਿੱਥੋਂ ਵੀ ਕੱਢ ਲਈ ਹੈ ਨਾ, ਏਦਾਂ ਲੈਫਟ ਦੇ ਕੇ ਰਾਈਟ ਮੁੜ ਲਈ, ਇੰਡੀਕੇਟਰ ਦੇ ਕੇ ਹੈ ਨਾ, ਏਦਾਂ ਕਰਦੇ ਆ। ਤੇ ਕੁੜੀਆਂ ਦੀ ਡਰਾਈਵਿੰਗ ਤੇ ਥੋੜਾ ਤੁਹਾਨੂੰ ਪਤਾ ਸਭ ਫਨੀ ਵੀ ਹੈ ਨਾ, ਮੇਰੀ ਸ਼ਾਇਦ ਸਹੀ ਵੀ ਹੁੰਦੇ, ਮੈਂ ਬਹੁਤ ਬੈਡ ਡਰਾਈਵਰ ਹਾਂ। ਫਿਰ ਮੇਰੇ ਫਰੈਂਡ ਤਾਂ ਮੈਨੂੰ ਕਹਿੰਦੇ ਤੂੰ ਹੈਵੀ ਡਰਾਈਵਰ ਹੈ, ਡਬਲ ਆਈ। ਤੇ ਮੈਂ ਪਹਿਲੀ ਸਿਕਿਉਰਿਟੀ ਦੀ ਸ਼ਿਫਟ ਮੈਨੂੰ ਅੱਜ ਵੀ ਯਾਦ ਹੈ, ਮੈਂ ਲਾਈ ਕੋਲਸ ਦੀ ਸਿਕਿਉਰਿਟੀ ਹੈ। ਮੈਂ ਆਪ ਏਡੇ ਕਿਉਂ ਤੇ ਮੈਨੂੰ ਨਾ, ਮੈਂ ਜਦੋਂ ਘਰੇ ਦੱਸਿਆ ਮੈਂ ਆਪਣੇ ਭਰਾ ਨੂੰ ਵੀ ਮੈਂ ਸਿਕਿਉਰਿਟੀ ਤੇ ਚੱਲੀ ਆ, ਉਹ ਮੈਨੂੰ ਕਹਿੰਦਾ ਕਿ ਤੇਰੀ ਨਾ ਸਿਕਿਉਰਿਟੀ ਕਰਨੀ ਪੈ ਜੇ। ਮੈਂ ਫਰਾਈਡੇ ਨਾਈਟ ਕਲੱਬ ਸੀ, ਮੈਂ ਦੱਸਦੀ ਮੈਂ ਫਰਾਈਡੇ ਤੋਂ ਸ਼ੁਰੂ ਹੁਈ, ਔਰ ਇਹ ਮੇਰੇ ਕਈ ਫਰੈਂਡਸ ਨੂੰ ਵੀ ਇਹ ਪਤਾ ਹੈ ਵੀ ਉਹ ਲਿਟਰਲੀ ਸ਼ਾਇਦ ਇਸ ਚ ਥੱਲੇ ਕਮੈਂਟ ਵੀ ਕਰ ਸਕਦੇ ਹੈ ਵੀਡੀਓ ਦੇ ਥੱਲੇ ਕਿ ਇਹ ਐਕਚੁਅਲ ਚ ਘੰਟੇ ਬਿਨਾਂ ਸੁੱਤੇ ਘੰਟੇ ਮੈਂ ਕੰਮ। ਤੇ ਲਾਈਫ ਦੇ ਵਿੱਚ ਜਿਵੇਂ ਤੁਸੀਂ ਚਲੋ ਪੀਆਰ ਲੈ ਲਈ, ਸਾਰਾ ਕੁਝ ਲੈ ਲਿਆ, ਤੇ ਸਕਸੈਸ ਤੁਹਾਡੇ ਲਈ ਲਾਈਕ ਕੀ ਮਤਲਬ ਆ? ਸਕਸੈਸ ਦਾ ਮਨੀ ਆ, ਪੀਸ ਆ, ਸਟੇਬਿਲਿਟੀ ਲਾਈਫ ਚ ਕੀ ਮਤਲਬ ਸਕਸੈਸ ਦਾ ਅਸਲੀ ਮਤਲਬ ਕੀ ਤੁਹਾਡੇ ਲਈ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਦਾ ਸੂ ਸ਼ੋ। ਅੱਜ ਸਾਡੇ ਨਾਲ ਸਾਡੇ ਗੈਸਟ ਅੰਸ਼ੂ ਜੁੜੇ ਨੇ। ਹੋਰ ਅੰਸ਼ੂ, ਕੀ ਹਾਲ ਚਾਲ ਨੇ? ਵਧੀਆ ਜੀ, ਤੁਸੀਂ ਦੱਸੋ? ਬਸ ਵਧੀਆ। ਹੋਰ ਕਿੱਦਾਂ ਰਿਹਾ ਫਿਰ ਅੱਜ ਦਾ ਦਿਨ ਤੁਹਾਡਾ? ਅੱਜ ਛੁੱਟੀ ਸੀ ਮੇਰੀ। ਛੁੱਟੀ ਤੁਹਾਡੀ? ਹਾਂਜੀ, ਅੱਜ ਛੁੱਟੀ ਸੀ। ਮੈਂ ਮੰਡੇ ਤੋਂ ਫਰਾਈਡੇ ਕੰਮ ਕਰਦੀ ਹਾਂ। ਫਰਾਈਡੇ ਕਿਹੜੀ ਫੀਲਡ ਚ? ਮੈਂ ਚਾਲੂ ਟੀਚਰ। ਅੱਛਾ, ਚਾਈਲਡ ਈਸੀਟੀ। ਓਕੇ, ਨਾਈਸ। ਤੇ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਲਾਈਕ ਆਸਟ੍ਰੇਲੀਆ ਆਏ ਨੂੰ? ਮੈਨੂੰ 6 ਸਾਲ ਹੋ ਜਾਣੇ ਆ ਫਰਵਰੀ ਚ। ਓਕੇ, ਨਾਈਸ। ਤੇ ਕਿਹੜੀ ਈਅਰ ਆਏ ਸੀ ਤੁਸੀਂ? ਮੈਂ ਕੋਵਿਡ ਤੋਂ ਪਹਿਲਾਂ 2020 ਓਕੇ। ਤੇ ਮਤਲਬ ਕਿ ਕਿਉਂ, ਮਤਲਬ ਆਸਟ੍ਰੇਲੀਆ ਕਿਉਂ, ਹੋਰ ਕੋਈ ਕੰਟਰੀ ਨਹੀਂ ਚੂਜ਼ ਕੀਤੀ ਤੁਸੀਂ? ਮੈਂ ਸੱਚੀ ਦੱਸਾਂ, ਮੇਰਾ ਨਾ ਸ਼ੁਰੂ ਤੋਂ ਹੀ ਮਤਲਬ ਮੈਨੂੰ 12th ਤੋਂ ਬਾਅਦ ਇਹਨੇ ਕੀੜਾ ਸੀ ਬਾਹਰ ਜਾਣਾ। ਓਕੇ। ਮਤਲਬ ਮੈਨੂੰ ਨਹੀਂ ਪਤਾ ਸੀ ਕਿ ਕੋਈ ਕੰਟਰੀ, ਬਸ ਇਹ ਸੀਗਾ ਬਾਹਰ ਜਾਣਾ। ਉਦੋਂ ਨਾ ਬੜਾ ਇਦਾਂ ਸਾਡੇ ਸਕੂਲ ਚ ਚੱਲਿਆ ਸੀ ਕਿ ਵੀ ਇਦਾਂ ਫੋਰਨ ਕੁਝ ਹੁੰਦਾ ਹੈ, ਤੇ ਐ ਕਰਕੇ ਤੇ ਮੈਨੂੰ ਉਹ ਚੱਲਿਆ ਸੀ ਇੱਕ ਟੀਨੇਜਰ ਵਾਲਾ ਹੁੰਦਾ ਨਾ ਕਿ ਨਹੀਂ ਬਾਹਰ ਜਾਣਾ ਹੈ। ਤੇ ਉਦੋਂ ਪੇਰੈਂਟਸ ਨੇ ਜਾਣ ਨਹੀਂ ਦਿੱਤਾ ਕਿਉਂਕਿ ਡੈਫੀਨਿਟਲੀ ਛੋਟਾ ਹੁੰਦਾ ਹੈ। ਹਾਂ, 12th ਤੋਂ ਬਾਅਦ ਉਹਨਾਂ ਨੇ ਕਿਹਾ ਵੀ ਬੈਚਲਰਸ ਇੱਥੇ ਕਰ ਲੈ, ਬੈਚਲਰਸ ਕਰ, ਉਹ ਤੋਂ ਬਾਅਦ ਦੇਖਾਂਗੇ। ਤੇ ਜੀ ਚਲੋ ਜੀ 3 ਸਾਲ ਨਿਕਲ ਗਏ ਬੈਚਲਰਸ ਚ। ਤੇ ਬੈਚਲਰਸ ਚ ਵੀ ਬੈਚਲਰਸ ਤਾਂ ਹੋਰ ਹੋ ਗਿਆ ਕਿਉਂਕਿ ਮੋਸਟਲੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭਰਾ ਕਿਦਾ ਬਾਹਰ, ਕਿਦੀ ਮੇਰੇ ਫਰੈਂਡ ਸੀਗੇ, ਉਹਨਾਂ ਦੇ ਕੋਈ ਅਮਰੀਕਾ, ਕੋਈ ਆਸਟ੍ਰੇਲੀਆ ਸਾ। ਤੇ ਜੀ ਫਿਰ ਮੈਨੂੰ ਹੋਇਆ ਕਿ ਬਈ ਮੈਂ ਜਾਣਾ। ਫਿਰ ਤੇ ਮੈਂ ਘਰੇ ਪੁੱਛਿਆ ਕਿ ਵੀ ਮੈਂ ਤਾਂ ਜਾਣਾ, ਨੋ ਰਿਸਪੌਂਸ ਕਿ ਨਹੀਂ ਕੁਛ ਨਹੀਂ, ਇੱਥੇ ਕੁਝ ਦੇਖ ਲੈ ਕੀ ਰੱਖਿਆ ਬਾਹਰ। ਤੇ ਨਾਲੇ ਬਾਹਰ ਕੋਈ ਸਾਡਾ ਸੀਗਾ ਵੀ ਨਹੀਂ, ਮੈਂ ਸੱਚੀ ਦੱਸਾਂ, ਮੈਂ ਆਪਣੀ ਫੈਮਿਲੀ ਤੋਂ ਫਸਟ ਹਾਂ ਜੀ। ਅੱਛਾ, ਪਹਿਲੇ ਮਤਲਬ ਕਿ ਕੋਈ ਰਿਸ਼ਤੇਦਾਰ, ਮਾਸੀ, ਚਾਚੇ ਦਾ ਕੋਈ ਵੀ ਨਹੀਂ? ਅੱਛਾ, ਪਹਿਲੇ ਤੁਸੀਂ ਉਹ ਕੁੜੀ ਕਿ ਘਰ ਦੇ ਉਹਦੇ ਡਰਦੇ ਭੇਜਣ ਨੂੰ ਕਿ ਕੁੜੀ ਨੂੰ ਕਿੱਥੇ? ਐਗਜ਼ੈਕਟਲੀ। ਤੇ ਉਹਨਾਂ ਨੂੰ ਪਤਾ ਸੀ ਕਿ ਵੀ ਉਹਨਾਂ ਨੂੰ ਆਇਆ ਹੋਇਆ ਕਿ ਇਹਨੂੰ ਬਾਹਰ ਜਾਂਦਾ ਕਿੱਥੋਂ ਆਇਆ, ਮਤਲਬ ਕੀ ਹੋਇਆ ਇਹਨੂੰ, ਕਿ ਸਾਡੇ ਤਾਂ ਕੋਈ ਵੀ ਨਹੀਂ ਹੈ, ਜਾਂ ਤਾਂ ਤੁਹਾਡੇ ਕਜ਼ਨਸ ਹੋਏ ਤੇ ਨਹੀਂ। ਤੇ ਫਿਰ ਵੀ ਮੈਂ ਨਹੀਂ। ਤੇ ਮੈਂ ਲਾਸਟ ਈਅਰ ਜਦੋਂ ਜਿਵੇਂ ਮੇਰਾ ਕਾਲਜ ਦਾ ਲਾਸਟ ਈਅਰ ਸੀ ਨਾ, ਤੇ ਮੈਂ ਹੋਮ ਟਿਊਸ਼ਨਸ ਕਰਦੀ ਸੀ। ਤੇ ਉਸ 'ਚ ਮੈਂ ਪੈਸੇ ਜਿਹੜੇ ਮੇਰੇ ਜੁੜੇ, ਮੈਂ ਉਸ 'ਚੋਂ ਆਇਲਟਸ ਦਾ ਪੇਪਰ ਦਿੱਤਾ। ਅੱਛਾ, ਬਿਨਾਂ ਦੱਸੇ? ਪਤਾ ਸੀ ਕਰੇ, ਪਰ ਉਹਨਾਂ ਨੂੰ ਸੀਗਾ ਠੀਕ ਹੈ ਕਿੱਥੇ ਹੋਣਾ ਹੈ, ਐਂ ਪੈ ਜੇਗੀ ਲਾ ਕੇ 20-25,000। ਤੇ ਮੇਰੇ 7 ਬੈਂਡ ਆ ਗਏ। ਅੱਛਾ, ਫਿਰ ਆਇਲਟਸ ਇੱਥੇ ਪੀਟੀ ਚੋਂ ਨਹੀਂ ਛੇ ਜਾਂਦੇ। ਮੈਨੂੰ ਖੁਦ ਯਕੀਨ ਨਹੀਂ ਸੀਗਾ, ਮੇਰੇ 7 ਆ ਗਏ ਆਇਲਟਸ ਚੋਂ, ਉਹ ਵੀ ਸਿਰਫ 20 ਦਿਨ ਦੀ ਕੋਚਿੰਗ ਤੋਂ। ਓਕੇ। ਮਤਲਬ ਜਦੋਂ ਮੈਂ ਪੇਪਰ ਭਰਿਆ ਨਾ, ਤੇ ਜਿਹੜੇ ਮੇਰੇ ਕੋਚਿੰਗ ਵਾਲੇ ਵੀ ਸੀਗੇ ਉਹ ਕਹਿੰਦੇ ਨਹੀਂ ਹੋਣਾ ਤੇਰਾ। ਅੱਛਾ। ਉਹਨਾਂ ਨੇ ਮੈਨੂੰ ਕਿਹਾ ਨਹੀਂ ਹੋਣਾ, ਪਰ ਮੈਨੂੰ ਪਤਾ ਨਹੀਂ ਅੰਦਰੋਂ ਕੀ ਸੀਗਾ ਮੇਰਾ, ਮੈਂ ਕਿਹਾ ਨਹੀਂ ਹੋ ਜਾਏਗਾ। ਤੇ ਮੇਰੇ 7 ਆ ਗਏ। ਤੇ ਮੈਂ ਮੈਨੀਫੈਸਟ ਕਰ ਲਿਆ, ਤੁਸੀਂ ਕਿਹਾ ਬਸ ਕਰ ਦੇਣਾ ਜੋ ਮਰਜ਼ੀ, ਇੱਕ ਚਾਂਸ ਆ। ਹੁਣ ਫਿਰ ਕੰਟਰੀ ਡਿਸਾਈਡ,
ਤੇ ਜੀ ਹੁਣ ਘਰਦਿਆਂ ਨੂੰ ਹੋਇਆ ਕਿ ਇਹਦੇ ਬੈਂਡ ਤੇ ਆ ਗਿਆ ਹੈ, ਹੁਣ ਜਾਏਗੀ ਤੇ ਹੈਗੀ ਪੱਕਾ। ਤੇ ਹੁਣ ਫਿਰ ਮੇਰਾ ਸੀ ਕੈਨੇਡਾ, ਤੇ ਮੇਰੇ ਇੱਕ ਦੋ ਫਰੈਂਡਸ ਕੈਨੇਡਾ ਸੀ ਪਹਿਲਾਂ ਹੀ, ਇਹਨਾਂ ਨੇ ਕੈਨੇਡਾ ਲਈ ਸਾਫ਼ ਮਨਾ ਕਿ ਵੀ ਕੈਨੇਡਾ ਨਹੀਂ, ਕਿਉਂਕਿ ਮੈਨੂੰ ਨਹੀਂ ਪਤਾ, ਮੇਰੇ ਸ਼ਾਇਦ ਘਰਦਿਆਂ ਨੂੰ ਇੱਦਾਂ ਲੱਗਦਾ ਕੈਨੇਡਾ ਬੜੀ ਠੰਡ ਹੈ, ਉੱਥੇ ਬਰਫ਼ ਹੀ ਰਹਿੰਦੀ ਹੈ, ਉਹਨਾਂ ਦੀ ਨਾ ਉਹ ਇੱਕ ਥਿੰਕਿੰਗ ਹੈ ਕਿ ਵੀ ਉੱਥੇ ਬਰਫ਼ ਹੀ ਰਹਿੰਦੀ ਹੈ, ਉੱਥੇ ਕੰਮ ਨਹੀਂ ਹੈ, ਤੇ ਨਾਲੇ ਉਹਨਾਂ ਨੂੰ ਆ ਲੱਗਦਾ ਵੀ ਕੈਨੇਡਾ ਮਤਲਬ ਸੇਫ ਨਹੀਂ ਕਹਿ ਸਕਦੇ, ਬਟ ਇਟਸ ਬਹੁਤ ਜ਼ਿਆਦਾ ਇੰਡੀਅਨਸ ਹੈ ਉੱਥੇ ਕੀ ਹੈ ਨਾ। ਤੇ ਫਿਰ ਇੱਕ ਪਲੱਸ ਪੁਆਇੰਟ ਲਾ ਲਓ ਜੀ, ਕੀ ਲਾ ਲਓ ਕਿ ਉਹਨਾਂ ਨੇ ਕਿਹਾ ਕਿ ਚਲੋ ਹੋਰ ਕੋਈ ਕੰਟਰੀ, ਹੋਰ ਕੋਈ ਡੈਫੀਨਿਟਲੀ US ਤੋਂ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਤਾਂ ਨਹੀਂ ਹੈ ਪੋਸੀਬਲ ਜਾਣਾ, ਹੈ ਨਾ। ਫਿਰ ਉਹਨਾਂ ਨੂੰ ਲੱਗੇ ਕਿ ਆਸਟ੍ਰੇਲੀਆ, ਤੇ ਜਦੋਂ ਆਸਟ੍ਰੇਲੀਆ ਦੀ ਗੱਲ ਆਈ ਤੇ ਮੇਰੇ ਕੋਈ ਦੂਰ ਦੇ ਰਿਸ਼ਤੇਦਾਰ ਨਿਕਲੇ ਜੋ ਆਲਰੇਡੀ ਆਸਟ੍ਰੇਲੀਆ 'ਚ ਸੀਗੇ, ਤੇ ਪਾਪਾ ਮੰਮੀ ਕਹਿੰਦੇ ਚਲੋ ਉਹਨਾਂ ਨਾਲ ਗੱਲ ਕਰਦੇ ਫਿਰ ਆਪਾਂ ਡਿਸਾਈਡ ਕਰਦੇ ਹਾਂ। ਉਹਨਾਂ ਨੇ ਅੱਗੋਂ ਹਾਂ ਕਹਿਤਾ ਵੀ ਵਧੀਆ ਇੱਥੇ ਆ ਜਾਓ, ਵੀ ਤੇ ਈਜ਼ੀ ਵੀ ਆਣਾ, ਤੇ ਇੱਥੇ ਦਾ ਲਾਈਫ ਸਟਾਈਲ ਵਧੀਆ ਹੈ, ਟੈਂਪਰੇਚਰ ਵੀ ਮਤਲਬ ਇੰਡੀਆ ਵਾਂਗੂ ਤੁਹਾਨੂੰ ਪਤਾ ਇੰਡੀਆ ਵਾਂਗੂ ਹੈ। ਤੇ ਮੈਂ ਕਿਹਾ ਚਲੋ ਸਹੀ ਹੈ, ਤੇ ਬਸ ਫਿਰ ਇਦਾਂ ਕਰਕੇ ਆਸਟ੍ਰੇਲੀਆ ਬਣ ਗਿਆ। ਤੇ ਤੁਸੀਂ ਮਤਲਬ ਇੰਡੀਆ 'ਚ ਕਿੱਥੋਂ ਪਿੱਛੋਂ? ਅੰਬਾਲੇ ਤੋਂ। ਓਕੇ। ਮੈਂ ਹਰਿਆਣਾ ਤੋਂ। ਓਕੇ। ਮੈਂ ਇੱਥੇ ਆ ਕੇ ਪੰਜਾਬੀ ਬੋਲਣ ਲੱਗੀ ਹਾਂ, ਤੇ ਬਟ ਥੋੜੀ ਬਹੁਤੀ ਮਾੜੀ ਮੋਟੀ ਮੈਂ ਕਿਹਾ ਤੁਸੀਂ ਪੰਜਾਬੀ ਮਤਲਬ ਬਹੁਤ ਵਧੀਆ ਬੋਲੀ ਜਾਂਦੀ ਹੋ ਨਾ। ਅੱਛਾ, ਮਤਲਬ ਐਕਚੁਅਲੀ ਇੱਥੇ ਆ ਕੇ ਮੈਨੂੰ ਹਰਿਆਣਾ ਮਤਲਬ ਆਪਣੇ ਇੱਧਰ ਨਹੀਂ ਮਿਲੇ ਜ਼ਿਆਦਾ, ਮੋਸਟਲੀ ਪੰਜਾਬੀ ਮਿਲੇ। ਫਿਰ ਉਹਨਾਂ ਨਾਲ ਨਾ ਮੈਂ ਜਦੋਂ ਆਪਣੀ ਹਿੰਦੀ ਬੋਲਦੀ ਸੀ ਨਾ, ਮੈਨੂੰ ਨਾ ਉਹ ਕਨਵਰਸੇਸ਼ਨ ਨਹੀਂ ਹੋ ਪਾਉਂਦੀ ਸੀ, ਬੜੀ ਔਕਵਰਡ ਜਿਹੀ ਲੱਗਦੀ ਸੀ। ਮੈਂ ਹੌਲੀ ਹੌਲੀ ਸਿੱਖੀ ਤੇ ਹੁਣ ਬੋਲਣ ਲੱਗੀ। ਮਤਲਬ ਲਰਨਿੰਗ ਪਾਵਰ ਬਹੁਤ ਤੇਜ਼। ਨਹੀਂ ਮੈਂ ਵੈਸੇ ਤਾਂ ਘਰੇ ਪ੍ਰੋਪਰ ਹਿੰਦੀ ਬੋਲਦੀ ਹਾਂ, ਮੰਮੀ ਪਾਪਾ ਨਾਲ, ਫਰੈਂਡਸ ਨਾਲ। ਮਤਲਬ ਮੈਂ 22 ਸਾਲ ਦੀ ਸੀਗੀ ਜਦੋਂ ਇੱਥੇ ਆਈ ਹਾਂ, ਤੇ ਮੈਂ 22 ਸਾਲ ਤੋਂ ਹਿੰਦੀ ਬੋਲਦੀ ਹਾਂ। ਓਕੇ। ਤੇ ਤੁਸੀਂ ਲਾਈਕ ਇੱਥੇ ਮਤਲਬ ਕਿਹੜੀ ਫਿਰ ਮਤਲਬ ਕਿ ਏਜੰਟ ਨੇ ਇੰਡੀਆ ਤੋਂ ਕਿੱਦਾਂ ਡਿਸਾਈਡ ਕੀਤਾ ਕਿ ਜਾਂ ਤੁਹਾਡੇ ਜਿਹੜੇ ਰਿਲੇਟਿਵਸ ਜੋ ਵੀ ਸੀ ਉਹਨਾਂ ਨੇ ਤੁਹਾਨੂੰ ਦੱਸਿਆ ਸਾਰਾ ਪ੍ਰੋਸੈਸ ਕਿੱਦਾਂ, ਮਤਲਬ ਕਿੱਦਾਂ? ਨਹੀਂ, ਮੈਂ ਦੇਖੋ ਉਹਨਾਂ ਨੇ ਵੀ ਹੈਲਪ ਕੀਤੀ ਡੈਫੀਨਿਟਲੀ, ਮੈਂ ਖੁਦ ਵੀ ਬੜਾ ਸਰਚ ਆਊਟ ਕੀਤਾ ਸੀ, ਤੇ ਮੇਰੇ ਏਜੰਟ ਚੰਡੀਗੜ੍ਹ ਦਾ ਸੀ, IDP। ਓਕੇ। ਮੈਂ ਉਹਨਾਂ ਆਈ ਸੀ, ਤੇ ਡੈਫੀਨਿਟਲੀ ਆਈਡੀਪੀ ਦਾ ਤਾਂ ਨਾਮ ਹੀ ਹੈਗਾ ਹੈ ਨਾ, ਤੇ ਉਹ ਬੜੀ ਜੈਨੂਇਨ ਸਲਾਹ ਦਿੰਦੇ ਆ। ਦੈਟਸ ਵਾਈ ਮੈਨੂੰ ਸੀਗਾ ਕਿ ਮੈਂ ਇੱਧਰ ਉੱਧਰ, ਤੁਹਾਨੂੰ ਪਤਾ ਹੀ ਹੈ, ਉਹ ਤਾਂ ਕਲੀਅਰ ਦੱਸ ਦਿੰਦੇ ਕਿ ਆਹ ਫਾਈਲ ਪਈ ਹੈ, ਲੱਗੂ ਜਾਂ ਨਹੀਂ ਲੱਗੂ। ਐਗਜ਼ੈਕਟਲੀ। ਜਦੋਂ ਮੈਂ ਫਸਟ ਟਾਈਮ ਉਹਨਾਂ ਕੋਲ ਫਾਈਲ ਲੈ ਗਈ, ਮੈਨੂੰ ਅੱਜ ਵੀ ਯਾਦ ਹੈ, ਮੈਂ ਮੇਰੀ ਫਰੈਂਡ ਨਾਲ ਗਈ ਸੀ, ਕਿਉਂਕਿ ਮੇਰੇ ਪੇਰੈਂਟਸ ਹਜੇ ਵੀ ਸੀਗੇ ਕਿ ਇਹਦਾ ਨਹੀਂ ਹੋਣਾ, ਹੱਥ ਪੈਰ ਮਾਰੇਗੀ ਤੇ ਆ ਜਾਏਗੀ। ਤੇ ਮੈਂ ਗਈ ਆਪਣੇ ਫਰੈਂਡ ਨਾਲ, ਉਹਨਾਂ ਨੇ ਕਿਹਾ ਕਿ ਤੁਹਾਡੀ ਤਾਂ ਵਧੀਆ ਪ੍ਰੋਫਾਈਲ, 7 ਬੈਂਡ ਲਈ ਹੋਏ ਹੈ, ਤੇ ਨਾਲੇ ਮੈਂ ਬੈਚਲਰਸ ਕੀਤੀ ਹੋਈ ਸੀ, ਮੈਂ ਮਾਸਟਰਸ ਲਈ। ਕਿਹੜੀ ਫੀਲਡ 'ਚ ਕੀਤੀ? ਮੈਂ BCA ਕੀਤੀ। ਤੇ ਮੈਂ ਆਲਰੇਡੀ BCA ਕਰ ਰਹੀ ਸੀ, ਫਿਰ ਨਾਨ ਮੈਡੀਕਲ ਤੋਂ ਮੇਰੇ +2 ਸੀ। ਹਾਂ, ਤੇ ਉਹਨਾਂ ਨੇ ਕਿਹਾ ਤੁਹਾਡਾ IT 'ਚ ਹੋ ਜਾਣਾ, ਮਾਸਟਰਸ ਆਫ IT, ਤੇ ਉਹ ਕਹਿੰਦੇ ਬੜਾ ਈਜ਼ੀ ਹੈ। ਤੋ ਜੀ ਆਪਣਾ ਬਸ ਫਿਰ ਆਪਾਂ ਵੀਜ਼ਾ ਪ੍ਰੋਸੈਸ ਕਿੰਨਾ ਟਾਈਮ ਲੱਗਾ, ਮਤਲਬ ਸਾਰੇ ਪ੍ਰੋਸੈਸ? 6 ਮੰਥ, ਐਵਰੀਥਿੰਗ। ਮਤਲਬ 6 ਮਹੀਨੇ ਸਾਰਾ ਕੁਝ ਹੋ ਗਿਆ। ਹਾਂ, ਮਤਲਬ ਮੇਰਾ ਤਾਂ ਬੜਾ ਮਤਲਬ ਜਿੱਦਾਂ ਕਿ ਲਿਖਿਆ ਸੀ ਕਿ ਮੇਰਾ ਮਤਲਬ ਮੈਨੀਫੈਸਟ ਹੀ ਨਾ ਕਰ ਲਿਆ ਕਿ ਹਾਂ ਸਾਰਾ ਕੁਝ ਸਿੱਧਾ ਪਈ ਗਿਆ। ਹਾਂ, ਮੈਨੂੰ ਸੱਚੀ ਦੱਸਾਂ, ਹੁਣ ਮੈਂ ਦੇਖ ਕੇ ਮੇਰੇ ਹੁਣ ਤਾਂ ਬਹੁਤ ਜਣੇ ਆ ਗਏ ਮੇਰੇ ਰਿਲੇਟਿਵਸ 'ਚ, ਮੇਰੇ ਕਜ਼ਨਸ, ਉਹ ਕਹਿੰਦੇ ਯਾਰ ਸਾਨੂੰ ਇਹ ਔਖਾ ਹੋ ਰਿਹਾ ਹੈ, ਇੱਥੋਂ ਔਖਾ ਹੋ ਰਿਹਾ ਹੈ ਨਾ, ਉਹ ਇਹ ਅੱਜ ਇੰਟਰਵਿਊ ਆ ਰਿਹਾ ਸਾਡਾ। ਮੇਰੇ ਟਾਈਮ 'ਚ ਕੁਛ ਵੀ ਨਹੀਂ, ਮੈਨੂੰ ਲੱਗਦਾ ਸ਼ਾਇਦ ਕਿਸੇ ਦੇ ਟਾਈਮ 'ਚ ਨਹੀਂ, ਅੱਜ ਤੋਂ 6 ਸਾਲ ਪਹਿਲਾਂ ਮੇ ਵੀ ਸ਼ਾਇਦ ਨਹੀਂ ਸੀ। ਮਤਲਬ ਕਿ ਕਈ ਦੁਨੀਆ ਤੋਂ ਆਏ ਸੀ, ਉਹ ਲੈਵਲ 3 ਸੀ, ਜੋ ਦਾ 2 ਆਇਆ 2019 ਦੇ ਮਿਡ, ਉਦੋਂ 20 ਲੈਵਲ 2 ਹੋ ਗਿਆ ਸੀ, ਤੇ ਉਸ ਟਾਈਮ ਤੇ ਇੰਟਰਵਿਊ, ਨੋ ਆਫਰਸ ਵਗੈਰਾ ਸਾਰਾ ਕੁਝ ਵਧੀਆ ਚੱਲ ਰਿਹਾ ਸੀ। ਤੇ ਬਸ ਇੱਥੇ ਆਣਾ ਸੀ ਤੇ ਆ ਗਏ। 6 ਸਾਲ ਹੋ ਗਏ। ਉਸ ਤੋਂ ਬਾਅਦ ਲਾਈਕ ਤੁਸੀਂ ਇੱਥੇ ਆਏ, ਫਿਰ ਇੱਥੇ ਮਤਲਬ ਹੁਣ ਮੇਨ ਸੀਗਾ ਕਿ ਤੁਸੀਂ ਯੂਨੀ ਕਿੱਦਾਂ ਸਿਲੈਕਟ ਕੀਤੀ, ਕਿ ਮਤਲਬ ਕਿਹੜੀ ਸਟੇਟ 'ਚ ਜਾਣਾ, ਹੁਣ ਇੰਨੀਆਂ ਜਿਵੇਂ ਸਟੇਟਾਂ ਕਿ ਕਿੱਥੇ ਜਾਣਾ, ਕੀ ਸਟੇਟ ਦਾ ਮੇਰਾ ਤਾਂ ਕਲੀਅਰ ਸੀ ਕਿ ਜਿਹੜੇ ਮੇਰੇ ਦੂਰ ਦੇ ਜਿਹੜੇ ਰਿਲੇਟਿਵ ਸੀਗੇ ਨਾ, ਉਹ ਸਿਡਨੀ ਸੀ, ਤੇ ਡੈਫੀਨਿਟਲੀ ਮੇਰੇ ਘਰ ਦੇ ਕਹਿ ਰਹੇ ਕਿ ਅਜੇ ਤੂੰ ਹੁਣ ਚਲੋ ਠੀਕ ਹੈ ਤੂੰ ਕਰ ਰਹੀ ਹੈ, ਪਰ ਦੈਨ ਯੂ ਵਿਲ ਓਨਲੀ ਗੋ ਟੂ ਸਿਡਨੀ। ਉਹ ਫਿਰ ਇਦਾਂ ਸੀ, ਚਲੋ ਕੋਈ ਬਾਤ ਨਹੀਂ, ਮੈਂ ਖਰੀਦ ਸਕੇ, ਹੈ ਨਾ। ਮੈਨੂੰ ਤੇ ਐ ਸੀਗਾ ਬਾਹਰ ਜਾਣਾ, ਮੈਨੂੰ ਕੋਈ ਮਤਲਬ ਨਹੀਂ ਸੀਗਾ, ਸਿਡਨੀ ਸਹੀ ਕੁਝ ਨਹੀਂ। ਹੁਣ ਇੱਥੇ ਆ ਕੇ ਪਤਾ ਲੱਗਦਾ ਕਿ ਇਹ ਵੀ ਸਟੇਟਾਂ ਹੈ, ਇਹ ਵੀ ਹੈ, ਕੁਝ ਇਦਾਂ ਵੀ ਹੈ, ਪਰ ਮੈਂ ਤਾਂ ਬੜੀ ਹੈਪੀ ਸੀ ਕਿ ਬਈ ਸਿਡਨੀ ਓਕੇ। ਐਂਡ ਡੈਫੀਨਿਟਲੀ ਸਿਡਨੀ ਦੀ ਇੱਕ ਹੈਵੀ ਹਾਈਪ ਬਣੀ ਹੋਈ ਆਪਣੀ ਇੰਡੀਆ 'ਚ ਕਿ ਬਈ ਮੈਲਬਨ, ਸਿਡਨੀ ਬਿਗ ਸਿਟੀਜ਼ ਹੈ। ਤੇ ਫਿਰ ਮੈਨੂੰ ਸੀਗਾ ਹਾਂ ਠੀਕ ਹੈ। ਦੈਨ ਏਜੰਟ ਨੇ ਮੈਨੂੰ ਕੁਝ ਸ਼ਾਰਟਲਿਸਟ ਕੀਤੀਆਂ ਯੂਨੀਵਰਸਿਟੀਜ਼। ਹਾਂ, ਯੂਨੀਵਰਸਿਟੀ ਦੇ ਬਾਰੇ ਮੈਨੂੰ ਨੌਲੇਜ ਨਹੀਂ ਸੀ, ਤੇ ਜੋ ਏਜੰਟ ਨੇ ਦੱਸਤਾ ਕਿ ਉਸ 'ਚ ਆ ਗਏ। ਮੈਂ ਮੈਕੁਆਰੀ 'ਚ ਆਈ ਸੀ, ਮਤਲਬ ਉਹ ਸਿਡਨੀ ਦੀ ਕਾਫੀ ਵਨ ਆਫ ਦ ਟੌਪ ਯੂਨੀਵਰਸਿਟੀ 'ਚ ਸੀਗਾ, ਤੇ ਉਸ 'ਚ ਮੇਰਾ ਐਡਮਿਸ਼ਨ ਹੋ ਗਿਆ, ਪਰ ਫੀਸ ਬੜੀ ਸੀ। ਫਿਰ ਫੀਸ ਕਿੱਦਾਂ ਕਰਾ ਕੇ ਚਲੋ ਕਰਦਿਆਂ ਨੇ ਹਨਾ ਸਪੋਰਟ ਕੀਤਾ ਡੈਫੀਨਿਟਲੀ। ਮਤਲਬ ਕੰਪਲੀਟ ਕੀਤੀ ਜਾਂ ਤੁਸੀਂ ਡ੍ਰੌਪ ਕਰਤੀ? ਨਹੀਂ, ਮੈਂ ਡ੍ਰੌਪ ਕੀਤੀ। ਡੈਫੀਨਿਟਲੀ ਤੁਹਾਨੂੰ ਡ੍ਰੌਪ ਹੀ, ਕਿਉਂਕਿ ਮੇਰੀ ਤੁਸੀਂ ਮੰਨੋਗੇ ਅੱਜ ਤੋਂ 6 ਸਾਲ ਪਹਿਲਾਂ ਇੱਕ ਸਮੈਸਟਰ ਦੀ ਮੇਰੀ ਫੀਸ ਸੀਗੀ ਇੰਡੀਆ ਦੇ, ਜੇ ਮੈਂ ਲਗਾ ਦੱਸਾਂ ਤੁਹਾਨੂੰ 9 ਲੱਖ।
ਇੱਕ ਸਮੈਸਟਰ ਦੀ, ਤੇ ਟੂ ਮੱਚ। ਸਟੂਡੈਂਟ 20 ਆਵਰਸ ਵਰਕਿੰਗ ਰਾਈਟ, ਤੁਸੀਂ ਕਿੱਥੋਂ ਮੈਨੇਜ ਲਿਵਿੰਗ ਐਕਸਪੈਂਸ ਹਾਰਡਲੀ ਮੈਨੇਜ ਹੋਣਗੇ ਕਿ ਬਾਕੀ ਉਦੋਂ ਨਾਲ ਹੀ ਕੋਵਿਡ ਆ ਗਿਆ ਸੀ। ਕੋਵਿਡ ਆ ਗਿਆ, ਮੈਂ ਫੈਬਰੂਰੀ ਚ ਆਈ, ਮਾਰਚ ਚ ਸਭ ਕੁਝ ਬੰਦ ਹੋ ਗਿਆ। ਮਤਲਬ ਮੈਂ ਜਿੱਦਾਂ ਚ ਸੋਚ ਕੇ ਆਈ ਸੀ ਨਾ, ਬਿਲਕੁਲ ਹੀ ਕੁਝ ਹੋਰ ਹੋ ਗਿਆ ਸੀ। ਉਹਦੇ ਵਿੱਚ ਜਦੋਂ ਤੁਸੀਂ ਇੰਡੀਆ ਆਏ ਉਦੋਂ ਆ ਜੀ ਸੋਚਿਆ ਹੀ ਮੈਨੇ ਐ ਕੰਮ ਕਰਨਾ 6 ਦਿਨ ਜਿਵੇਂ ਬੰਦੇ ਕੈਲਕੂਲੇਸ਼ਨਸ ਹੋਰ ਹੀ ਕਰ ਲੈਂਦੇ ਉਸ ਟਾਈਮ ਤੇ ਉੱਥੇ ਕਿ ਮੈਂ ਤਾਂ ਇੰਨੇ ਤੱਕ ਐ ਕੰਮ ਕਰ ਦੂੰ, ਮੈਂ ਤਾਂ ਐ ਕਰ ਦੂੰ। ਮਤਲਬ ਉਦੋਂ ਤਾਂ ਮੈਨੂੰ ਸੀਗਾ ਕਿ ਫੋਰਨ ਕੰਟਰੀ ਹੈ, ਉੱਥੇ ਤਾਂ ਬਿਲਕੁਲ ਹੀ ਜਾਂਦੀ ਮੈਨੂੰ ਡੈਸਕ ਜੌਬ ਮਿਲ ਜਾਣੀ। ਮਤਲਬ ਸੀਰੀਅਸਲੀ ਇਹ ਜਿਹੜੇ ਦੇਖ ਰਹੇ ਹੋਣੇ ਕਿ ਹਾਂ ਵੀ ਇਦਾਂ ਕੁਝ ਨਹੀਂ ਹੈ, ਇਹ ਸਾਨੂੰ ਇੰਡੀਆ ਤੋਂ ਹੀ ਆਪਾਂ ਸੋਚ ਕੇ ਆਉਂਦੇ ਕਿ ਵਾਈਟ ਕਾਲਰ ਜੌਬ ਮਿਲ ਜਾਣੀ ਹੈ ਤੇ ਵੀ ਆਫਿਸ ਵਰਕ ਹੈ, ਕੁੜੀ ਨੂੰ ਆਫਿਸ ਵਰਕ ਮਿਲ ਜਾਣਾ ਕਿੱਥੇ, ਪਰ ਸਭ ਕੁਝ ਕਰਨਾ ਪੈਂਦਾ ਸਾਰਾ ਕੁਝ। ਰਿਐਲਿਟੀ ਚ ਕਿੱਥੇ ਆ ਕੇ ਪਤਾ ਚੱਲਦਾ ਬੰਦਾ ਇਮੇਜ ਉੱਥੇ ਜਿਹੜੀ ਬਾਹਰਲੀਆਂ ਕੰਟਰੀਆਂ ਦੀ ਫੋਟੋਆਂ ਨੇ ਬਣਾਈ ਪਈਆਂ ਸੋਸ਼ਲ ਮੀਡੀਆ ਨੇ ਕਿ ਉਹ ਹੋਰ ਆ ਕਿ ਇੱਥੇ ਆ ਕੇ ਫੇਰ ਪਤਾ ਲੱਗਦਾ ਕਿ ਹਾਂ ਲਾਈਕ ਇੱਥੇ ਆ ਕੇ ਬਹੁਤ ਚੇਂਜ ਹੈ ਜੋ ਇੰਡੀਆ ਤੋਂ ਸੋਚ ਕੇ ਆਉਂਦੇ ਆ ਤੇ ਇੱਥੇ ਲਾਈਫ ਚ ਆਈ ਥਿੰਕ ਕੁਝ ਵੀ ਨਹੀਂ ਹੈ। ਰਿਸਪੌਂਸਿਬਿਲਿਟੀ ਕਿ ਮੈਂ ਪਿੱਛੇ ਵੀ ਦੇਖਣਾ, ਇੱਥੇ ਵੀ ਸਾਹਮਣੇ ਰਿਸਪੌਂਸਿਬਿਲਿਟੀ ਤੇ ਮਤਲਬ ਮੈਨੂੰ ਇਦਾਂ ਪਹਿਲਾਂ ਆਪਾਂ ਕੈਲਕੂਲੇਟ ਕਰਦੇ ਆ 55 ਤੋਂ ਮਲਟੀਪਲਾਈ ਸਟਾਰਟਿੰਗ ਚ ਮੈਂ ਆਂਦੀ ਸੀ, ਮੇਰੀ ਸੈਲਰੀ ਆਂਦੀ ਸੀ, ਮੈਂ ਕਰਦੀ ਸੀ ਯਾਰ ਇਹ ਤੇ ਬੜੀ ਹੈ। ਫਿਰ ਜਦੋਂ ਮੈਂ ਦੇਖਿਆ ਕਿ ਡਾਲਰਸ ਚ ਰੈਂਟ ਜਾਂਦਾ, ਇੱਥੇ ਡਾਲਰਸ ਚ ਇੱਥੇ ਇਲੈਕਟ੍ਰਿਸਿਟੀ ਜਾਂਦੀ ਹੈ, ਗਰੋਸਰੀ ਜਾਂਦੀ ਹੈ, ਤੇ ਫਿਰ ਪਤਾ ਲੱਗਿਆ ਕਿ ਇੱਥੇ ਤਾਂ ਕੋਈ ਬਚਦਾ ਹੀ ਨਹੀਂ। ਹਾਂ ਮਤਲਬ ਬਹੁਤ ਹਾਰਡ ਹੈ ਇੱਥੇ ਸਰਵਾਈਵ ਕਰਨਾ। ਤੇ ਪਹਿਲਾਂ ਜਦੋਂ ਤੁਸੀਂ ਸਿਡਨੀ ਆਣਾ ਸੀਗਾ ਤੇ ਤੁਹਾਨੂੰ ਰਿਸੀਵ ਕਰਨ ਫਿਰ ਤੁਹਾਡੇ ਉਹ ਰਿਲੇਟਿਵ? ਹਾਂਜੀ ਤੇ ਫਿਰ ਉਹਨਾਂ ਨਾਲ ਪਹਿਲਾਂ ਥੋੜੀ ਹਾਂ ਮੈਂ ਇੱਕ ਹਫਤਾ ਉਹਨਾਂ ਨਾਲ ਰਹੀ, ਫਿਰ ਉਹਨਾਂ ਨੇ ਮੈਨੂੰ ਕਿੱਥੇ ਅਰੇਂਜ ਸੀ। ਹਾਂ ਅਰੇਂਜ, ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਹੈ ਕੋਈ ਵੀ ਇੱਥੇ ਨਹੀਂ, ਕਿਉਂਕਿ ਇੰਨਾ ਇੱਕ ਰੂਮ ਦਾ ਰੈਂਟ ਇੰਨਾ ਹੈ ਨਾ। ਤੁਸੀਂ ਇੰਡੀਆ ਵਾਂਗੂ ਨਹੀਂ ਹੈ ਕਿ ਤੁਹਾਡਾ ਇੰਨਾ ਵੱਡਾ ਘਰ ਹੋ, ਜੋ ਮਰਜ਼ੀ ਆ ਜੇ ਤੁਸੀਂ ਰਹਿ ਰਹੇ ਹੋ ਉੱਥੇ। ਮੈਨੂੰ ਬੜਾ ਕੇ ਬੜਾ ਸ਼ੌਕ ਚ ਲੱਗਿਆ ਕਿ ਇੱਥਾ ਇਹ ਪੂਰੇ ਘਰ 'ਚ ਇੱਕ ਰੂਮ ਲੈ ਕੇ ਰਹਿੰਦੇ ਹੈ, ਉਹ ਵੀ ਸ਼ੇਅਰਿੰਗ 'ਚ ਪੂਰਾ ਘਰ। ਤੇ ਮੈਨੂੰ ਬੜਾ ਲੱਗਿਆ ਕਿ ਛਾਏ ਰਹਿੰਦੇ ਹੈ, ਮਤਲਬ ਨਵੇਂ ਲੋਕਾਂ ਨਾਲ ਰਹਿਣਾ, ਤੁਸੀਂ ਤੁਹਾਨੂੰ ਨਹੀਂ ਪਤਾ ਕਿਸ ਨਾਲ ਤੁਸੀਂ ਰਹੋ, ਤੁਹਾਨੂੰ ਨਹੀਂ ਪਤਾ, ਪਰ ਬੜਾ ਮੁਸ਼ਕਿਲ ਹੋਇਆ ਮੇਰੇ ਲਈ ਐਡਜਸਟ ਕਰਨਾ। ਉਹ ਉਮਰ ਵੀ ਛੋਟੀ 22 ਸਾਲਾਂ ਦੀ ਤੁਸੀਂ ਆ ਗਏ। 22 ਦੀ ਵੀ ਇੱਥੇ ਆ ਕੇ ਹੋਈ ਹੈ। ਓਕੇ ਹਾਂ 21 ਦੀ ਮੈਂ 22 ਦੀ ਮਤਲਬ 15 ਦਿਨ ਬਾਅਦ ਆ ਕੇ ਗਈ ਸੀ। ਤੇ ਉਦੋਂ ਮਤਲਬ ਹਾਰਡ ਸੀਗਾ ਬੜਾ ਸਟਾਰਟਿੰਗ ਚ ਮੇਰੇ ਲਈ। ਉਹਨਾਂ ਨੇ ਚਲੋ ਮੈਨੂੰ ਰੂਮ ਲੱਭਤਾ, ਮੈਨੂੰ ਡ੍ਰੌਪ ਕਰਤਾ ਉੱਥੇ, ਬਟ ਦੈਨ ਇਟ ਵਾਸ ਉਹ ਤੋਂ ਬਾਅਦ ਤਾਂ ਮੈਂ ਹੀ ਦੇਖਣਾ ਸੀ, ਉਹ ਤੋਂ ਬਾਅਦ ਤਾਂ ਮੈਨੂੰ ਹੀ ਸਭ ਕੁਝ ਕਰਨਾ। ਤੇ ਇਹ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਇੰਡੀਆ ਤੋਂ ਨਾ ਕੋਈ ਜਿਵੇਂ ਕਿਸੇ ਨੂੰ ਕੋਈ ਫੋਨ ਆਉਂਦਾ ਕਿ ਹਾਂ ਵੀ ਆਹ ਬੰਦਾ ਹੈਗਾ ਆ ਰਿਹਾ, ਸਾਂਭ ਲਓ ਜਾਂ ਕੰਮ ਲਵਾ ਦਿਓ, ਜਾਂ ਤੁਸੀਂ ਇਹ ਚੀਜ਼ ਬਾਰੇ ਜਿਹੜੀ ਇੰਡੀਆ ਦੇ ਪੇਰੈਂਟਸ ਦੀ ਮੈਂਟੈਲਿਟੀ ਅੱਗੇ ਰੱਖਦੇ ਨਹੀਂ ਪਏ ਤੁਸੀਂ ਇੱਦਾਂ, ਉਹ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਲੱਗਦਾ ਹੈ ਮੈਂ ਸ਼ਾਇਦ ਇੰਡੀਆ ਹੁੰਦੀ ਸ਼ਾਇਦ ਮੇਰੀ ਵੀ ਉਹੀ ਸੋਚ ਹੋਣੀ ਸੀ, ਪਰ ਇੱਥੇ ਆ ਕੇ ਨਾ ਬਹੁਤ ਮੁਸ਼ਕਿਲ ਹੈ। ਇੱਥੇ ਆ ਕੇ ਤੁਸੀਂ ਹੁਣ ਮੈਨੂੰ ਜੇ ਕੋਈ ਕਹੇਗਾ ਕਿ ਹੈ ਨਾ ਮੈਂ ਠੀਕ ਆ, ਹਾਰਡਲੀ ਕੀ ਹੋਏਗਾ, ਕੋਈ ਮੇਰਾ ਕਲੋਜ਼ ਰਿਲੇਟਿਵ ਮੈਂ ਆਪਣੇ ਨਾਲ ਇੱਕ ਰੂਮ 'ਚ ਰੱਖ ਸਕਦੀ ਹਾਂ, ਉਹਨੂੰ ਹਫਤਾ ਰੱਖ ਲੂੰਗੀ, 2 ਹਫਤਾ ਰੱਖ ਲੂੰਗੀ, ਮੈਂ ਜ਼ਿਆਦਾ ਉਹਦੇ ਲਈ ਦੇਖ ਸਕਦੀ ਹਾਂ ਕਿੱਥੇ। ਪਰ ਤੁਸੀਂ ਜੇ ਉਹ ਸੋਚਦੇ ਆ ਕਿ ਵੀ ਆਪਾਂ ਕੁਛ ਨਹੀਂ ਕਰ ਰਹੇ ਇੱਥੇ ਉਹਨਾਂ ਲਈ, ਇਹ ਚੀਜ਼ ਤੇ ਮੈਨੂੰ ਨਹੀਂ ਲੱਗਦਾ ਕਿ ਨਹੀਂ ਪੋਸੀਬਲ ਹੈ। ਤੇ ਠੀਕ ਹੈ ਤੁਸੀਂ ਉਹਨੂੰ ਹਫਤਾ ਰੱਖ ਕੇ ਰੋਟੀ ਖਵਾ ਸਕਦੇ ਹੋ ਇੱਥੇ ਜੋ ਹੁਣ ਚਾਹੇ ਮੈਂ 6 ਸਾਲ ਹੋ ਗਏ ਮੈਨੂੰ, ਹਜੇ ਮੈਂ ਆਪਣੀ ਜੌਬ ਦੀ ਗਾਰੰਟੀ ਨਹੀਂ ਇੱਥੇ ਲੈ ਸਕਦੀ। ਇੱਥੇ ਕੁਝ ਨਹੀਂ ਪਤਾ, ਕੀ ਪਤਾ ਮੈਨੂੰ ਇੰਨਾ ਐਕਸਪੀਰੀਅੰਸ ਹੋ ਗਿਆ ਮੇਰੀ ਜੌਬ ਚੱਲ ਜਾਏ ਤੇ ਮੈਂ ਕਿਸ ਨੂੰ ਕਹੂੰਗੀ ਕਿ ਵੀ ਮੈਨੂੰ ਜੌਬ ਦਿਓ, ਠੀਕ ਹੈ। ਤੇ ਉਹ ਤਾਂ ਨਵਾਂ ਬੰਦਾ ਕੋਈ ਆ ਰਿਹਾ ਇੰਡੀਆ ਤੋਂ, ਉਹ ਸੋਚਦੇ ਆ ਵੀ ਹਾਂ ਵੀ ਹੁਣ ਮੈਨੂੰ ਆਉਂਦੇ ਆ ਫੋਨ ਵੀ ਤੈਨੂੰ ਤਾਂ ਇੰਨਾ ਟਾਈਮ ਹੋ ਗਿਆ, ਤੂੰ ਇੱਥੇ ਲਵਾ ਦੇ ਉੱਥੇ ਲਵਾ ਦੇ। ਆਪਾਂ ਪੂਰੀ ਕੋਸ਼ਿਸ਼ ਕਰੀ ਦੀ ਹੈ ਵੀ ਜਿਹਨੂੰ ਵੀ ਠੀਕ ਹੈ ਜਿੰਨਾ ਜ਼ਿਆਦਾ ਆਪਣੇ ਕੋਲ ਹੋ ਸਕੇ, ਹਾਂ ਜਿੰਨੀ ਹੈਲਪ ਮੈਂ ਜ਼ਰੂਰ ਹਰ ਕਿਸੇ ਦੀ, ਭਾਵੇਂ ਉਹਨੂੰ ਹਫਤਾ ਰੱਖਣਾ 2 ਹਫਤਾ ਰੱਖਣਾ ਹੈ ਨਾ, ਜੋ ਹੈਲਪ ਹੋ ਸਕਦੀ ਹੈ ਕਰਦੇ ਹੈ। ਬਟ ਹਾਂ ਵੀ ਇੰਨਾ ਹੋ ਕਿ ਆਉਂਦੇ ਹੀ ਜੌਬ ਲਵਾਉਂਦੇ ਹੈ, ਥੋੜਾ ਮੁਸ਼ਕਿਲ ਹੋ ਜਾਂਦੀ ਹੈ। ਉਹ ਚੀਜ਼ ਤਾਂ ਹੈਗੀ ਕਿ ਉਹ ਚੀਜ਼ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਆ ਕੇ ਇੱਕ ਸਟਾਰਟਿੰਗ ਤੋਂ ਤੁਹਾਨੂੰ ਮਤਲਬ ਸਾਂਭਣ ਵਾਲਾ ਕੋਈ ਮਿਲ ਗਿਆ, ਕੋਈ 에어ਪੋਰਟ ਤੋਂ ਲਿਆਵੇ ਕਿ ਤੁਹਾਨੂੰ ਕੋਈ ਯੂਨੀ ਦਿਖਾਤੀ ਹੈ ਨਾ, ਕਿ ਥੋੜੇ ਦਿਨ ਤੁਹਾਨੂੰ ਗਾਈਡ ਕਰਕੇ ਤੁਸੀਂ ਟਰੈਕ ਤੇ ਤੁਹਾਨੂੰ ਆਪ ਹੀ ਤੁਰਨਾ ਪੈਣਾ, ਕਿ ਇੱਥੇ ਕਿਸੇ ਕੋਲ ਵੀ ਟਾਈਮ ਨਹੀਂ ਹੈਗਾ। ਨਹੀਂ ਇੱਥੇ ਇੰਨੀ ਬਿਜ਼ੀ ਲਾਈਫ ਹੈ, ਇੰਨੀ ਬਿਜ਼ੀ 6 ਸਾਲ ਕਿਵੇਂ ਨਿਕਲ ਗਏ ਜੇ ਤੁਸੀਂ ਨਟਸ਼ੈਲ 'ਚ ਪੁੱਛੋ ਨਾ, ਤੇ ਮੈਂ ਤੁਹਾਨੂੰ ਐਂ ਦੱਸ ਸਕਦੀ, ਕਿਉਂਕਿ ਲਾਈਫ ਇੰਨੀ ਜ਼ਿਆਦਾ ਭੱਜ ਦੋ ਵੀ ਆਪਣੇ ਲਈ ਵੀ ਨਹੀਂ ਟਾਈਮ ਹੈਗਾ ਕਿ ਘਰਦਿਆਂ ਨੂੰ ਵੀ ਕਾਲ ਕਰਨ ਲਈ ਵੀ ਕਈ ਵਾਰੀ 2 ਦਿਨ ਚੱਲ ਜਾਂਦੇ ਆ ਤੇ ਮੰਮੀ ਕਹਿੰਦੇ ਕਿੱਥੇ ਸੀ, ਕੀ ਹੋ ਗਿਆ, ਸਭ ਠੀਕ ਹੈ। ਬਟ ਉਹੀ ਕਈ ਵਾਰ ਇਦਾਂ ਹੁੰਦਾ ਮੈਂ ਕੰਮ ਤੋਂ ਆ ਕੇ ਫੋਨ ਚਲਾਉਂਦੇ ਸੋ ਜਾਂਦੀ, ਸਵੇਰੇ ਅੱਖ ਖੁੱਲਦੀ ਹੈ ਕਿਉਂਕਿ ਇੰਨਾ ਬੰਦਾ ਇੰਨੀ ਬੋਡੀ ਟਾਇਰਡ ਹੋ ਜਾਂਦਾ ਕਿ ਆਪਦਾ ਖਾਣਾ ਪੀਣਾ ਵੀ ਕਰਨਾ, ਸਾਰੇ ਕੰਮ ਕਰਨੇ, ਖੁਦ ਆ ਕੇ ਤੇ ਭਾਂਡੇ ਮਾਂਜਣੇ, ਘਰ ਦੀ ਸਫਾਈਆਂ ਕਰਨੀ, ਹਫਤਾ ਹੋ ਜਾਂਦਾ ਘਰ ਦੀ ਸਫਾਈ ਨਹੀਂ ਕਰ ਪਾਉਂਦੀ। ਇੰਡੀਆ ਡੇਲੀ ਹੁੰਦੀ ਸੀ, ਨਾਲੇ ਕਦੀ ਰੋਟੀ ਖਾ ਕੇ ਪਲੇਟ ਨਹੀਂ ਚੱਕਣੀ, ਕਦੇ ਵੀ ਨਹੀਂ, ਪਾਣੀ ਦਾ ਗਲਾਸ ਨਹੀਂ, ਕੁਝ ਵੀ ਨਹੀਂ, ਮਤਲਬ
ਬੜੀ ਲਾਈਫ ਹੈ ਬਟ ਪਤਾ ਨਹੀਂ ਐ ਲੱਗਦਾ ਕਿ ਖੁਦ ਹੀ ਚੂਜ਼ ਕੀਤੀ ਹੈ ਲਾਈਫ ਆਪ ਹੀ ਮੇਰੇ ਤਾਂ ਕਰਦੇ ਕਹਿੰਦੇ ਆਈ ਸਕੇ ਤੇ ਨਹੀਂ ਕਿਹਾ ਸੀ। ਤੇ ਕਦੇ ਤੁਹਾਨੂੰ ਲੱਗਦਾ ਕਿ ਤੁਸੀਂ ਜੇ ਵਾਪਸ ਜਾ ਕੇ ਰਹਿਣਾ ਪਵੇ ਰਹਿ ਸਕਦੇ? ਮੈਂ ਕਈ ਵਾਰੀ ਸੋਚਦੀ ਹਾਂ ਗੱਲ ਨੂੰ, ਪਰ ਆਪਾਂ ਨਾ ਉਹ ਵਾਲੀ ਜਨਤਾ ਮਤਲਬ ਉਹ ਜਨਰੇਸ਼ਨ ਹੋ ਗਈ ਹੈ ਜੋ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ। ਆਪਾਂ ਸੱਚੀ ਮੈਂ ਸਾਰਿਆਂ ਨੂੰ ਕਰਦੀ ਹਾਂ ਔਰ ਇਹ ਮੇਰੀ ਇਕੱਲੀ ਨਹੀਂ, ਮੈਂ ਬੜੇ ਜਨਾਂ ਨਾਲ ਇਹ ਚੀਜ਼ ਡਿਸਕਸ ਕਰ ਚੁੱਕੀ ਹਾਂ। ਹਰ ਕਿਸੇ ਦਾ ਇੱਕ ਪੁਆਇੰਟ ਆਫ ਵਿਊ ਹੈ। ਇੰਡੀਆ ਜਾਂਦੇ ਆ ਰਹਿਣ 2 ਮਹੀਨੇ ਲਈ ਗਏ, ਮਹੀਨੇ ਚ ਹੁੰਦਾ ਚਲੋ ਯਾਰ ਵਾਪਸ ਚੱਲੀਏ ਤੇ ਫਿਰ ਜਦੋਂ ਇੱਥੇ ਆ ਜਾਈਏ ਉਹ ਇੰਡੀਆ ਚੱਲਦੇ ਮਤਲਬ ਸਮਝ ਨਹੀਂ ਆ ਰਿਹਾ ਕਿੱਥੇ ਜਾਈਏ। ਉਹੀ ਇੰਡੀਆ ਟ੍ਰੈਫਿਕ ਆ ਜੋ ਉੱਥੇ ਹਾਲਾਤ ਆ, ਮਾਹੌਲ ਆ, ਸੇਫਟੀ ਵੱਲੋਂ ਇੱਥੇ ਤਾਂ ਤੁਸੀਂ ਕੁੜੀ ਰਾਤ ਨੂੰ ਜਿੱਥੇ ਮਰਜ਼ੀ ਜੋ ਜਾਵੇ ਹਨਾ ਜਾਂ ਕੁਛ ਵੀ ਆ, ਉੱਥੇ ਇੰਡੀਆ ਜਿੱਥੇ ਜਾ ਸਕਦਾ। ਨਹੀਂ ਇੰਡੀਆ ਮੈਂ ਹੁਣ ਵੀ ਜਾਂਦੀ ਆ 9 ਵਜੇ ਘਰੇ, 8-9 ਵਜੇ ਘਰੇ ਸਟ੍ਰੇਟ ਅਵੇ ਤੇ ਇੱਥੇ ਭਾਵੇਂ ਮੈਂ ਸ਼ਿਫਟ ਤੋਂ 11 ਵਜੇ ਕਈ ਵਾਰੀ ਆਉਂਦੀ ਹੈ, 12 ਵਜੇ ਸ਼ਿਫਟ ਤੋਂ ਆ ਰਹੀ ਹੁੰਦੀ ਹੈ, ਬਿਲਕੁਲ ਸੇਫ ਹੈ, ਕੋਈ ਡਰ ਨਹੀਂ। ਬਹੁਤ ਸਾਰੀ ਕੁੜੀਆਂ ਵੀ ਨਾਈਟ ਸ਼ਿਫਟਾਂ ਕਰਦੀਆਂ ਨੇ। ਹਾਂਜੀ ਮੈਂ ਬਹੁਤ ਕੀਤੀਆਂ ਤੁਸੀਂ ਕੀਤੀਆਂ? ਪਰ ਕੋਈ ਬਿਲਕੁਲ ਸੇਫ ਹੈ, ਪਰ ਇੰਡੀਆ ਨਹੀਂ ਪਤਾ ਜਾ ਸਕਦਾ, ਕੱਲਾ ਤਾਂ ਕਿਤੇ ਵੀ ਨਹੀਂ ਜਾ ਸਕਦਾ। ਮੈਂ ਚਾਹੇ ਕਿੰਨੀ ਓਪਨ ਹੋ ਗਿਆ ਅੱਜ, ਮੈਂ ਜਿੰਨੇ ਮਰਜ਼ੀ ਸਾਲ ਦੀ ਹੈ ਪਰ ਮੇਰਾ ਹਜੇ ਹਿੰਮਤ ਨਹੀਂ ਪੜਦੀ ਇੰਡੀਆ ਦੇ ਬਹੁਤ ਪਿੱਛੇ। ਤੇ ਲਾਈਕ ਤੁਸੀਂ ਆ ਗਏ ਤੇ ਤੁਹਾਨੂੰ ਫਰਸਟ ਜੌਬ ਦਾ ਕਿੱਦਾਂ ਰਿਹਾ ਫਿਰ? ਮੈਂ ਲੱਕੀ ਮੰਨ ਲਓ ਜਾਂ ਕੀ ਸੀਗਾ ਮੈਨੂੰ ਨਹੀਂ ਪਤਾ, ਮੈਨੂੰ 1 ਮਹੀਨੇ ਬਾਅਦ ਹੀ ਜੌਬ ਮਿਲ ਗਈ ਸੀ। 1 ਮਹੀਨੇ? ਹਾਂ। ਤੇ ਸੀਵੀ ਡ੍ਰੌਪ ਕੀਤੇ ਜਾਂ ਕਿੱਦਾਂ? ਨਹੀਂ ਮੈਂ ਜ਼ਰੂਰ ਮੈਂ ਸੀਵੀ ਆਪਣੇ ਰਿਜ਼ਿਊਮ ਬਣਾਏ ਹੈ ਨਾ, ਉਦੋਂ ਤਾਂ ਉਹ ਵੀ ਨਹੀਂ ਪਤਾ ਸੀ ਕਿਵੇਂ, ਮਤਲਬ ਉਦੋਂ ਸੱਚੀ ਦੱਸਾਂ ਹੁਣ ਤੇ ਮੈਂ ਉਦੋਂ ਦੱਸਦੀ, ਉਦੋਂ ਮੈਂ ਪੁੱਛ ਕੇ ਜਿਨ੍ਹਾਂ ਕੋਲ ਆਈ ਸੀ ਉਹਨਾਂ ਨੂੰ ਮੈਂ ਪੁੱਛਿਆ ਕਿ ਵੀ ਕਿਵੇਂ ਕਰਨਾ, ਉਹਨਾਂ ਨੇ ਮੈਨੂੰ ਦੱਸਿਆ ਕਿ ਇੱਦਾਂ ਲਿਖਦੇ, ਮੇਰੀ ਰੈਫਰੈਂਸ ਪਾ ਦੇ ਉਹਨਾਂ ਦੀ ਜਿਵੇਂ, ਠੀਕ ਹੈ ਉਹਨਾਂ ਦੀ ਰੈਫਰੈਂਸ ਪਾ ਕੇ ਤੇ ਮੈਨੂੰ ਪਹਿਲੀ ਜੌਬ ਮਿਲੀ ਪੈਟਰੋਲ ਸਟੇਸ਼ਨ ਤੇ। ਹਾਂ ਉੱਥੇ ਮੈਨੂੰ ਐਜ਼ ਅ ਕਾਊਂਟਰ ਤੇ ਕੈਸ਼ੀਅਰ ਦੀ ਜੌਬ ਮਿਲੀ ਤੇ ਮੈਂ ਬੜੀ ਖੁਸ਼ ਜਦੋਂ ਪਹਿਲੀ ਜੌਬ ਤੇ ਮੈਨੂੰ ਉਹਦੇ ਸਟਾਰਟਿੰਗ 'ਚ 20 ਆਵਰਸ ਹੀ ਕਰ ਸਕਦੇ ਐਜ਼ ਅ ਸਟੂਡੈਂਟ ਤੇ ਮੈਨੂੰ ਸ਼ੁਰੂ 'ਚ 10 ਘੰਟੇ ਮਿਲਦੇ ਸੀ ਹਫ਼ਤੇ ਦੇ ਤੇ ਮੈਂ ਵੀਕ ਤੇ ਮੈਂ ਉਹ 'ਚ ਵੀ ਬੜੀ ਖੁਸ਼ ਸੀ ਮੈਂ ਕਿ ਮਤਲਬ ਵੀਕਡੇਜ਼ ਵੀਕਐਂਡ ਨਹੀਂ ਵੀਕਡੇਜ਼, ਕਿਉਂਕਿ ਸਟਾਰਟਿੰਗ 'ਚ ਜਦੋਂ ਤੁਸੀਂ ਨਏ ਹੋ ਤੁਹਾਨੂੰ ਵੀਕਐਂਡ ਨਹੀਂ ਮਿਲਦੇ ਹੈ ਨਾ, ਉਦੋਂ ਵੀਕਐਂਡ ਮਿਲਦੇ ਸੀ ਜਿਹੜੇ ਬੜੇ ਪੁਰਾਣੇ ਲੱਗੇ ਹੋਏ ਸੀ ਤੇ ਜਦੋਂ ਉਹਨਾਂ ਨੂੰ ਵੀਕਐਂਡ ਮਿਲਦੇ ਸੀ ਨਾ, ਵੀਕਐਂਡ ਦਾ ਪੀਰੀਅਡ ਤੁਹਾਨੂੰ ਪਤਾ ਹੀ ਹੈ ਇੱਥੇ ਤਾਂ ਕਿੰਨਾ ਸੋਹਣਾ ਵੀਕਐਂਡ ਦਾ ਪੀਰੀਅਡ ਹੈ ਤੇ ਮੈਨੂੰ ਬੜਾ ਹੁੰਦਾ ਸੀ ਯਾਰ ਮੈਨੂੰ ਵੀ ਮਿਲੇ ਕੋਈ ਵੀਕਐਂਡ। ਮੈਂ ਆਪਣੇ ਬੌਸ ਨੂੰ ਕਿਹਾ ਸੀ ਕਿ ਕੋਈ ਵੀ ਛੁੱਟੀ ਮਾਰਦਾ ਨਾ ਮੈਂ ਅਵੇਲੇਬਲ ਮਤਲਬ ਮੈਂ ਉਹਨੂੰ ਪੂਰੀ 7 ਡੇਜ਼ ਐਵਰੀਡੀ ਦੀ ਸੀ 24/7 ਕਿ ਭਈ ਮੈਂ ਅਵੇਲੇਬਲ ਹੂੰ। ਉਹ ਪੰਪ ਰਾਤ ਨੂੰ ਵੀ ਬੁਲਦਾ ਸੀ ਤੇ ਮੈਂ ਕਰ ਲੂੰਗੀ ਜਿੱਦਾਂ ਵੀ ਮੈਨੂੰ ਹੋਏ ਕਿ ਭਈ ਮੈਂ ਕੰਮ ਕਰਨ ਨੂੰ ਰੈਡੀ ਹਾਂ। ਤੇ ਪਰ ਪਹਿਲੇ ਦਿਨ ਜਿਸ ਦਿਨ ਮੇਰੀ ਜੌਬ ਦਾ ਸੀਗਾ, ਮੇਰੀ ਓਪਨਿੰਗ ਸੀ, ਮੈਨੂੰ ਟ੍ਰੇਨਿੰਗ ਸੀ ਜਿਵੇਂ ਤੇ ਮੈਨੂੰ ਸਵੇਰ 5 ਵਜੇ ਪੰਪ ਮਤਲਬ ਤੇ ਉੱਥੇ ਜਾਣਾ ਸੀ। ਹਾਂ ਤੇ ਮੈਂ 4 ਵਜੇ ਉੱਠੀ ਫਸਟ ਟਾਈਮ ਪਹਿਲੀ ਲਾਈਫ 'ਚ। ਸੋਚਿਆ ਵੀ ਮੈਂ 4 ਵਜੇ ਮੈਨੂੰ ਪਹਿਲਾਂ ਤਾਂ ਪੂਰੀ ਰਾਤ ਨੀਂਦ ਹੀ ਨਾ ਆਏ, ਮੈਂ ਬਾਰ-ਬਾਰ ਅਲਾਰਮ ਦੇਖੀ ਜਾਵਾਂ 4 ਵਜੇ ਦਾ ਹੀ ਹੈ ਨਾ, 4 ਦਾ ਹੀ ਹੈ ਨਾ, ਮੈਨੂੰ ਪੂਰੀ ਰਾਤ ਨੀਂਦ ਨਾ ਆਏ। ਬਸ 2 ਘੰਟੇ ਦਾ ਲਾਸਟ ਨੀਂਦ ਪਈ ਆ ਤੇ ਇੱਕਦਮ ਅਲਾਰਮ ਵੱਜ ਗਿਆ ਤੇ ਮੈਨੂੰ ਏਦਾਂ ਇਹ ਲੇਟ ਹੋ ਗਈ ਤੇ ਉਹ ਬੜਾ ਫਨੀ ਸੀਗਾ ਉਹ ਸੀਨ ਨਾ, ਮੈਨੂੰ ਅੱਜ ਵੀ ਮਤਲਬ ਉਹ ਮੇਰਾ ਅਜੇ ਵੀ ਚਾਹੇ ਕਿੰਨੇ ਵੀ ਸਾਲ ਹੋ ਜਾਏ ਮੈਨੂੰ ਲੱਗਦਾ ਉਹ ਸੀਨ ਮੇਰਾ ਯਾਦ ਰਹੇਗਾ ਜਿਹੜਾ ਮੇਰਾ ਫਰਸਟ ਡੇ ਔਰ ਜੌਬ ਸੀਗਾ। ਕਿਉਂਕਿ ਇੰਡੀਆ ਇਹ ਜੌਬ ਹੀ ਨਹੀਂ ਕਰਦੇ, ਤੁਹਾਨੂੰ ਪਤਾ ਹੈ। ਮੈਂ ਹੋਮ ਟਿਊਸ਼ਨਸ ਲੈਂਦੀ ਸੀ, ਠੀਕ ਹੈ ਨਾ, ਉਹ ਵੀ ਹਾਰਡਲੀ ਮਤਲਬ ਲਾਸਟ 6 ਮੰਥਸ ਇੱਦਾਂ ਹੀ ਲਿੱਤੀ ਹੈ, ਉਹ ਤੋਂ ਪਹਿਲਾਂ ਕੋਈ ਕੰਮ ਨਹੀਂ ਕੀਤਾ। ਫਿਰ ਪਹਿਲੀ ਵਾਰੀ ਜੌਬ ਤੇ ਜੀ ਫਟਾਫਟ ਉੱਠ ਕੇ ਤਿਆਰ ਹੋ ਕੇ ਹੈ ਨਾ ਅੰਦਰ ਗਈ ਮੈਂ। ਇੱਕ ਤਾਂ ਨਹੀਂ ਆਈ ਸੀ, ਹਜੇ ਖਾਣਾ ਹੁਣਾ ਬਣਾਉਣ ਦਾ ਵੀ ਇੰਨਾ ਨਹੀਂ ਹੁੰਦਾ ਸੀ ਤੇ ਮੈਂ ਕੁਛ ਨਹੀਂ, ਬਸ ਇੱਦਾਂ ਹੀ ਚੱਲ ਗਈ ਕਿ ਵੀ ਚਲੋ ਕੋਈ ਬਾਤ ਨਹੀਂ। ਤੇ ਫਿਰ ਪਹੁੰਚੀ ਪਹਿਲਾ ਦਿਨ ਜੌਬ ਤੇ ਟ੍ਰੇਨਿੰਗ ਸਟਾਰਟ ਹੋਈ ਤੇ ਮਤਲਬ ਅੱਛਾ ਬੜਾ ਗੁੱਡ ਐਕਸਪੀਰੀਅੰਸ ਰਿਹਾ। ਤੇ ਮਤਲਬ ਕਿ ਸਟਾਫ ਕਿੱਦਾਂ ਸੀਗਾ ਕਿ ਗੋਰੇ ਸੀ? ਮਿਕਸ ਸੀਗੇ। ਹਾਂ ਮਿਕਸ ਆ, ਇੰਡੀਅਨਸ ਵੀ ਸੀ, ਗੋਰੇ ਵੀ ਸੀਗੇ ਤੇ ਉਹਨਾਂ ਨੇ ਮਤਲਬ ਠੀਕ ਰਿਹਾ। ਹਾਂ ਮਤਲਬ ਫਰਸਟ ਡੇ ਇਟ ਵਾਸ ਗੁੱਡ, ਬੜਾ ਕੁਝ ਸਿੱਖਣ ਨੂੰ ਮਿਲਿਆ, ਮਤਲਬ ਇੱਕ ਬੜਾ ਹੀ ਨया ਬਿਲਕੁਲ ਡਿਫਰੈਂਟ ਕਲਚਰ ਹੈ। ਮੇਰੇ ਫਾਦਰ ਵੀ ਬਿਜ਼ਨਸਮੈਨ ਨੇ ਇੰਡੀਆ ਤੋਂ, ਬਟ ਇੱਥੇ ਬਿਜ਼ਨਸ ਇੱਕ ਟਾਈਪ ਦਾ ਬਿਜ਼ਨਸ ਹੀ ਸੀ ਪਰ ਬੜਾ ਹੀ ਡਿਫਰੈਂਟ ਬਿਜ਼ਨਸ, ਸਭ ਕੁਝ ਕੰਪਿਊਟਰਾਈਜ਼ਡ। ਤੁਹਾਨੂੰ ਪਤਾ ਹੈ ਉਹਨਾਂ ਦਾ ਮੈਨੂੰ ਕੰਪਿਊਟਰ ਸਿੱਖਣਾ ਕਿ ਕਿਵੇਂ ਕੀ ਹੈ, ਕਸਟਮਰ ਸਰਵ ਕਰਨੇ। ਸੋ ਇਸ ਗੱਲ ਤਾਂ ਮੈਨੂੰ ਸਲੈਂਗ ਹੀ ਨਹੀਂ ਸਮਝ ਆਉਂਦਾ ਸੀ। ਆਈ ਥਿੰਕ ਇਹ ਸਾਰਿਆਂ ਨਾਲ ਹੋਇਆ ਹੋਣਾ, ਮੈਂ ਇਕੱਲੀ ਨਹੀਂ ਹਾਂ। ਫਨੀ ਚੀਜ਼ ਹੋਈ ਪਹਿਲੇ ਪਹਿਲੇ ਦਿਨ ਤੁਸੀਂ ਗਏ ਕਿਸੇ ਨੇ ਕੁਝ ਬੋਲਿਆ ਬੰਦੇ ਨੂੰ ਬਹੁਤ ਦੇਣਾ ਹੁੰਦਾ ਕਿ ਨਹੀਂ ਸਮਝ ਆਉਂਦੀ। ਹਾਂ ਮਤਲਬ ਜਿਵੇਂ ਇਹ ਕਹਿੰਦੇ ਆ ਕਿ ਜਿਵੇਂ ਆਪਣੇ ਕੋਇਨਸ, ਮੈਨੂੰ ਕੋਇਨਸ ਨਹੀਂ ਪਹਿਲਾਂ ਤਾਂ ਸਮਝ ਆਇਆ ਇਹਨਾਂ ਦੇ ਹੈ ਨਾ, ਜਿਵੇਂ ਕਰੰਸੀ ਨਹੀਂ ਮੈਨੂੰ ਸਮਝ ਆ ਰਹੀ ਹੈ ਨਾ, ਜਿਵੇਂ ਬੋਲਦੇ ਆ ਜਿਵੇਂ ਕਿੰਨਾ $10 20 cents ਹੈ ਨਾ, ਤੇ ਕਈ ਬੋਲਦੇ ਆ 10 20 ਤੇ 10 20 ਕੀ ਹੈ
ਤੇ ਮੈਨੂੰ ਸਮਝ ਹੀ ਨਾ ਆਈ ਕਿ ਵੀ 10-20 ਕੀ ਹੈ, ਤੇ ਫਿਰ ਬਾਅਦ ਚ ਲੱਗਾ ਕਿ ਜਿੱਦਾਂ 10 ਤੇ ਡਾਲਰ ਐਂਡ 20 ਸੈਂਟ, ਤੇ ਉਹ ਇਦਾਂ ਪੌਜ਼ ਕਰ ਦਿੰਦੇ ਵਿੱਚੇ, ਤੇ ਉਹ ਬੜਾ ਮਤਲਬ ਸਮਝ ਨਾ ਆਇਆ, ਪਹਿਲਾਂ ਕਰਕ ਸੀ। ਪਹਿਲਾਂ ਜਦੋਂ ਇਦਾਂ ਮਤਲਬ ਕਈ ਗੋਰੇ ਇਦਾਂ ਹੁੰਦੇ ਕਿ ਪ੍ਰੋਪਰ ਚੇਂਜ ਲੈ ਕੇ ਆਉਂਦਾ ਤੇ ਐ ਰੱਖ ਜਾਂਦੇ ਸੀ, ਫਿਰ ਉਹਨਾਂ ਨੂੰ ਕਾਊਂਟ ਕਰਨਾ ਕਿ ਅਗਰ ਕਿਉਂਕਿ ਟਿਲ ਸ਼ਾਰਟ ਹੋ ਗਈ ਤਾਂ ਉਹਨਾਂ ਨੇ ਮੈਨੂੰ, ਤੇ ਮੈਨੂੰ ਜਿੰਨੇ ਤੱਕ ਉਹਨੂੰ ਉਹ ਚੱਲ ਜਾਂਦੇ ਸੀ ਰੱਖੇ, ਮੈਂ ਫਟਾਫਟ ਕਾਊਂਟ, ਮੈਨੂੰ ਸਟ੍ਰੈਸ ਹੋ ਜਾਂਦਾ ਸੀ ਕਿ ਉਹ ਚੱਲ ਗਿਆ, ਜੇ ਸ਼ਾਰਟ ਹੋਈ ਤਾਂ ਮੈਂ ਕੀ ਕਰੂੰਗੀ। ਬਟ ਫਿਰ ਪਤਾ ਲੱਗਿਆ ਕਿ ਇੱਥੇ ਲੋਕੀ ਲਾਇਲ ਹੈ, ਮਤਲਬ ਜਿੰਨੇ ਹੋ ਗਏ ਉਨੇ ਹੀ ਰੱਖੇ ਜਾਂਦੇ ਹੈ, ਤੇ ਫਿਰ ਏਦਾਂ ਮਤਲਬ ਹੌਲੀ ਹੌਲੀ ਸਮਝ ਲੱਗੀ। ਹਾਂ, ਜਿਵੇਂ ਇਹਨਾਂ ਦਾ ਸਲੈਂਗ ਸਟਾਰਟਿੰਗ 'ਚ ਬੋਲਦੇ ਸੀ ਹਾਊ ਯੂ ਗੋਨ ਨਾਈਟ, ਤੇ ਪਤਾ ਨਹੀਂ ਲੱਗਦਾ ਸੀ ਇਹ ਕੀ ਹੈ। ਇਹ ਤਾਂ ਮੈਨੂੰ ਬੜਾ, ਮੈਨੂੰ ਤਾਂ ਹੁਣ ਵੀ ਫਨੀ ਲੱਗਦਾ ਬੜਾ ਜਦੋਂ ਬੋਲਦੇ ਹੈ ਕਿ ਹਾਊਜ਼ ਗੋਇੰਗ ਨਾਈਟ, ਤੇ ਕੀ ਆ ਕੀ ਹੈ। ਤੇ ਫਿਰ ਹੌਲੀ ਹੌਲੀ ਇੱਕ ਉੱਥੇ ਕੰਮ ਤੇ ਇੱਕ ਮੁੰਡਾ ਸੀਗਾ, ਉਹਨੇ ਮੇਰੀ ਬੜੀ ਹੈਲਪ ਕੀਤੀ ਉੱਥੇ, ਉਹ ਕਾਫੀ ਟਾਈਮ ਤੋਂ ਲੱਗਿਆ ਸੀ, ਉਹਨੇ ਮੈਨੂੰ ਬੜਾ ਸਮਝਾਇਆ ਕਿ ਇਹ ਇਹਦਾ ਮਤਲਬ ਹੁੰਦਾ ਕਿ ਕਿੱਦਾਂ ਹੋ ਤੁਸੀਂ ਹੈ ਨਾ, ਵੀ ਹਾਊਸ ਯੂਰ ਮਾਰਨਿੰਗ, ਔਰ ਆਰ ਉਹ ਬੋਲਦੇ ਹੈ ਤੇ ਆਰ ਉਹ ਨਹੀਂ ਆਫਟਰਨੂਨ ਨੂੰ, ਤੇ ਫਿਰ ਉਹ ਆਰ ਉਹ ਬੋਲਦੇ ਸੀ, ਆਰ ਉਹ ਮੈਨੂੰ ਸਮਝ ਨਹੀਂ ਆਉਂਦਾ ਗੁੱਡ ਆਫਟਰਨੂਨ, ਓਕੇ। ਤਾਂ ਇਦਾਂ ਕਰਕੇ ਹੌਲੀ ਹੌਲੀ ਸਲੈਂਗਸ, ਮਤਲਬ ਕਿ ਹੌਲੀ ਹੌਲੀ ਜਿੱਦਾਂ ਬੰਦਾ ਕਹਿੰਦਾ ਹਾਊ ਯੂ ਗੋਇੰਗ, ਬੰਦਾ ਕਹਿੰਦਾ ਤੂੰ ਜਾਣਾ ਕਿੱਦਾਂ। ਐਗਜ਼ੈਕਟਲੀ, ਬੰਦੇ ਸਟਾਰਟਿੰਗ ਤੋਂ ਸਮਝ ਨਹੀਂ, ਉਹਨਾਂ ਕੁ ਟਾਈਮ ਤੋਂ ਸਮਝ ਲੱਗਦਾ ਕਿ ਉਹਦੇ ਵਿੱਚ ਹੀ ਬੰਦੇ ਨੂੰ ਕਹਿੰਦਾ ਆਪਣੇ ਹਿਸਾਬ ਨਾਲ। ਇੰਨੀ ਫਾਸਟ ਬੋਲਦੇ ਆ ਕਿ ਵੀ ਮੈਂ ਤਾਂ ਅਜੇ ਉਹਦੀ ਹਿੰਦੀ ਬਣਾਉਂਦੀ ਸੀ ਦਿਮਾਗ 'ਚ, ਤੇ ਉਹ ਕਨਵਰਸੇਸ਼ਨ ਕਰ ਜਾਂਦੇ ਸੀ। ਤੇ ਮਤਲਬ ਸਟਾਰਟਿੰਗ 'ਚ ਇਹਨਾਂ ਦਾ ਸਲੈਂਗ, ਓ ਮਾਈ ਗॉड, ਆਜ਼ੀ ਸਲੈਂਗ ਤਾਂ ਫੇਮਸ ਹੈ ਆਲ ਓਵਰ ਵਰਲਡ, ਆਜ਼ੀ ਸਲੈਂਗ। ਕਈ ਤਾਂ ਮੂੰਹ 'ਚ ਹੀ ਬੋਲ ਜਾਂਦੇ, ਹਾਂ, ਵਰਡਸ ਖਾ ਜਾਂਦੇ ਆ ਇਹ, ਤੇ ਪਤਾ ਨਹੀਂ ਇਹਨਾਂ ਦੇ ਕੀ ਹੈ, ਕਿੰਨੇ ਸ਼ਾਰਟ ਫਾਰਮਸ ਵਰਡਸ ਖਾ ਜਾਂਦੇ ਆ। ਹੁਣ ਜਿਵੇਂ ਇੰਨਾ ਟਾਈਮ ਹੋ ਗਿਆ, ਹੁਣ ਤਾਂ ਮਤਲਬ ਉਦੋਂ ਹੀ ਪਤਾ ਲੱਗ ਜਾਂਦਾ ਹੋਣਾ ਕੀ। ਹਾਂ, ਹੁਣ ਵਧੀਆ ਮਤਲਬ ਪਤਾ ਲੱਗ ਜਾਂਦਾ ਕਿ ਕੋਈ ਵੀ ਕੁਝ ਕਹਿੰਦਾ ਹੈ। ਡੈਫੀਨਿਟਲੀ ਵੋਕੈਬਲਰੀ ਉਹਨਾਂ ਵਾਂਗੂ ਸਾਡੀ ਇੰਨੀ ਸਟਰੋਂਗ ਨਹੀਂ ਹੈ, ਨਹੀਂ ਹੋ ਸਕਦੀ। ਇਹਨਾਂ ਦੇ ਆਪਦੇ ਸਲੈਂਗਸ ਆ, ਮੇਨਲੀ ਇੰਗਲਿਸ਼ ਜਾਂ ਪ੍ਰੋਪਰ ਨਹੀਂ ਕਿ ਸਲੈਂਗਸ ਇਹਨਾਂ ਦੇ ਆਪਦੇ ਇੱਥੋਂ ਦੇ। ਇਹ ਇੰਗਲਿਸ਼ ਵੀ ਕਿੱਥੇ ਬੋਲਦੇ ਆ, ਇਹਨਾਂ ਦੀ ਇਹ ਇੰਗਲਿਸ਼ ਵੀ ਨਹੀਂ ਹੈ, ਇਹ ਗ੍ਰਾਮਰ ਵੀ ਨਹੀਂ ਹੈ, ਇਹਨਾਂ ਨੂੰ ਪਤਾ ਕੀ ਮਤਲਬ ਇਹ ਐਸਾ ਪੇਪਰ ਦੇ ਇਹਨਾਂ ਦਾ ਆਪਦਾ ਨਹੀਂ ਕਲੀਅਰ ਹੋਣਾ। ਐਗਜ਼ੈਕਟਲੀ, ਮਤਲਬ ਇਸ ਹਿਸਾਬ ਨਾਲ ਠੀਕ ਹੈ, ਆਪਣਾ ਇੰਡੀਅਨਸ ਦੀ ਥੋੜੀ ਵੋਕੈਬ ਵੀਕ ਹੁੰਦੀ ਹੈ, ਬਟ ਹੁਣ ਕਰ ਲੈਂਦੇ ਆ, ਵਧੀਆ ਕਨਵਰਸੇਸ਼ਨ ਕਰ ਲੈਂਦੀ ਹੈ। ਮੈਂ ਹੁਣ ਈਵਨ ਗੋਰਿਆਂ ਦੀ ਕੰਪਨੀ 'ਚ ਹੀ ਹਾਂ, ਤੇ ਵਧੀਆ ਕਨਵਰਸੇਸ਼ਨ ਕਰ ਲੈਂਦੀ ਹੈ। ਤੇ ਇਹਨਾਂ ਨੂੰ ਦੂਜੀ ਗੱਲ ਇਹ ਵੀ ਚਾਹੀਦੀ ਆ ਕਿ ਆਪਾਂ ਨੂੰ ਇਹ ਨਹੀਂ ਸਮਝਦੇ ਜਿਵੇਂ ਨਵਾਂ ਕੋਈ ਆਇਆ ਕਿ ਉਹਨੂੰ ਸਮਝ ਨਹੀਂ ਲੱਗੀ ਜਾਂ ਕੁਝ, ਇਹ ਚੀਜ਼ ਨੂੰ ਰੂਟ ਸਮਝਦੇ ਕਿ ਤੂੰ ਰਿਪਲਾਈ ਨਹੀਂ ਕੀਤਾ। ਯੈਸ, ਮਤਲਬ ਬੜਾ ਰੇਸਿਸਟ, ਜਿਵੇਂ ਰੇਸਿਜ਼ਮ ਪ੍ਰੋਪਰ ਨਹੀਂ ਮੈਂ ਕਹਿ ਸਕਦੀ ਕਿ ਵੀ ਬਹੁਤ ਵੱਡੇ ਲੈਵਲ ਤੇ, ਪਰ ਕਿਤੇ ਨਾ ਕਿਤੇ ਫੀਲ ਹੁੰਦਾ ਸੀ ਸਟਾਰਟਿੰਗ 'ਚ ਕਿ ਜਦੋਂ ਜਿਵੇਂ ਉਹ ਕਰਦੇ ਸੀ ਤੇ ਮੈਂ ਨਹੀਂ ਜਿਵੇਂ ਰਿਪਲਾਈ ਤੋਂ ਮੇਰੀ ਸ਼ਕਲ ਦੇਖਦੇ ਸੀ ਕਿ ਤਾਂ ਅੰਦਰੋਂ ਸੋਚ ਰਹੇ ਹੋ ਕਿ ਲਾਈਕ ਇੰਡੀਅਨਸ ਨਾ ਕਿ ਦੇ ਕੇਮ ਹੀਅਰ, ਦੇ ਡੋਨਟ ਇਵਨ ਨੋ ਇੰਗਲਿਸ਼ or whatever, but definitely that's not our mother language, वो तो है ना, अपनी वो mother language नहीं है, ਤੇ बट एटलीस्ट हम लोग यहाँ आके सीख रहे हैं एंड ਆਪਾਂ ਸਿੱਖਦੇ ਪਏ ਆ ਤੇ ਸਾਰਾ ਕੁਝ ਅਤੇ ਤਾਂ ਕਰਕੇ ਇਹਨਾਂ ਬੈਟਰ ਕਰੀ ਜਾਂਦੇ ਆ। ਐਗਜ਼ੈਕਟਲੀ, ਇਹਨਾਂ ਤੋਂ ਬੈਟਰ ਕਰੀ ਜਾਂਦੇ ਇਹਨੇ ਕੁਝ ਸਾਲਾਂ ਦੇ ਵਿੱਚ ਆਪਾਂ ਨਾ ਬਰਾਬਰ ਹਰ ਚੀਜ਼ ਕੈਚ ਕਰਕੇ। ਹਾਂ ਐਗਜ਼ੈਕਟਲੀ, ਹੁਣ ਮੈਂ ਕਹਿੰਦੀ ਮੈਂ ਕਿਤੋਂ ਪਿੱਛੇ ਨਹੀਂ ਆ, ਮੈਂ ਕੋਈ ਔਜ਼ੀ ਤੋਂ ਪਿੱਛੇ ਨਹੀਂ। ਤੇ ਜੇ ਬੰਦੇ 5-6 ਸਾਲਾਂ ਚ ਕੈਚ ਕਰਕੇ ਕਿ ਜਿਹਨੂੰ ਇੰਨੇ ਸਾਲ ਹੋ ਗਏ ਰਹਿੰਦੇ ਆ। ਹਾਂ, ਪਰ ਮੈਂ ਬਹੁਤ ਵਰਕਆਊਟ ਕੀਤਾ ਆਪਣਾ ਇੰਗਲਿਸ਼ ਤੇ, ਮੈਂ ਬੜਾ ਕੁਝ ਮਤਲਬ ਮੈਂ ਬਹੁਤ ਇੰਗਲਿਸ਼ ਮੂਵੀਜ਼ ਵਾਚ ਕਰਨੀ, ਡਿਕਸ਼ਨਰੀਜ਼ ਪੜ੍ਹਨੀ, ਬੁੱਕਸ ਪੜ੍ਹਨੀ, ਨੋਵਲਸ ਪੜ੍ਹਨੀ, ਕਿਉਂਕਿ ਮੈਨੂੰ ਇੱਦਾਂ ਹੁੰਦਾ ਸੀ ਕਿ ਜਦੋਂ ਐ ਨਹੀਂ ਕਨਵਰਸੇਸ਼ਨ ਕਰ ਪਾਉਂਦੇ ਸੀ ਤੇ ਮੈਨੂੰ ਕਿ ਮਤਲਬ ਜਦੋਂ ਮੈਨੂੰ ਹੁੰਦਾ ਸੀ ਨਾ ਕਿ ਲੋਕੀ ਇੱਦਾਂ ਦੇਖਦੇ ਸੀ ਸਾਨੂੰ ਕਿ ਵੀ ਇਹ ਤਾਂ ਬੋਲ ਨਹੀਂ ਪਾਉਂਦੇ, ਮੈਨੂੰ ਬੜਾ ਬੈਡ ਫੀਲ ਹੁੰਦਾ ਸੀ, ਮੈਨੂੰ ਬੜਾ ਬੈਡ ਫੀਲ ਕਿ ਨਹੀਂ ਵੀ ਕਾਇੰਡ ਉਹ ਬੋਲਦੇ ਨਹੀਂ ਸੀ ਪਰ ਸਮਝ ਆਉਂਦਾ ਸੀ ਕਿ ਉਹ ਕੀ ਸੋਚਦੇ ਨੇ, ਤੇ ਉਦੋਂ ਮੈਂ ਠਾਣ ਲਿਆ ਕਿ ਨਹੀਂ ਵੀ ਇਹਨਾਂ ਦੇ ਲੈਵਲ ਤੇ ਜੇ ਇਸ ਕੰਟਰੀ 'ਚ ਰਹਿਣਾ ਤੇ ਫਿਰ ਇਹਨਾਂ ਦੇ ਮੇਨ ਚੀਜ਼ ਹੈ, ਜੇ ਚੀਜ਼ ਆ ਗਈ ਤੁਸੀਂ ਬਸ ਸਕਦੇ, ਕਿਉਂਕਿ ਆਪਾਂ ਨੂੰ ਬਾਕੀ ਸਾਰਾ ਕੁਝ ਆਉਂਦਾ ਹੁੰਦਾ ਹੈ, ਕੋਈ ਇਹ ਚੀਜ਼ ਆਪਾਂ ਮਿਹਨਤੀ ਹੈ, ਆਪਾਂ ਕੰਮ ਕਰਦੇ ਹਾਂ, ਸਾਰਾ ਕੁਝ ਹੈ, ਪਰ ਮੈਨੂੰ ਹਾਂ ਇਹ ਸੀਗਾ ਕਿ ਜੇ ਇਹਨਾਂ ਦੇ ਲੈਵਲ ਤੇ ਇੱਕ ਇੰਨੀ ਕਨਵਰਸੇਸ਼ਨ ਕਰਨ ਦੀ ਮਤਲਬ ਮੈਨੂੰ ਕੈਪੇਬਲ ਬਣਨਾ। ਤੇ ਜਿਵੇਂ ਤੁਸੀਂ ਲਾਈਕ ਆਪਣੀ ਤੁਸੀਂ ਕਹਿੰਦੇ ਨੇ ਆਈਟੀ ਡ੍ਰੌਪ ਕਰ ਲਈ ਸੀ ਤੁਸੀਂ, ਤੇ ਫਿਰ ਅੱਗੇ ਕਿਹੜੀ ਸਟੱਡੀ ਮਤਲਬ ਕਿੱਦਾਂ? ਮੈਂ ਪਹਿਲਾਂ ਆਈਟੀ ਡ੍ਰੌਪ ਕੀਤੀ, ਏਜੰਟ ਇੱਥੇ ਕੋਈ ਏਜੰਟ ਲੱਭਿਆ, ਮੈਂ ਕਿਸੇ ਨੇ ਯੂਨੀ ਮੈਂ ਥੋੜ੍ਹਾ ਟਾਈਮ ਗਈ, ਪਰ ਉਦੋਂ ਫਿਰ ਕਿਸੇ ਕੋਈ ਅੱਗੇ ਕੁੜੀਆਂ ਮਿਲੀ, ਉਹਨਾਂ ਨੇ ਇੱਕ ਏਜੰਟ ਦੱਸਤਾ, ਤੇ ਉਹ ਏਜੰਟ ਕੋਲ ਮੈਂ ਗਈ, ਉਹਨੇ ਕਿਹਾ ਕਿ ਚਲੋ ਆਈਟੀ ਤੁਹਾਨੂੰ ਕੋਈ ਆਪਾਂ ਬਿਜ਼ਨਸ ਰਿਲੇਸ਼ਨਸ਼ਿਪ ਦਾ ਕੋਰਸ ਦਵਾਉਣਾ, ਤੇ ਉਹਨੇ ਪਰ ਉਦੋਂ ਮੈਨੂੰ ਆ ਨਹੀਂ ਦੱਸਿਆ ਕਿ ਵੀ ਇਸ 'ਚ TR ਨਹੀਂ ਹੈ। ਅੱਛਾ, TR ਹੀ ਨਹੀਂ ਹੈਗੀ? ਨਹੀਂ, ਉਦੋਂ ਇਹ ਕਨਸੈਪਟ ਹੀ ਨਹੀਂ ਪਤਾ ਸੀ ਵੀ TR ਕੀ ਹੁੰਦਾ ਹੈ। ਮੈਨੂੰ ਤਾਂ ਲੱਗਿਆ ਕਿ ਵੀ ਕੋਈ ਵੀ ਸਟੱਡੀ ਕਰੋ ਬਾਅਦ 'ਚ ਤੁਹਾਨੂੰ ਵਰਕਿੰਗ ਮਿਲ ਜਾਣਾ ਹੈ, ਜਿਵੇਂ ਐਜ਼ ਅ ਕੈਨੇਡਾ ਵੀ ਹੁੰਦਾ ਹੈ ਨਾ, ਕੋਈ ਵੀ ਸਟੱਡੀ ਕਰ ਲਓ ਤੁਹਾਨੂੰ ਬਾਅਦ 'ਚ ਮਿਲ ਜਾਂਦਾ ਹੈ। ਉਹਨੇ ਜੀ 6 ਮਹੀਨੇ ਬਾਅਦ ਮੈਨੂੰ 1 ਸਾਲ ਦਾ ਕੋਰਸ ਦਵਾਤਾ,
ਇੱਕ ਸਾਲ ਹਾਂ ਕਿ ਉਹਦਾ ਹੁੰਦਾ ਕਿ 18 ਮਹੀਨਿਆਂ ਦਾ ਵੀ ਹੁੰਦਾ ਨਾ ਹਾਂਜੀ, ਕਿ ਹਾਂਜੀ, ਇੰਨੇ ਆਵਰਸ ਕੰਪਲੀਟ ਕਰਨੇ ਹਾਂ, ਨੇ ਦੈਨ ਆਫਟਰ ਤੇ ਟੀਆਰ ਉਹ ਤੋਂ ਬਾਅਦ ਉਸ 'ਚ ਕੋਈ TR ਨਹੀਂ ਸੀਗੇ। ਮੈਂ ਲੈ ਲਿਆ ਉਹ ਕੋਰਸ, ਮੈਂ ਕਰੀ ਗਈ ਜਦੋਂ ਕਿ 8-9 ਮਹੀਨੇ ਹੋ ਗਏ ਔਰ ਹੌਲੀ ਲਿੰਕਸ ਬਣੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਆਪਣੇ ਪਾਰਟਨਰ ਤੇ ਬੇਸ ਤੇ ਪਾਣੀ ਹੈ। ਮੈਂ ਕਿਹਾ ਨਹੀਂ, ਮੈਂ ਤੇ ਸਿੰਗਲ ਤੇ ਸਿੰਗਲ ਨੂੰ, ਮੈਂ ਪਾਰਟਨਰ ਨਹੀਂ। ਤੇ ਫਿਰ ਉਹ ਕਹਿੰਦੇ ਤੂੰ ਇਸ ਤੇ ਤਾਂ TR ਨਹੀਂ ਹੈ। ਤੇ ਮੈਂ ਕਿਹਾ TR ਕੀ ਹੁੰਦਾ ਹੈ? ਉਦੋਂ ਨਹੀਂ ਪਤਾ ਸੀ TR ਕੀ ਹੁੰਦਾ ਹੈ। ਤੇ ਮੈਂ ਕਿਹਾ ਯਾਰ ਵਰਕਿੰਗ ਤੇ ਮਿਲ ਜਾਣਾ, ਮੈਂ ਆਸਟ੍ਰੇਲੀਆ 'ਚ ਸਟੱਡੀ ਕਰ ਰਹੀ ਹਾਂ। ਕਹਿੰਦੇ ਨਹੀਂ, ਇਦਾਂ ਦੀ ਰਿਕੁਆਇਰਮੈਂਟ ਹੈ। ਉਦੋਂ ਤਾਂ ਮੈਨੂੰ, ਮੈਂ ਕਿਹਾ ਕੀ ਹੈ। ਤੇ ਉਹ ਜਦੋਂ ਮੈਂ ਉਹ ਤੋਂ ਬਾਅਦ ਏਜੰਟ ਨੂੰ ਫੋਨ ਲਾਇਆ, ਏਜੰਟ ਦਾ ਆਫਿਸ ਬੰਦ। ਅੱਛਾ, ਫਰਾਡ ਨਿਕਲਿਆ। ਮਤਲਬ ਤੁਸੀਂ ਉਦੋਂ ਮੈਨੂੰ ਏਦਾਂ ਹੋਇਆ ਕਿ ਕੀ ਹੋ ਗਿਆ ਮੇਰੇ ਨਾਲ। ਜੇ ਤੁਸੀਂ ਮੰਨੋ ਕਿ ਉਹਦੀ ਮੈਂ ਫੀਸ ਭਰੀ ਸਾਰੀ, ਹੈ ਨਾ, ਏਜੰਟ ਸਭ ਫੀਸ ਭਰਤੀ ਅਪ ਫਰੰਟ। ਏਜੰਟ ਨੇ ਕਿਹਾ ਸਾਲ ਦੀ ਫੀਸ ਇਕੱਠੀ ਭਰ ਦੋ। ਮੈਨੂੰ ਵੀ ਸੀਗਾ ਚਲੋ ਕੋਈ ਨਹੀਂ, ਭਰੀ ਮੈਂ ਕਰੂੰ, ਪੈਸੇ ਮੰਗਵਾਏ ਤੇ ਵੀ ਉਹਨਾਂ ਨੇ ਕਿਹਾ ਕਿ ਭਰ ਦੋ। ਮੈਂ ਭਰਤੀ ਕਿ ਕੋਈ ਨਹੀਂ, ਸਾਲ ਬਾਅਦ ਵਧੀਆ ਕਮਾ ਕੇ ਭੇਜ ਦੂੰਗੀ ਤੇਰੇ ਵਾਪਸ, ਹੈ ਨਾ। ਤੇ ਪਰ ਇਹ ਨਹੀਂ ਪਤਾ ਸੀ ਕਿ ਤਾਂ ਆਫਿਸ ਹੀ ਬੰਦ ਹੋ। ਤੇ ਮੈਂ ਦੇਖਦਾ ਜਿਵੇਂ ਇੰਡੀਆ ਤੋਂ ਆਉਂਦੇ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਏਜੰਟ ਨੂੰ, ਚਲੋ ਆਪਣਾ ਤੁਸੀਂ ਕਮਾਈ ਕਰਨ ਨੂੰ ਬੈਠੇ, ਘੱਟੋ ਘੱਟ ਫਰੋਡ ਤਾਂ ਨਾ ਕਰੋ, ਤੁਸੀਂ ਗਾਈਡ ਤਾਂ ਸਹੀ ਕਰੋ। ਕੀ ਪਤਾ ਕਿਸੇ ਨੇ ਕਿੱਦਾਂ ਪੈਸੇ ਲਾ ਕੇ ਕਿੱਦਾਂ ਭੇਜੇ। ਮੈਨੂੰ ਇਦਾਂ ਹੁੰਦਾ ਕਿ ਨਾ ਇਹਨਾਂ ਨੂੰ ਬੜਾ ਐਕਸਪੀਰੀਅੰਸ ਹੈ, ਜਾਂਚ ਲੈਂਦੇ ਆ। ਮਤਲਬ ਮੈਨੂੰ ਐਂ ਲੱਗਦਾ ਕਿ ਬਈ ਇੰਨਾ, ਕਿਉਂਕਿ ਉਹ ਡੈਫੀਨਿਟਲੀ ਉਹਨੇ ਮੇਰੀ ਪ੍ਰੋਫਾਈਲ ਪੁੱਛੀ ਕਿੰਨਾ ਟਾਈਮ ਹੋਇਆ। ਮੈਂ ਕਿਹਾ 6 ਮਹੀਨੇ ਹੋਏ ਆ ਇਹਨੂੰ, ਹਜੇ ਵੀ ਮੈਂ IT 'ਚ ਆਈ ਸੀ। ਉਦੋਂ ਏਜੰਟ ਨੇ ਭੇਜਤਾ, ਪਰ ਮੈਂ ਤਾਂ ਇੱਦਾਂ ਕਰਕੇ IT ਨਹੀਂ ਕਰਨੀ ਵੀ ਫੀਸ ਬਹੁਤ ਜ਼ਿਆਦਾ ਹੈ, ਮੇਰੇ ਕੋਲ ਨਹੀਂ ਨਿਕਲਣੀ। ਤੇ ਉਹਨੇ ਕਿਹਾ ਕੋਈ ਚੱਕਰ ਨਹੀਂ ਹੈ ਸੀ ਤੁਹਾਡਾ। ਉਹਨੇ ਮੇਰਾ ਇੱਕ ਸਮੈਸਟਰ ਦੀ ਜਿੰਨੀ 9 ਲੱਖ 'ਚੋਂ ਕਹਿੰਦਾ ਤੁਹਾਡਾ ਪੂਰਾ ਸਾਲ ਦਾ ਹੋ ਜਾਏਗਾ। ਅੱਛਾ, ਹਾਂ। ਤੇ ਮੈਂ ਬੜੀ ਖੁਸ਼। ਮੈਂ ਕਿਹਾ ਲੈ ਯਾਰ, ਇਹ ਤੇ 9 ਲੱਖ 'ਚ ਤਾਂ ਪੂਰੀ ਸਾਲ ਦੀ ਫੀਸ ਭਰੀਗੀ, ਤੇ ਨਾਲ ਹੀ ਮੈਨੂੰ ਵਰਕਿੰਗ ਰਾਈਟਸ ਮਿਲ ਜਾਣਾ। ਉਦੋਂ ਮੈਂ ਪੂਰਾ ਫੁੱਲ ਟਾਈਮ ਕੰਮ ਕਰੂੰਗੀ ਤੇ ਮੇਰੇ ਵਧੀਆ ਪੈਸੇ ਬਣ ਜਾਣੇ। ਪਰ ਉਦੋਂ ਇਹ ਨਹੀਂ ਪਤਾ ਸੀ ਕਿ ਤੇ 9 ਲੱਖ ਵੀ ਉਹ ਸਾਲ ਦੇ ਕੋਰਸ ਦਾ ਵੀ ਬਹੁਤ ਜ਼ਿਆਦਾ ਲੱਗ ਗਿਆ। ਹਾਂ, ਹੁਣ ਪਤਾ ਲੱਗਦਾ ਹਾਂ ਕਿ ਵੀ ਕਿ 9 ਲੱਖ ਵੀ ਬਹੁਤ ਜ਼ਿਆਦਾ ਹੈ। ਵੀ ਸ਼ਾਇਦ ਉਹ ਤੋਂ ਘੱਟ ਵੀ, ਮੈਂ ਜਿਹਨੂੰ ਮੈਨੂੰ ਪਤਾ ਹੁੰਦਾ, ਮੈਨੂੰ ਨੌਲੇਜ ਹੁੰਦੀ, ਕੋਈ ਮੈਨੂੰ ਦੱਸਣ ਵਾਲਾ ਹੁੰਦਾ ਕਿ ਮੇਰੇ ਉਹ ਵੀ ਬਚ ਜਾਣੇ ਸੀ। ਪਰ ਉਹ ਫਿਰ ਉਦੋਂ ਮੇਰਾ ਬੜਾ ਲਾਸ ਹੋਇਆ, ਬੜਾ ਮੇਰਾ ਮਨ ਟੁੱਟ ਗਿਆ ਇੱਕੋਦਮ ਕਿ ਯਾਰ ਇੱਥੇ ਵੀ ਲੋਕ, ਬੜਾ ਮਤਲਬ ਇੱਕ ਮੇਰਾ ਬ੍ਰੇਕਡਾਊਨ ਹੋਇਆ ਕਿ ਇੱਥੇ ਲੋਕੀ ਕਿਵੇਂ ਦੇ ਹੈ। ਮਤਲਬ ਵੀ ਆਪਣੇ ਇੰਡੀਅਨ ਸੀ, ਫੋਰਨ ਤੁਸੀਂ ਕੀ ਕਰੋਗੇ ਵੀ ਤੁਸੀਂ ਆਪਣੇ ਇੰਡੀਅਨ ਸੀ, ਤੁਹਾਡੇ ਨਾਲ ਨਹੀਂ ਹੈ ਖੜੇ। ਤੇ ਉਦੋਂ ਮੇਰਾ ਬੜਾ ਬ੍ਰੇਕਡਾਊਨ ਹੋਇਆ। ਤੇ ਦੈਨ ਆਫਟਰ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਕਿਹੜੀ ਸਟੱਡੀ ਹੈ, ਕਿਹੜੀ ਦੁਬਾਰਾ ਗਏ ਕਿਸੇ ਏਜੰਟ ਕੋਲ ਫਿਰ? ਹਾਂ, ਮੈਂ ਫਿਰ ਕੀ ਹੋਇਆ, ਜਦੋਂ ਤੱਕ ਇਹ ਸਭ ਕੁਝ ਹੋ ਗਿਆ ਨਾ, ਫਿਰ ਮੈਂ ਸੋਚਿਆ ਕਿ ਐਟਲੀਸਟ ਚਲੋ ਇਸ ਸਾਲ ਦਾ ਕੋਰਸ ਪੂਰਾ ਕਰਦੀ ਹੈ ਵੀ ਮੈਂ ਹੁਣ ਪੈਸੇ ਭਰਤੇ ਹੈ, ਮੈਂ ਆਪਣਾ ਕੁਝ ਲੈਵਾਂ ਤੇ ਡਿਗਰੀ ਕੁਝ ਤਾਂ ਲੈਵਾਂ ਕਿ ਵੀ ਐਟਲੀਸਟ ਮੈਨੂੰ ਕੀਪ ਦਾ ਫਿਊਚਰ 'ਚ ਵੀ ਫਾਇਦਾ ਹੋ ਜਾਏ। ਕਿਉਂਕਿ ਉਦੋਂ ਮੇਰੇ ਸਿਰਫ 2 ਮਹੀਨੇ ਰਹਿ ਗਏ ਸੀ ਤੇ ਮੈਂ ਅਸਾਈਨਮੈਂਟ ਕੀਤੀਆਂ। ਮੈਂ ਆਪਣੇ ਆਪ ਨੂੰ ਪੁਸ਼ ਕੀਤਾ ਕਿ ਕੋਈ ਗੱਲ ਨਹੀਂ, ਇਟਸ ਓਕੇ, ਜੋ ਹੋਣਾ ਸੀ ਹੋ ਗਿਆ। ਵੀ ਹਜੇ ਵੀ ਕੋਈ ਨਹੀਂ, ਕੁਝ ਨਹੀਂ ਵਿਗੜਿਆ ਹਜੇ ਮੇਰੀ ਚਲੋ ਉਮਰ ਵੀ ਨਹੀਂ ਉਦੋਂ ਸੀਗੀ, ਇੰਨਾ ਨਹੀਂ ਟੈਨਸ਼ਨ ਸੀ। ਤੇ ਮੈਂ ਘਰੇ ਵੀ ਨਹੀਂ ਦੱਸੀ ਸੀ। ਅੱਛਾ, ਘਰੇ ਵੀ ਦੱਸੀ? ਮੈਂ ਘਰੇ ਵੀ ਨਹੀਂ ਦੱਸੀ, ਸ਼ਾਇਦ ਹੁਣ ਉਹਨਾਂ ਨੂੰ ਪਤਾ ਲੱਗ ਗਿਆ। ਮੈਂ ਇਹ ਚੀਜ਼ ਅੱਜ ਤੱਕ ਘਰੇ ਵੀ ਨਹੀਂ ਦੱਸੀ ਸੀ ਕਿਉਂਕਿ ਮੇਰੀ ਸਿਸਟਰ ਨੂੰ ਪਤਾ ਸੀ, ਮੇਰੀ ਵੱਡੀ ਭੈਣ ਇੰਡੀਆ ਹੈ, ਉਹਨਾਂ ਨੂੰ ਪਤਾ ਸੀ, ਪਰ ਮੈਨੂੰ ਸੀਗਾ ਯਾਰ ਬੜਾ ਦੁੱਖ ਹੋਏਗਾ, ਪੇਰੈਂਟਸ ਨੂੰ ਬੜਾ ਸਟ੍ਰੈਸ ਹੋ ਜਾਣਾ ਕਿਉਂਕਿ ਇੱਕ ਤਾਂ ਮੈਂ ਇਕੱਲੀ, ਹੈ ਨਾ, ਵੀ ਸਾਰਾ ਕੁਝ। ਤੇ ਫਿਰ ਉਹਨਾਂ ਨੂੰ, ਔਰ ਇੱਕ ਕੀ ਹੁੰਦਾ ਜਦੋਂ ਬੰਦਾ ਇੱਥੇ ਆਂਦੇ ਇੱਕਦਮ ਨਾ ਇੱਕ ਹੈਲਥ 'ਚ ਵੀ ਤੁਹਾਡਾ ਡਾਊਨਫਾਲ ਆਉਂਦਾ। ਉਹ ਸਾਈਮਲਟੇਨੀਅਸਲੀ ਚੱਲ ਰਿਹਾ ਸੀ। ਤੇ ਕਿਉਂਕਿ ਇੰਡੀਆ ਦੀ ਖੁਰਾਕਾਂ ਦਾ ਤੁਹਾਨੂੰ ਪਤਾ ਹੈ, ਫਿਰ ਇੱਥੇ ਆਪਣੇ ਵੱਲੋਂ ਤਾਂ ਨਹੀਂ ਹੁੰਦੀ। ਤੇ ਉਹ ਪਹਿਲਾਂ ਹੀ ਪਰੇਸ਼ਾਨ ਸੀ ਵੀ ਤੂੰ ਠੀਕ ਹੈ, ਕੀ ਹੋ ਰਿਹਾ, ਤੈਨੂੰ ਕੋਈ ਪਰੇਸ਼ਾਨੀ। ਤੇ ਉੱਤੋਂ ਜੇ ਮੈਂ ਹੀ ਦੱਸ ਦਿੰਦੀ ਤੇ ਫਿਰ ਉਹਨਾਂ ਤੇ ਤਾਂ ਵਿਚਾਰਿਆਂ ਦਾ ਬੜਾ ਔਖਾ ਜਾਣਾ ਸੀ। ਫਿਰ ਮੈਂ ਨਹੀਂ ਦੱਸਿਆ, ਫਿਰ ਮੈਂ ਡਿਸਾਈਡ ਕੀਤਾ ਕਿ ਐਡੀਲੇਡ ਚੱਲਦੇ। ਅੱਛਾ, ਉੱਥੋਂ ਐਡੀਲੇਡ ਮੂਵ? ਯੈਸ, ਉਹ ਤੋਂ ਮੈਂ ਐਡੀਲੇਡ ਮੂਵ ਹੋ ਗਈ ਕਿਉਂਕਿ ਜਿਹੜੇ ਮੇਰੇ ਕਜ਼ਨ, ਜਿਹੜਾ ਮੈਂ ਦੂਰ ਦੇ ਕਜ਼ਨ ਤੁਹਾਨੂੰ ਦੱਸਿਆ ਸੀ, ਉਹ ਐਡੀਲੇਡ ਮੂਵ ਹੋ ਗਏ ਸੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਐਡੀਲੇਡ ਆ ਜਾ। ਚਲੋ ਕੋਈ ਨਹੀਂ, ਇੱਦਾਂ ਹੋ ਗਿਆ ਜੋ ਵੀ ਐਡੀਲੇਡ ਉਹਨਾਂ ਦਾ ਆਪਣਾ ਕੋਈ ਏਜੰਟ ਸੀਗਾ। ਉਹ ਕਹਿੰਦੇ ਏਜੰਟ ਵਧੀਆ ਹੈ ਤੇ ਉਹਨਾਂ ਕੋਲ ਆਪਾਂ ਤੇਰਾ ਕੰਮ ਕਰਾ ਦਾਂਗੇ। ਤੇ ਉਹਨਾਂ ਨੇ ਫਿਰ ਮੈਂ ਲਿੱਤੀ ਕੁੱਕਰੀ। ਫਿਰ ਮੈਂ ਕੁੱਕਰੀ ਐਜ਼ ਯੂਜੂਅਲ, ਉਦੋਂ ਚੱਲ ਰਿਹਾ ਸੀ ਕੁੱਕਰੀ ਦਾ ਟ੍ਰੈਂਡ, ਸਾਰੇ ਪਾਸੇ ਪੂਰਾ ਟ੍ਰੈਂਡ, ਜੋ ਏਜੰਟ ਚੱਲ ਜੋ ਕੁੱਕਰੀ ਜੀ। ਮੈਨੂੰ ਲੱਗਦਾ ਸ਼ਾਇਦ ਮੇਰਾ ਉਹ ਵੀ ਬਹੁਤ ਵੱਡਾ ਇੱਕ ਬੈਡ ਡਿਸੀਜਨ ਸੀ। ਉਦੋਂ ਵੀ ਮੈਨੂੰ ਅਕਲ ਨਹੀਂ ਆਈ ਕਿਉਂਕਿ ਉਦੋਂ ਕੁੱਕਰੀ ਜਦੋਂ ਮੈਂ ਲੈਣੀ ਸੀ ਐਡਮਿਸ਼ਨ, ਮੈਂ ਅਜੇ ਸਿਡਨੀ ਸੀ, ਔਨ ਕਾਲ ਏਜੰਟ ਨਾਲ ਗੱਲ ਹੋਈ। ਏਜੰਟ ਕਹਿੰਦਾ ਤੁਸੀਂ ਇੱਥੇ ਆਓ, ਤੁਸੀਂ ਟੈਨਸ਼ਨ ਨਾ, ਤੁਹਾਨੂੰ 2 ਸਾਲ 'ਚ ਪੱਕਾ ਕਰਾ ਦਾਂਗੇ। ਉਦੋਂ ਤਾਂ ਏਜੰਟ ਦੇ ਮੂੰਹ ਤੇ ਆ ਸੀਗਾ 2 ਸਾਲ 'ਚ ਪੱਕਾ ਕਰਾ ਦਾਂਗੇ। ਹਾਂਜੀ, ਉਹਨਾਂ ਨੇ ਕਿਹਾ 2 ਸਾਲ ਦੀ ਤੁਹਾਡੀ ਸਟੱਡੀ ਹੈ, ਉਹ ਆਪਾਂ ਫਾਸਟ ਟਰੈਕ 'ਚ ਕਰਾ ਦਾਂਗੇ, ਨਾਲ ਹੀ ਤੁਹਾਡਾ ਜੌਬ ਰੈਡੀ ਸ਼ੁਰੂ ਕਰਾ ਦੇਣਾ ਤੇ ਨਾਲ ਹੀ ਜੌਬ ਰੈਡੀ ਕਰਕੇ ਜੀ ਤੁਹਾਡਾ
ਡਨ ਕੰਮ ਵੱਟਦੇ ਪਈਏ ਸੀ ਪੀਆਰ ਟਾਈਮ ਮੈਂ ਬੜੀ ਖੁਸ਼ ਮੈਂ ਕਿਹਾ ਚਲੋ ਸਹੀ ਹੈ ਵੀ ਹਾਂ ਤਾਂ ਟੀਆਰ ਮਤਲਬ ਕੁਝ ਕੋਈ ਵਰਕਿੰਗ ਤੇ ਵੀ ਜਾਣ ਦੀ ਲੋੜ ਵੀ ਸਿੱਧਾ ਹੀ ਕਰ ਸਟੱਡੀ ਕਰਕੇ ਪੀਆਰ ਅੱਛਾ ਇਦਾਂ ਵੀ ਹੁੰਦਾ ਹੋਣਾ ਹੈ ਨਾ ਉਦੋਂ ਮੈਂ ਕਿਹਾ ਠੀਕ ਹੈ ਜੀ ਠੀਕ ਹੈ ਡਨ ਤੇ ਚੱਲ ਗਈ ਜੀ ਐਡਲੇਡ ਕੋਵਿਡ ਦੇ ਵੀ ਦਿਨ ਕੋਵਿਡ ਦੇ ਟਾਈਮ ਹੀ ਸੀਗਾ ਉਦੋਂ ਹਜੇ ਚੱਲ ਹੀ ਰਿਹਾ ਸੀ ਤੇ ਪਰ ਚਲੋ ਲੱਕੀਲੀ ਇਹ ਸੀਗਾ ਮੇਰੀ ਫੀਲਡ ਇਦਾਂ ਸੀ ਮੇਰਾ ਕੰਮ ਨਹੀਂ ਬੰਦ ਹੋਇਆ ਪੈਟਰੋਲ ਸਟੇਸ਼ਨ 24 ਸੋ ਇੱਕ ਗੁੱਡ ਥਿੰਗ ਚਲੋ ਹੋਈ ਸਾਰਿਆਂ ਚੋਂ ਕਿ ਵੀ ਐਟਲੀਸਟ ਮੇਰਾ ਕੰਮ ਮਿਲ ਜਾਂਦਾ ਸੀ ਮੈਨੂੰ ਵੀ ਚਲੋ ਜੋ ਵੀ ਹੋਇਆ ਹੌਲੀ ਹੌਲੀ ਮੈਂ ਆਪਣਾ ਸਮਾਨ ਸਮੂਨ ਇਕੱਠਾ ਕੀਤਾ ਸੀ ਤੋਂ ਫਲਾਈਟ ਕਰਵਾਈ ਤੇ ਆਪਾਂ ਪਹੁੰਚ ਗਏ ਐਡਲੇਡ ਨਵੀਂ ਸ਼ੁਰੂਆਤ ਫਿਰ ਜ਼ੀਰੋ ਤੋਂ ਬਿਲਕੁਲ ਮੈਨੂੰ ਇਦਾਂ ਲੱਗਿਆ ਮੈਂ ਇੰਡੀਆ ਤੋਂ ਐਡਲੇਡ ਨਾ ਬਿਲਕੁਲ ਮੇਰਾ ਜੋ ਸਿਡਨੀ ਦਾ ਸੀਗਾ ਸਭ ਮਿੱਟੀ ਕੋਈ ਉਹ ਕੰਮ ਨਹੀਂ ਆਈ ਮੇਰੀ ਸਟੱਡੀ ਕੁਛ ਨਹੀਂ ਆਇਆ ਬਸ ਹਾਂ ਇਹ ਸੀਗਾ ਮਾੜਾ ਮੋਟਾ ਜਿਹੜਾ ਐਕਸਪੀਰੀਅੰਸ ਸੀਗਾ ਕੰਮ ਦਾ ਉਹ ਜ਼ਰੂਰ ਮੈਨੂੰ ਐਡਲੇਡ ਕਰਨਾ ਤੇ ਜੌਬ ਉੱਥੇ ਕਿੱਦਾਂ ਐਡਲੇਡ ਫਿਰ ਆਈ ਫਿਰ ਮੈਨੂੰ ਸੀਗਾ ਕਿ ਸ਼ਾਇਦ ਕਿਉਂਕਿ ਹੋਰ ਕੋਈ ਫੀਲਡ ਦਾ ਐਕਸਪੀਰੀਅੰਸ ਨਹੀਂ ਸੀ ਸਿਰਫ ਇੱਕ ਫਿਊ ਸਟੇਸ਼ਨ ਦਾ ਸੀਗਾ ਮੈਂ ਕਿਹਾ ਚਲੋ ਵੀ ਫਿਊ ਸਟੇਸ਼ਨਸ ਬੜੇ ਟਰਾਈ ਕੀਤੇ ਐਡਲੇਡ ਚਲੋ ਐਡਲੇਡ ਨਾ ਕਰਤੇ ਉਹੀ 2-3 ਹਫ਼ਤੇ ਬਾਅਦ ਲੱਗੀ ਜੌਬ ਓਕੇ ਇੱਥੇ ਲੱਗੀ 2-3 ਹਫ਼ਤੇ ਫਿਊ ਸਟੇਸ਼ਨ ਫਿਰ ਠੀਕ ਹੈ ਸਟਾਰਟਿੰਗ 'ਚ ਘੱਟ ਆਵਰਸ ਮਿਲਦੇ ਸੀ ਬਟ ਸੋਚ ਕੇ ਆਈ ਸੀ ਵੀ ਇਦਾਂ ਹੁਣ ਤੇ ਕੁਝ ਨਹੀਂ ਕਰ ਸਕਦੇ ਸੀ ਬੜਾ ਐਡਲੇਡ ਆ ਕੇ ਇੱਕ ਵਾਰੀ ਲਈ ਬੜਾ ਲੱਗਿਆ ਕਿ ਵਾਪਸ ਸਿਡਨੀ ਚਲ ਜਾਂਦੀ ਹੈ ਜਦੋਂ ਆਵਰਸ ਸਲੋ ਸੀ ਅੱਛਾ ਹਾਂ ਜਦੋਂ ਸਟਾਰਟਿੰਗ 'ਚ ਕੰਮ ਵੀ ਨਹੀਂ ਮਿਲਦਾ ਆਵਰਸ ਮੈਨੂੰ ਮਿਲੇ ਫਿਰ ਮੇਰਾ ਇੱਕ ਵਾਰ ਤਾਂ ਪੂਰਾ ਮੂਡ ਬਣ ਗਿਆ ਸੀ ਮੈਂ ਵਾਪਸ ਹਾਂ ਇੱਕ ਵਾਰੀ ਹੋਇਆ ਮੇਰੀ ਸਿਡਨੀ ਫਰੈਂਡ ਹੁੰਦੀ ਸੀ ਮੈਨੂੰ ਕਾਲ ਕਰਤਾ ਮੈਂ ਕਿਹਾ ਯਾਰ ਪੀਜੀ में आ जा रूम ਹੈ ਉਹ ਬੜੀ ਵਧੀਆ ਸੀ ਕੁੜੀ ਕਹਿੰਦੀ ਆ ਜਾ ਕੋਈ ਨਹੀਂ ਮੈਂ ਤੈਨੂੰ ਰੱਖ ਲਾਂਗੀ ਕੁਝ ਟਾਈਮ ਫਿਰ ਆਪਾਂ ਕਰ ਲਾਂਗੇ ਕੁਝ ਵੀ ਅੱਗੇ ਕਰ ਲਾਂਗੇ ਤੇ ਉਹਨੇ ਬੜਾ ਹੌਸਲਾ ਦਿੱਤਾ ਮੈਂ ਕਿਹਾ ਚਲੋ ਵੀ ਚੱਲਦੇ ਹਾਂ ਬਟ ਫਿਰ ਇੱਕ ਸਾਈਡ ਆ ਸੀਗਾ ਬਤਾ ਹਜੇ ਮੇਰਾ ਬਣ ਹੀ ਰਿਹਾ ਸੀ ਤੇ ਨਾਲ ਹੀ ਮੈਨੂੰ ਇੱਥੇ ਜੌਬ ਮਿਲ ਗਈ ਚਲੋ ਓਕੇ ਜਿਹੜੀ ਪੈਟਰੋਲ ਸਟੇਸ਼ਨ ਫਿਰ ਮੈਨੂੰ ਸੀਗਾ ਕਿ ਚਲ ਲੈਟ ਇੱਕ ਟਰਾਈ ਦੇ ਕੇ ਇੱਕ ਵਾਰੀ ਦੇ ਕੇ ਹਾਂ ਤੇ ਨਾਲੇ ਫਿਰ ਏਜੰਟਸ ਉਹ ਐਡਲੇਡ ਜਿੱਦਾਂ ਆਏ ਸਭ ਨੂੰ ਮਿਲਿਆ ਸਭ ਨੇ ਕਿਹਾ ਕਿ ਐਡਲੇਡ ਬੜਾ ਵਧੀਆ ਹੈ ਪੀਆਰ ਹੋ ਜਾਣੀ ਅੱਛਾ ਤੇ ਫਿਰ ਇੱਕ ਮੈਨੂੰ ਸੀਗਾ ਕਿ ਯਾਰ ਸਿਡਨੀ ਹਾਂ ਫਿਰ ਹੋਪ ਆ ਗਈ ਮੈਨੂੰ ਕਿ ਚਲੋ ਕੋਈ ਗੱਲ ਨਹੀਂ ਉਦੋਂ ਮੈਂ 23 ਦੀ ਸੀ ਫਿਰ ਐਡਲੇਡ ਜੌਬ ਲੱਗੀ ਐਡਮਿਸ਼ਨ ਲੈ ਲਿਆ ਕਾਲਜ ਚਾਹੀ ਗਏ ਤੇ 2 ਸਾਲ ਕੁਕਰੀ ਕੀਤੀ ਉਦੋਂ ਬੜੇ ਕਨੈਕਸ਼ਨਸ ਬਣ ਗਏ ਫਰੈਂਡਸ ਬੜੇ ਬਣੇ ਕੁਕਰੀ 'ਚ ਮੇਰੇ ਕਾਫੀ ਗੁੱਡ ਫਰੈਂਡਸ ਬਣੇ ਹੈ ਫਿਰ ਉਹ ਤੋਂ ਬਾਅਦ ਆਈ ਹੁਣ 2 ਸਾਲ ਬਾਅਦ ਪੂਰੀ ਕਰਕੇ ਮੈਂ ਪਾਤੀ ਆਪਣਾ ਵਰਕਿੰਗ TR ਵੀ ਆ ਗਈ ਮੇਰੀ ਫਿਰ TR 'ਚ ਮੈਂ ਕੀਤਾ ਆਪਣਾ ਜੌਬ ਰੈਡੀ ਵੀ ਕਰ ਲਿਆ ਫਿਰ ਰੈਸਟੋਰੈਂਟ 'ਚ ਕੰਮ ਕੀਤਾ ਓਕੇ ਰੈਸਟੋਰੈਂਟ 'ਚ ਤੁਸੀਂ ਕੰਮ ਸ਼ੈਫ ਬਣ ਗਏ ਹੈ ਫਿਰ ਮੈਂ ਸ਼ੈਫ ਬਣ ਗਈ ਤੇ ਫਿਰ ਮੈਂ ਪੈਟਰੋਲ ਸਟੇਸ਼ਨ ਛੱਡ ਕੇ ਇੱਕ ਹੋਰ ਨਵੀਂ ਫੀਲਡ 'ਚ ਚੱਲ ਗਈ ਹਾਂ ਸੱਚ ਇੱਕ ਹੋਰ ਗੱਲ ਮੈਂ ਜਦੋਂ 1 ਮਹੀਨੇ ਲਈ ਜਦੋਂ ਆਈ ਸੀ ਮੈਂ ਜਦੋਂ ਮੈਨੂੰ ਪੰਪ ਦਾ ਕੰਮ ਨਹੀਂ ਮਿਲਿਆ ਸੀ ਮੈਂ ਕੁਝ ਟਾਈਮ ਲੱਗੀ ਕਲੀਨਿੰਗ ਦਾ ਕੰਮ ਅੱਛਾ ਕਲੀਨਿੰਗ ਦਾ ਵੀ ਕੀਤਾ ਯੈਸ ਇਹ ਮੇਰੇ ਘਰ ਤੇ ਨਹੀਂ ਪਤਾ ਉਹ ਸਾਰਾ ਕੁਝ ਪਤਾ ਲੱਗ ਹੁਣ ਸਾਰਾ ਕੁਝ ਮੈਂ ਵੀ ਹੁਣ ਪ੍ਰਾਊਡ ਵੀ ਫੀਲ ਹੋਗਾ ਕਿ ਨਹੀਂ ਇੰਨਾ ਕੁਝ ਕੀਤਾ ਕੱਲੀ ਨੇ ਆਪਣੇ ਮੈਨੂੰ ਆਏ ਲੱਗਿਆ ਪਹਿਲਾਂ ਇੱਕ ਵਾਰੀ ਮੈਂ ਹੈਜ਼ਿਟੇਟ ਕੀਤਾ ਕਿ ਮੈਂ ਪੋਡਕਾਸਟ ਵੀ ਮੈਂ ਕਰਾਂ ਨਾ ਕਰਾਂ ਬਟ ਮੈਨੂੰ ਸੀ ਕਿ ਨਹੀਂ ਇਹ ਚੀਜ਼ ਸਭ ਨੂੰ ਪਤਾ ਲੱਗਣੀ ਚਾਹੀਦੀ ਤੇ ਮੇਬੀ ਜਿਹੜੇ ਅੱਗੇ ਆਏ ਉਹ ਦੇਖਣਗੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਵੀ ਕਦੀ ਕੋਈ ਨਵੇਂ ਆਂਦੇ ਜਾਂ ਕੋਈ ਡਾਊਨ ਹੋ ਕੇ ਬੰਦਾ ਸਟੈਪ ਬੈਕ ਆ ਜਾਂਦਾ ਚੱਲੀਏ ਵਾਪਸ ਨਾ ਕੁਝ ਨੂੰ ਪਤਾ ਕਿ ਹਰ ਇੱਕ ਦੀ ਲਾਈਫ ਦੇ ਵਿੱਚ ਮਤਲਬ ਇੰਨੀ ਕਰਕੇ ਤੁਹਾਨੂੰ ਜੇ ਮੇਬੀ ਕੋਈ ਸ਼ੋਅ ਨਹੀਂ ਕਰਦਾ ਹੋਏ ਕੋਈ ਬੜਾ ਖੁਸ਼ ਰੱਖ ਰਿਹਾ ਪਰ ਹਰ ਇੱਕ ਦੀ ਲਾਈਫ ਚ ਮੈਨੂੰ ਲੱਗਦਾ ਸਭ ਦੀ ਲਾਈਫ ਚ ਕੋਈ ਇਦਾਂ ਇੰਨਾ ਪਰਫੈਕਟ ਨਹੀਂ ਵੀ ਇੱਥੇ ਆ ਕੇ ਸਭ ਦੀ ਲਾਈਫ ਬੜੀ ਲਾਈਫ ਈਜ਼ੀ ਹੈਗੀ ਨਹੀਂ ਅਪ ਐਂਡ ਡਾਊਨਸ ਤਾਂ ਆਣੀਆਂ ਹੀ ਬਿਲਕੁਲ ਜੇ ਮਜ਼ਾ ਵੀ ਨਹੀਂ ਆਉਂਦਾ ਜੇ ਸਿੰਪਲ ਚੱਲੀ ਜਾਵੇ ਫਿਰ ਮੈਨੂੰ ਆਏ ਲੱਗੇ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਮੈਨੂੰ ਬੜਾ ਮੇਰਾ ਪੁਰਾਣਾ ਟਾਈਮ ਯਾਦ ਕਰਕੇ ਮੈਨੂੰ ਬੜਾ ਵਧੀਆ ਲੱਗਦਾ ਪਿਆ ਬੰਦਾ ਕਹਿੰਦਾ ਦੇਖੋ ਸਾਰੀ ਹਾਸਲ ਕਰਕੇ ਇੱਥੇ ਤੱਕ ਅੱਜ ਪਹੁੰਚੇ ਆ ਬੈਠੇ ਤੇ ਮੈਂ 1.5 ਮਹੀਨਾ ਕਲੀਨਿੰਗ ਦੀ ਜੌਬ ਵੀ ਕੀਤੀ ਤੇ ਜਿਵੇਂ ਮੈਨੂੰ ਪੈਟਰੋਲ ਸਟੇਸ਼ਨ ਜਾਵਾ ਆਵਰਸ ਨਹੀਂ ਮਿਲਦੇ ਸੀ ਫਿਰ ਮੈਂ ਦੋਨੋਂ ਚਲਾਈ ਰੱਖੀ ਜੌਬ ਤੇ ਕਲੀਨਿੰਗ ਦੀ ਮੈਨੂੰ ਮਿਲੀ ਸ਼ਾਪਿੰਗ ਸੈਂਟਰ ਦੀ ਕਲੀਨਿੰਗ ਤੇ ਸ਼ਾਪਿੰਗ ਸੈਂਟਰ ਦੀ ਫਰਸਟ ਟਾਈਮ ਕਲੀਨਿੰਗ ਦੀ ਜੌਬ ਮੈਨੂੰ ਜਿਸ ਦਿਨ ਪਹਿਲੇ ਦਿਨ ਮੈਂ ਜੌਬ ਕੀਤੀ ਆ ਕੇ ਬੜਾ ਰੋਈ ਕਿਉਂ ਮਤਲਬ ਉੱਥੇ ਬਾਥਰੂਮ ਸਾਫ਼ ਕੀਤੇ ਟਾਇਲਟ ਸਾਫ਼ ਕੀਤੇ ਤੇ ਮਤਲਬ ਲੋਕੀ ਉੱਥੇ ਟਾਇਲਟ ਚਾਰ ਤੋਂ ਬਾਅਦ ਮੈਨੂੰ ਸਾਫ਼ ਕਰਨੇ ਪੜਦੇ ਸੀ ਤੇ ਮੈਨੂੰ ਬਹੁਤ ਹਾਰਡ ਮਤਲਬ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਜ਼ਿਆਦਾ ਮੇਰਾ ਵਰਕ ਤੋਂ ਲੈ ਕੇ ਮੇਰਾ ਡਾਊਨਫਾਲ ਉੱਥੇ ਆਇਆ ਸੀ ਵਰਕ ਨੂੰ ਲੈ ਕੇ ਮੇਰਾ ਡਾਊਨਫਾਲ ਉੱਥੇ ਆਇਆ ਸੀ ਕਿ ਵੀ ਇਹ ਸਭ ਕਰਨਾ ਪੜ ਰਿਹਾ ਮਤਲਬ ਮੈਂ ਇੰਡੀਆ ਤੋਂ ਬੈਚਲਰਸ ਕਰਕੇ ਆਈ ਸੀ ਦੇਖੋ ਹੈ ਨਾ ਮਤਲਬ ਕਿ ਜੋ ਇਮੇਜ ਬਣਾਈ ਹੋਈ ਸੀ ਉਹ ਕੀ ਸੀ ਕਿ ਇੱਥੇ ਆ ਕੇ ਪਤਾ ਹਾਂ ਮਤਲਬ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੱਥੇ ਆ ਕੇ ਬਾਥਰੂਮ ਤੱਕ ਸਾਫ਼ ਕਰਾਂਗੀ ਪਰ
ਕਰਨੇ ਪਏ। ਜਿਹੜਾ ਆ ਡਾਊਨਫਾਲ ਸੀਗਾ ਮਤਲਬ ਇਹਦੇ ਵਿੱਚ ਲਾਈਫ ਨੇ ਜੋ ਆ ਚੀਜ਼ ਕਰਾਤੀ, ਬੰਦਾ ਇੰਨਾ ਸਟਰੋਂਗ ਹੋਣ ਤੁਸੀਂ ਇਦਾਂ ਹੋ ਚੁੱਕੇ ਹੋ, ਤੁਸੀਂ ਤੁਹਾਨੂੰ ਜਿੱਥੇ ਮਰਜ਼ੀ ਜਾਏ ਹਾਂ ਵੀ ਮੈਂ ਸਰਵਾਈਵ ਕਰ ਜੂਗੀ ਜ਼ਿੰਦਗੀ, ਮੈਨੂੰ ਨਹੀਂ ਕੋਈ ਟੈਨਸ਼ਨ ਮੈਂ ਕੱਲੀ। ਤੇ ਮੈਨੂੰ ਲੱਗਦਾ ਹੁਣ ਜਿਹੜੇ ਜੋ ਵੀ ਕੁੜੀਆਂ ਆ ਮੁੰਡੇ ਕਲੀਨਿੰਗ ਜੌਬ ਕਰਦੇ ਆ ਨਾ, ਤੇ ਮੈਨੂੰ ਲੱਗਦਾ ਕਿ ਕੋਈ ਵੱਡੀ ਹੁਣ ਮੈਨੂੰ ਇਹ ਚੀਜ਼ ਸਮਝ ਆਉਂਦੀ ਹੈ ਕਿ ਵੀ ਵਧੀਆ ਕੋਈ ਇਦਾਂ ਨਹੀਂ ਹੈ, ਸਾਰੀ ਜੌਬਸ ਵਧੀਆ ਹੈ ਜਦ ਐਜ਼ ਲੌਂਗ ਐਜ਼ ਤੁਹਾਨੂੰ ਪੈਸੇ ਬਣ ਰਹੇ ਤੁਹਾਡੇ ਤੇ ਵੀ ਕਰੀ ਜਾਓ ਸਾਰੇ ਕੰਮ ਜੋ ਮਿਲਦਾ ਬਸ ਇਹ ਹੈ ਕੰਮ ਕਰੀ ਜਾਓ, ਇਹ ਨਾ ਦੇਖੋ ਕਿ ਉਹ ਨਹੀਂ ਵੀ ਕਿੰਨਾ ਕਿਆ ਕੀ ਪੇ ਰੇਟ ਹੈ ਕਿ ਕਿਉਂਕਿ ਇਸ ਟਾਈਮ ਇੰਨੀ ਜਨਤਾ ਇੱਥੇ ਮੂਵ ਹੋ ਚੁੱਕੀ ਹੈ ਤੇ ਮੈਨੂੰ ਲੱਗਦਾ ਕਿ ਜਿੱਥੇ ਵੀ ਜਿਹਨੂੰ ਕੰਮ ਮਿਲ ਰਿਹਾ ਨਾ ਕਰੀ ਜਾਓ ਆਪਣਾ। ਉਤੋਂ ਜਿੰਨਾ ਰੈਸੈਸ਼ਨ ਆਇਆ ਪਿਆ ਨਾ, ਜੋ ਮੂਵ ਚੱਲਦਾ ਪਿਆ ਵਾ, ਤੇ ਉਦੋਂ ਦਾ ਜੇ ਮਿਲ ਵੀ ਰਿਹਾ ਕੰਮ ਤਾਂ ਤੁਸੀਂ ਬੜੇ ਲੱਕੀ ਹੋ। ਉਸ ਤੋਂ ਜਦੋਂ ਤੁਸੀਂ ਰੈਸਟੋਰੈਂਟ ਕਰਦੇ ਪਏ ਸੀ, ਤੁਹਾਡਾ ਜੋਬ ਆਲਰੇਡੀ ਕੰਪਲੀਟ ਹੋ ਗਿਆ, ਦੈਨ ਆਫਟਰ ਤੇ ਫਿਰ ਕਿੱਦਾਂ ਮਤਲਬ ਕੀ ਡਿਸਾਈਡ ਕੀਤਾ ਕਿ ਕਿੰਨੀ ਟੀਆਰ ਰਹਿ ਗਈ, ਪਿੱਛੇ ਕੀ ਰਹਿ ਗਈ? ਫਿਰ ਮੇਰੀ ਰਹੀ ਉਦੋਂ ਵੀ ਮੇਰੀ 2 ਸਾਲ ਦੀ ਟੀਆਰ ਆਈ ਸੀ, ਕਿਉਂਕਿ ਉਦੋਂ ਕੋਵਿਡ ਟਾਈਮ 'ਚ ਨਾ ਇਹਨਾਂ ਨੇ ਕਿਹਾ ਸੀ 2 ਸਾਲ ਦੀ ਟੀਆਰ ਦੇਣਗੇ, ਤੇ ਚਲੋ ਉਹ ਵੀ ਲੱਕੀ ਮੇਰੇ ਲਈ ਵਧੀਆ ਹੋਇਆ। 2 ਸਾਲ ਦੀ ਮੇਰੀ ਟੀਆਰ ਆਈ। ਮੈਂ ਸਾਲ ਇੱਕ ਨੂੰ ਮੇਰੀ ਹਜੇ 1 ਸਾਲ ਕੁਛ ਮਹੀਨੇ ਦੀ ਟੀਆਰ ਪਈ ਸੀ, ਕਿਉਂਕਿ ਮੇਰੀ ਟੀਆਰ ਵੀ ਲੇਟ ਆਈ ਤੇ ਉਹ ਮੇਰਾ ਟਾਈਮ ਕਵਰ ਹੋ ਗਿਆ। ਲਾ ਲਓ ਮੇਰੇ ਕੋਲ 2.5 ਸਾਲ ਸੀਗੇ ਟੋਟਲ BTR ਤੇ ਮਿਲਾ ਕੇ, ਮੇਰੇ ਫਿਰ ਵੀ ਪਿਛੇ 1.5 ਸਾਲ ਪਿਆ ਸੀ। ਮੈਂ ਜੀ ਕੁਕਰੀ ਕਰਕੇ ਆਪਣੀ ਲਾਤੀ ਫਾਈਲ PR ਦੀ। ਉਦੋਂ ਮੈਨੂੰ ਹੋਇਆ ਕਿ ਲੈ ਯਾਰ ਮੈਂ ਤੇ PR ਹੋ ਗਈ, ਮੈਂ ਤੇ ਟੋਟਲ ਲਾ ਲੂ 4 ਸਾਲਾਂ ਦੀ PR ਹੋ ਜਾਣਾ, ਇਹ ਤਾਂ ਬੜਾ ਵਧੀਆ ਹੈ। ਫਿਰ ਫਾਈਲ ਲਾਤੀ ਐਡੀਲੇਡ 'ਚ, ਉੱਥੇ ਉਦੋਂ ਤੱਕ ਜਦੋਂ ਤੱਕ ਮੇਰੀ ਸਾਰਾ ਕੁਝ ਕਰਕੇ ਖਤਮ ਹੋਇਆ, ਉੱਥੇ 50,000 ਸ਼ੈਫ, 50,000 ਸ਼ੈਫ ਅੱਜ ਵੀ ਐਡੀਲੇਡ। ਮਤਲਬ ਕਹਿਣਾ ਕਿ ਵੀ ਇੰਨੀ ਮਾੜੀ ਕਿਸਮਤ ਕਿ ਕਿਉਂਕਿ ਉਦੋਂ ਜਦੋਂ ਟ੍ਰੈਂਡ ਚੱਲਿਆ ਤੇ ਏਜੰਟਾਂ ਨੇ ਸਭ ਨੇ ਸਾਰੇ ਕੁਕਰੀ ਲਿਓ ਜੀ ਕੁਕਰੀ, ਉਦੋਂ ਕੋਈ ਵੀ ਆ ਇੰਡੀਆ ਤੋਂ ਆਏ, ਕੋਈ ਇੱਥੋਂ ਨੂੰ ਚੇਂਜ ਕਰਾਵੇ, ਕੋਈ ਹੋਰ ਸਟੇਟ ਤੋਂ ਮੂਵ ਹੋ ਰਿਹਾ, ਹਰ ਕਿਸੇ ਨੂੰ ਕੁਕਰੀ 'ਚ ਵਾੜਤਾ ਤੇ 3 ਸਾਲ ਬਾਅਦ ਕੁਕਰੀ ਦਾ ਬੇੜਾ ਗਰਕ ਕਰਤਾ। ਉਦੋਂ ਜਾ ਇੰਨਾ ਸੀਟਾਂ ਨਹੀਂ, 2,000 ਸੀਟਾਂ ਹੋਣੀਆਂ, 2000 ਉਹ ਵੀ ਇਕੱਲੀ ਕੁਕਰੀ ਦੀ ਥੋੜੀ, ਤੇ ਸਾਰਿਆਂ ਨੂੰ ਦੇਣੀ ਆ ਐਡੀਲੇਡ 'ਚ, ਕਿੱਥੋਂ ਲੈਣੀ? ਮੈਂ ਫਿਰ ਵੀ ਹੌਸਲਾ ਕਰਕੇ ਪਾਤੀ ਵੀ ਕੋਈ ਨਹੀਂ, ਕਿਸਮਤ ਵਧੀਆ ਕੀ ਪਤਾ ਨਿਕਲ ਜਾਏ। ਇਹ ਜੀ ਉਹ ਤੋਂ ਬਾਅਦ ਮੈਂ ਆਪਣਾ ਚਲੋ ਜੋਬ ਰੈਡੀ ਹੋ ਗਿਆ। ਫਿਰ ਮੈਨੂੰ ਨਾ ਕੁਛ ਟਾਈਮ ਬਾਅਦ ਨਾ ਹੁੰਦਾ ਹੈ ਮੈਂ ਜੋਬ ਚੇਂਜ ਕਰਨੀ ਹੈ। ਮੈਨੂੰ ਕੁਛ ਟਾਈਮ ਬਾਅਦ ਨਾ ਬੜਾ ਹੋ ਜਾਂਦਾ ਕਿ ਇੱਕ ਭਾਵੇਂ ਮੈਂ ਪੰਪ ਤੇ ਹੀ ਰਵਾਂ, ਪਰ ਮੈਨੂੰ ਹੋ ਜਾਂਦਾ ਇੱਕ ਕੰਮ ਤੇ ਮੈਂ ਬੜੀ ਛੇਤੀ ਪੂਰ ਹੋ ਜਾਂਦੀ ਹੈ। ਮੈਂ ਫਿਰ ਬਣਵਾਇਆ ਸਿਕਿਉਰਿਟੀ ਦਾ ਲਾਇਸੈਂਸ। ਹਾਂ, ਉਦੋਂ ਕੁੜੀਆਂ ਕੋਈ ਸਿਕਿਉਰਿਟੀ ਨਹੀਂ ਕਰਦੀ, ਉਦੋਂ ਮੈਨੂੰ ਪਤਾ ਨਹੀਂ ਕੀ ਹੋਇਆ, ਸਿਕਿਉਰਿਟੀ ਦਾ ਲਾਇਸੈਂਸ ਬਣਵਾਉਣਾ। ਦੇਖਿਆ ਕਿਸੇ ਨੂੰ ਜਾਂ ਆਪ ਹੀ? ਮੈਂ ਮਤਲਬ ਪਤਾ ਨਹੀਂ, ਮੈਂ ਜਿੱਥੇ ਪੰਪ ਤੇ ਕੰਮ ਕਰਦੀ ਸੀ ਨਾ, ਉੱਥੇ ਸਿਕਿਉਰਿਟੀ ਖੜੀ ਹੁੰਦੀ ਸੀ ਅੱਗੇ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਹਿਸਾਬ ਕਿਤਾਬ ਹੈ ਇਹਦਾ। ਉਹ ਕਹਿੰਦੇ ਜੀ ਇੱਦਾਂ ਦਾ ਕਰਕੇ ਹਫ਼ਤੇ ਦਾ ਕੋਰਸ ਹੈ, ਉਹ ਕਰਨਾ ਤੁਸੀਂ, ਫਿਰ ਤੁਹਾਨੂੰ ਸਰਟੀਫਿਕੇਟ ਮਿਲ ਜਾਣਾ, ਉਹ ਤੁਸੀਂ ਆਫਿਸ ਲੈ ਕੇ ਜਾਣਾ, ਉਹਨੇ ਆਫਿਸ ਦੱਸਦਾ ਵੀ ਉੱਥੇ ਤੁਹਾਡੇ ਫਿੰਗਰਪ੍ਰਿੰਟ ਹੋਣੇ ਆ, ਮੈਡੀਕਲ ਹੋਣਾ ਹੈ, ਇਸ ਕਰਾ ਕੇ ਵੀ ਮਹੀਨੇ ਦਾ ਕੰਮ ਹੈ ਹੋ ਜਾਣਾ। ਇੰਡੀਆ ਦਾ ਪੁਲਿਸ ਚੈੱਕ ਚਾਹੀਦਾ। ਮੈਂ ਕਿਹਾ ਠੀਕ ਹੈ, ਤੇ ਈਜ਼ੀ ਹੈ ਕੰਮ, ਹੈ ਨਾ। ਉਹਨਾਂ ਨੇ ਕਿਹਾ, ਮੈਂ ਪੈਸੇ ਪੁੱਛੇ ਕਿੰਨੇ ਲੱਗਣੇ, ਉਹ ਕਹਿੰਦੇ $2,000 ਲੱਗਣਾ। ਮੈਂ ਕਿਹਾ ਚਲ ਕੋਈ ਨਹੀਂ, ਜੋੜ ਜਾੜ ਕੇ ਮੈਂ ਕਰਾ ਕੇ ਆਪਣਾ ਬਣਵਾ ਲਿਆ ਲਾਇਸੈਂਸ। ਮੇਰਾ ਲਾਇਸੈਂਸ ਵੀ ਆ ਗਿਆ। ਹੁਣ ਸਿਕਿਉਰਿਟੀ ਦਾ ਕੰਮ ਕਰਨਾ, ਹੁਣ ਕੰਮ ਲੱਭੀਏ ਕਿੱਥੇ। ਚਲੋ ਮੁੰਡੇ ਨੇ ਮੈਨੂੰ ਥੋੜੇ ਕੰਟੈਕਟਸ ਦਿੱਤੇ। ਮੈਂ ਪਹਿਲੀ ਸਿਕਿਉਰਿਟੀ ਦੀ ਸ਼ਿਫਟ ਮੈਨੂੰ ਅੱਜ ਵੀ ਯਾਦ ਹੈ, ਮੈਂ ਲਾਈ ਕੋਲਸ ਦੀ ਸਿਕਿਉਰਿਟੀ ਹੈ। ਮੈਂ ਆਪ ਏਡੇ ਕਿਉਂ ਤੇ ਮੈਨੂੰ ਨਾ, ਮੈਂ ਜਦੋਂ ਘਰੇ ਦੱਸਿਆ ਮੈਂ ਆਪਣੇ ਭਰਾ ਨੂੰ ਵੀ ਮੈਂ ਸਿਕਿਉਰਿਟੀ ਤੇ ਚੱਲੀ ਆ, ਉਹ ਮੈਨੂੰ ਕਹਿੰਦਾ ਕਿ ਤੇਰੀ ਨਾ ਸਿਕਿਉਰਿਟੀ ਕਰਨੀ ਪੈ ਜੇ। ਪਰ ਮੈਂ ਕਿਹਾ ਨਹੀਂ ਮੈਂ ਕਰੂੰਗੀ ਸਿਕਿਉਰਿਟੀ, ਹੈ ਨਾ, ਵੀ ਟੈਨਸ਼ਨ ਨਹੀਂ। ਤੇ ਜੀ ਮੈਂ ਗਈ ਸਿਕਿਉਰਿਟੀ ਤੇ, ਮੈਨੂੰ ਬੜਾ ਵਧੀਆ ਲੱਗਿਆ। ਇੱਕ ਤਾਂ ਪਹਿਲਾਂ ਹੁੰਦਾ ਹੀ ਹੈ ਕਿ ਇੱਥੇ ਮਤਲਬ ਇੰਡੀਆ ਭਾਵੇਂ ਇਹਨੂੰ ਅਜੇ ਵੀ ਚੌਕੀਦਾਰ ਕਹੇ ਜਾਂ ਕੁਛ ਕਹੇ, ਪਰ ਤੁਹਾਨੂੰ ਪਤਾ ਇੱਥੇ ਤਾਂ ਸਿਕਿਉਰਿਟੀ ਦਾ ਬੜਾ ਅਲੱਗ ਹੀ ਇੱਕ ਉਹ ਹੈਗਾ, ਸਟੈਂਡਰਡ ਹੈ। ਹਾਂ, ਮੈਂ ਆਪਣੀ ਪੰਪ 'ਚ ਮੈਂ ਆਪ ਹੀ, ਹੈ ਨਾ। ਤੇ ਫਿਰ ਸਿਕਿਉਰਿਟੀ ਗਈ, ਮੇਰੀ ਪਹਿਲੀ ਜੋਬ ਕੋਲਸ 'ਚ ਕੀਤੀ, ਬੜਾ ਵਧੀਆ ਲੱਗਿਆ ਪਹਿਲਾਂ ਕਰਕੇ। ਉੱਥੇ ਮਤਲਬ ਸਾਰੇ ਅੱਛਾ ਯੂਜ਼ ਸਿਕਿਉਰਿਟੀ ਹਾਂਜੀ ਵੀ ਤੁਸੀਂ ਇਹ ਦੇਖਣਾ ਹੈ, ਕੋਈ ਸ਼ੌਪਲਿਫਟਿੰਗ ਨਾ ਕਰੇ, ਸਮਾਨ ਨਾ ਲੈ ਕੇ ਜਾਏ। ਤੇ ਵਧੀਆ 4 ਘੰਟੇ ਦੀ ਜੋਬ ਸੀਗੀ, ਮੈਂ ਕਰਕੇ ਆਈ ਤੇ ਬੜੀ ਖੁਸ਼। ਫਿਰ ਹੌਲੀ ਕੰਟੈਕਟਸ ਬਣੇ ਤੇ ਮੈਂ ਕੀਤੀ ਸਿਕਿਉਰਿਟੀ ਹਸਪੀਟਲ 'ਚ। ਜਿਵੇਂ ਇੱਥੇ ਹੈ ਪੇਸ਼ੈਂਟ ਮਾਈਂਡਿੰਗ ਹੁੰਦੀ ਹੈ ਐਡੀਲੇਡ, ਤੁਹਾਨੂੰ ਪਤਾ ਹੋਣਾ ਸ਼ਾਇਦ, ਇੱਥੇ ਵੀ ਤਸਮਾਨੀਆ ਐਡੀਲੇਡ ਪੇਸ਼ੈਂਟ ਮਾਈਂਡਿੰਗ ਹੁੰਦੀ ਹੈ ਹਸਪੀਟਲ 'ਚ। ਜਿਵੇਂ ਕੋਈ ਪੇਸ਼ੈਂਟਸ ਦੇ ਕੋਈ ਜੇਲ੍ਹ 'ਚ ਉਹ ਪੇਸ਼ੈਂਟ ਜਿਹਨੂੰ ਟ੍ਰੀਟ ਕਰਨਾ ਹਸਪੀਟਲ 'ਚ, ਉੱਥੇ ਸਿਕਿਉਰਿਟੀ ਲਾ ਦਿੰਦੇ ਬੱਚੇ ਨਾਲ, ਜਾਂ ਕਿਸੇ ਦਾ ਖਤਰਾ ਹੈ ਕਿ ਆਪਣੇ ਆਪ ਨੂੰ ਹਾਰਮ ਕਰ ਸਕਦਾ, ਤੇ ਉਹਦੀ ਆਪਾਂ ਸਿਕਿਉਰਿਟੀ ਮੈਂ ਉਹ 1 ਸਾਲ ਕੀਤੀ। ਉਹ ਬੜਾ ਵਧੀਆ ਸਿਕਿਉਰਿਟੀ ਸੀ। 1 ਸਾਲ
ਉਦੋਂ ਮੈਂ ਫੁੱਲ ਟਾਈਮ ਹੋ ਗਈ ਸੀ Full time, ਕਿਉਂਕਿ ਮੈਂ TR ਤੇ ਫੁੱਲ ਟਾਈਮ ਹੋ ਗਈ ਤੇ ਮੇਰੇ ਕੋਲ ਬੜਾ ਮੈਂ ਜਿੰਨਾ ਮਰਜ਼ੀ ਕੰਮ ਮਤਲਬ ਅਸਲ ਮਜ਼ਾ ਤਾਂ ਉਦੋਂ ਆਇਆ ਜਦੋਂ ਫੁੱਲ ਟਾਈਮ ਮੈਨੂੰ ਲੱਗਦਾ ਇਹਨਾਂ ਨੂੰ ਡਾਲਰ ਵੀ ਬੰਦੇ ਪਏ ਆ ਉਦੋਂ ਘੋੜਾ ਤਾਂ ਚੱਲਣਾ ਇੰਨਾ ਯਾਰ ਕੰਮ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਐ ਲੱਗਦਾ ਹੈ ਮੈਂ ਆਪਣੇ ਆਪ ਤੇ ਇਹ ਚੀਜ਼ ਤੇ ਬੜੇ ਪ੍ਰਾਊਡ ਹੈ ਕੁੜੀ ਹੋ ਕੇ ਮੈਂ ਬਹੁਤ ਕੰਮ ਕੀਤਾ ਹੈ ਕਿ ਮੇਰੀ ਫਰੈਂਡਸ ਨਹੀਂ ਕਰਦੀਆਂ ਸੀ ਪਰ ਉਹ ਮੈਨੂੰ ਕਹਿੰਦੀ ਉਹ ਕਹਿੰਦੀ ਸੀ ਵੀ ਤੂੰ ਕਿਉਂ ਇੰਨਾ ਕਰਦੀ ਹੈ ਮੈਨੂੰ ਪਤਾ ਨਹੀਂ TR ਫੁੱਲ ਜਦੋਂ ਵਰਗਿਆ ਮੈਨੂੰ ਬੜਾ ਹੀ ਵਧੀਆ ਲੱਗਣ ਲੱਗਿਆ ਕੰਮ ਕਰਨਾ ਨਾ ਉਦੋਂ ਮਿਲਿਆ ਵੀ ਗਿਆ ਕੰਮ ਫਿਰ ਮੈਂ ਸਿਕਿਉਰਿਟੀ ਕੀਤੀ ਇੱਕ ਹੋਰ ਜਗ੍ਹਾ ਕਲੱਬ 'ਚ ਓਕੇ ਹਾਂ ਉਹ ਇੱਕ ਨਵਾਂ ਐਕਸਪੀਰੀਅੰਸ ਸੀਗਾ ਮੇਰੇ ਲਈ ਕਲੱਬ 'ਚ ਐਜ਼ ਅ ਬਾਉਂਸਰ ਅੱਛਾ ਹਾਂ ਐਜ਼ ਅ ਬਾਉਂਸਰ ਮੈਂ ਜੌਬ ਕੀਤੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਐਜ਼ ਅ ਬਾਉਂਸਰ ਤੁਸੀਂ ਕਲੱਬ 'ਚ ਕਰਨਾ ਤੇ ਮੈਂ ਆਪਣੇ ਆਪ ਨੂੰ ਦੇਖੀ ਮੈਂ ਕੀ ਮੈਂ ਹੋਰ ਪਿੱਟ ਆ ਕੇ ਉੱਥੇ ਆਣਾ ਜਾਵਾਂ ਵੀ ਕਲੱਬ 'ਚ ਤਾਂ ਤੈਨੂੰ ਪਤਾ ਗੋਰੇ ਏਡੇ ਵਿਸ਼ੇਸ਼ੇ ਪੁੱਟੀ ਗੋਰੇ ਹੁੰਦੇ ਆ ਵੀ ਕੀ ਕਰਾਂਗੇ ਪਰ ਚਲੋ ਮੇਰਾ ਸੁਪਰਵਾਈਜ਼ਰ ਬਹੁਤ ਵਧੀਆ ਸੀ ਉਹ ਗੋਰਾ ਸੀ ਉਹਨੇ ਮੈਨੂੰ ਫਰੰਟ ਤੇ ਰੱਖ ਲਿਆ ਜਿਵੇਂ ਐਜ਼ ਅ ਐਂਟਰੈਂਸ ਤੇ ਆਪਣੇ ਨਾਲ ਉਹ ਕਹਿੰਦਾ ਤੂੰ ਐ ਡਿਊਟੀ ਚੈੱਕ ਕਰਿਆ ਕਰ ਤੇ ਮੈਂ 3 ਸਾਲ ਉੱਥੇ ਕੀਤਾ ਮਤਲਬ ਸਿਕਿਉਰਿਟੀ ਮੈਨੂੰ ਇੱਕ ਮੇਰੀ ਜੌਬ ਸੀ ਜਿਹੜਾ ਮੈਨੂੰ ਬੜੀ ਸਪੋਰਟ ਮਿਲਿਆ ਉਹ ਮੈਂ ਜ਼ਰੂਰ ਸਿਕਿਉਰਿਟੀ ਕਰਦੀ ਰਹੀ ਪਰ ਜਿਵੇਂ ਮੈਂ ਜਦੋਂ 1 ਸਾਲ 6 ਮਹੀਨੇ ਕੀਤੀ ਹਸਪੀਟਲ ਜੌਬ ਫਿਰ ਮੈਨੂੰ ਕੀੜਾ ਹੋਇਆ ਮੈਂ ਦੁਬਾਰਾ ਪੰਪ ਤੇ ਜਾਣਾ ਫਿਰ ਮੈਂ ਪੰਪ ਤੇ ਆ ਗਈ ਮਤਲਬ ਮੈਨੂੰ ਕੁਝ ਟਾਈਮ ਬਾਅਦ ਹੁੰਦਾ ਰਹਿੰਦਾ ਕਿ ਮੈਨੂੰ ਕੁਝ ਚੇਂਜ ਕਰਨਾ ਸਿੱਖਣਾ ਜੇ ਇੱਕਦਮ ਜਾਈ ਜਾਂਦੇ ਫਿਰ ਤਾਂ ਰੋਜ਼ ਦੀ ਰੂਟੀਨ ਬੰਦਾ ਬਹੁਤ ਹੋ ਜਾਂਦਾ ਨਹੀਂ ਮੈਂ ਰੂਟੀਨ ਮੈਂ ਹੁਣ ਤੁਸੀਂ ਦੇਖ ਲਓ ਮੈਂ ਆਸਟ੍ਰੇਲੀਆ 'ਚ ਜਿੰਨੇ ਵੀ ਪੰਪ ਦੀ ਕੰਪਨੀਆਂ ਨਾ ਮੈਂ ਆਲਮੋਸਟ ਸਭ ਤੇ ਕੱਲ ਪੰਪ ਖੋਲਣ ਤਾਂ ਨਹੀਂ ਪਲਾਨ ਮੇਰਾ ਸੀਗਾ ਬਟ ਫਿਰ ਹੁਣ ਪਤਾ ਲੱਗਦਾ ਕਿ ਉਦੋਂ ਥੋੜਾ ਬੱਚਾ ਦਿਮਾਗ ਸੀ ਉਦੋਂ ਸੋਚਦਾ ਸੀ ਮੈਂ ਆਪਣਾ ਪੰਪ ਖੋਲ ਲਾਂਗੀ ਹੁਣ ਪਤਾ ਲੱਗਦਾ ਪੰਪ ਖੋਲਣੇ ਸੌਖੇ ਨਹੀਂ ਪੰਪ ਤੇ ਬਹੁਤ ਪੈਸੇ ਲੱਗਦੇ ਆ ਤੇ ਨਾਲੇ ਬਹੁਤ ਸਿਰਦਰਦੀ ਹੈ ਕਮਾਈ ਨਹੀਂ ਹੈਗੀ ਹੁਣ ਗਲੀ ਤੋਂ ਗਲੀਆਂ ਨੁੱਕੜਾਂ ਤੇ ਪੰਪ ਖੋਲੇ ਪਏ ਤੇ ਫਿਰ ਕੀ ਕਰਾਂ 2000% ਉੱਥੇ ਕਿੱਥੇ ਜਾਣਾ ਹੁਣ ਮੇਰੇ ਹੱਥ ਖੜੇ ਹੈ ਜਦੋਂ PR ਆਈ ਤੇ ਉਦੋਂ ਬਾਅਦ ਪਹਿਲਾਂ ਮੈਂ ਇੰਡੀਆ ਜਾਊਂਗੀ ਕੁਝ ਟਾਈਮ ਲਈ ਆਪਣਾ ਚੇਂਜ ਹੈ ਨਾ ਬੜਾ ਚੇਂਜ ਬਹੁਤ ਸਟਰਗਲ ਲਾਈਫ ਤੇ ਚੱਲਦੀ ਜਾਂਦਾ ਤੇ ਹੁਣ ਥੋੜਾ ਜਿਹਾ ਆਪਣੇ ਆਪ ਨੂੰ ਸੈੱਟ ਕਰਕੇ ਫਿਰ ਦੇਖਾਂਗੇ ਤੇ ਫਿਰ ਹੁਣ 40,000 ਫਾਈਲਾਂ ਲੱਗੀਆਂ ਸੀ ਤੇ ਫਿਰ ਕੀ ਬਣਿਆ ਫਿਰ ਸਾਲ ਬਾਅਦ ਨੌਨ ਇਨਵਾਈਟ ਆ ਰਿਜੈਕਟ ਕਰਤੀ ਮੇਰੀ ਫਾਈਲ ਕਿਉਂ ਉਹ ਕਹਿੰਦੇ ਵੀ ਬਸ ਉਦੋਂ ਐਡਿਲੇਟ ਹੁਣ ਇਦਾਂ ਹੋ ਗਿਆ ਮਤਲਬ ਨਹੀਂ ਉਹਨਾਂ ਨੇ ਪਤਾ ਕੀ ਹੋਇਆ ਸੀ ਹੁਣ ਸਰਕਾਰ ਕੋਲ ਇੰਨੀ ਫਾਈਲ ਹੋ ਗਈ ਉਹਨਾਂ ਨੇ ਕੀ ਕੀਤਾ ਰੈਂਡਮ ਫਾਈਲਾਂ ਪਿਕ ਕਰਦੇ ਸੀ ਰਿਜੈਕਟ ਕਰ ਦਿੰਦੇ ਸੀ ਵਿਦਆਊਟ ਐਨੀ ਰੀਜ਼ਨ ਬਸ ਉਹਨਾਂ ਨੇ ਸਿੱਧਾ ਲਿਖਣਾ ਵੀ ਸਾਊਥ ਆਸਟ੍ਰੇਲੀਆ ਵਿਲ ਨਾਟ ਇਨਵਾਈਟ ਯੂ ਮਤਲਬ ਮੈਂ ਸਿੰਪਲ ਭਾਸ਼ਾ 'ਚ ਕਰਦੀ ਕਿ ਵੀ ਸਾਊਥ ਆਸਟ੍ਰੇਲੀਆ ਨੇ ਤੁਹਾਨੂੰ PR ਨਹੀਂ ਦੇਣੀ ਸਿੰਪਲ ਮਤਲਬ ਲਿਖ ਕੇ ਮੇਲ ਆ ਜਾਂਦੀ ਹੈ ਤੇ ਤੁਸੀਂ ਉਹਨੂੰ ਕੋਈ ਕੁਐਸਚਨ ਨਹੀਂ ਕਰ ਸਕਦੇ ਤੁਸੀਂ ਮੈਨੂੰ ਆਪਣੇ ਵੱਲੋਂ ਜਦੋਂ ਮੈਂ ਫਾਈਲ ਲਾਈ ਮੈਨੂੰ ਸੀਗਾ ਮੈਂ PR ਸਾਲ ਬਾਅਦ ਦੇਖੋ ਇਹ ਹੋ ਗਿਆ ਮੇਰਾ ਸਾਲ ਬਾਅਦ ਮੈਨੂੰ ਆਇਆ ਵੀ ਬੰਦਾ ਟੁੱਟੇ ਜਾਂਦਾ ਉਦੋਂ TR ਵੀ ਨਹੀਂ ਰਹੀ ਸਾਲ ਦੇ TR ਹੈ ਮੈਂ ਮੈਨੂੰ ਸਮਝਣਾ ਹੈ ਕਿ ਮੈਂ ਕੀ ਕਰਾਂ ਇਹ ਹੋ ਹੀ ਗਿਆ ਮੇਰੇ ਨਾਲ ਮੈਂ ਉਹ ਏਜੰਟ ਕੋਲ ਗਈ ਫਿਰ ਉਦੋਂ ਦਾ ਏਜੰਟ ਵੀ ਹੱਥ ਖੜੇ ਕਰ ਦਿੰਦੇ ਭਾਵੇਂ ਉੱਥੇ ਹੀ ਸੀਗਾ ਪਰ ਅਗਲਾ ਕਹਿੰਦਾ ਕਿ ਵੀ ਮੈਂ ਕੀ ਕਰਾਂ ਵੀ ਦੇਖੋ ਜੀ ਉਹ ਤਾਂ ਕਹਿੰਦਾ ਜੇ ਡਿਪਾਰਟਮੈਂਟ ਨੇ ਰੂਲਸ ਚੇਂਜ ਕਰਤੇ ਇਸ 'ਚ ਮੈਂ ਕੀ ਕਰ ਸਕਦਾ ਜਦੋਂ ਮੈਂ ਤੁਹਾਨੂੰ ਕੁਕਰੀ ਦਵਾਈ ਸੀ ਉਦੋਂ ਜੋ ਰੂਲ ਸੀਗੇ ਮੈਂ ਤਾਂ ਉਹਦੇ ਅਕੋਰਡਿੰਗ ਦਵਾਤੀ ਹੁਣ ਡਿਪਾਰਟਮੈਂਟ ਨੇ ਆਨਲਾਈਨ ਔਰ ਸਾਈਟ ਤੇ ਰੂਲਸ ਚੇਂਜ ਕਰਤੇ ਤਾਂ ਮੈਂ ਕੀ ਕਰ ਸਕਦਾ ਹੁਣ ਉਹਨੂੰ ਕੀ ਕਹਾਂ ਹੁਣ ਤੁਹਾਨੂੰ ਪਤਾ ਆਪਾਂ ਕੁਝ ਨਹੀਂ ਕਿਸੇ ਨੂੰ ਕਹਿ ਸਕਦੇ ਇੱਥੇ ਮਤਲਬ ਮੈਂ ਚਾਹੇ ਸਾਲ ਬਾਅਦ ਵੀ ਮੈਂ ਇਦਾਂ ਹੀ ਸੀ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਪਾਈ ਕਿ ਮੈਂ ਕਿਸ ਨੂੰ ਜਵਾਬ ਦੇਵਾਂ ਮੈਂ ਕਿਹਨੂੰ ਕਹਾਂ ਵੀ ਤੇਰੀ ਗਲਤੀ ਹੈ ਕਿਸੇ ਦੀ ਵੀ ਗਲਤੀ ਨਹੀਂ ਸੀ ਫਿਰ ਉਹ ਬੜਾ PR ਪੁਆਇੰਟ ਆਫ ਵਿਊ ਤੇ ਮੈਨੂੰ ਉਦੋਂ ਬੜਾ ਧੱਕਾ ਲੱਗਿਆ ਕਿ ਵੀ ਮੈਨੂੰ ਸੀਗਾ ਸੱਚੀ ਮੈਂ PR ਹੋਈ ਹੈ ਪਰ ਉਦੋਂ ਫਿਰ ਮੈਨੂੰ ਬੜਾ ਇੱਕ ਸ਼ੌਕ ਲੱਗਿਆ ਕਿ ਫਿਰ ਕੀ ਕੀਤਾ ਗਿਆ ਫਿਰ ਜੀ ਮੈਂ ਫਿਰ ਆਪਣੇ ਆਪ ਨੂੰ ਸੰਭਾਲਿਆ ਮੈਂ ਕਿਹਾ ਕੋਈ ਨਹੀਂ ਇਹ ਤੇ ਚਲੋ ਮੈਂ ਕਰੀ ਵੀ ਦੱਸੀ ਗੱਲ ਹੈ ਨਾ ਕਰਦੇ ਨੇ ਬੜਾ ਸਪੋਰਟ ਕੀਤਾ ਕੋਈ ਗੱਲ ਨਹੀਂ ਹਜੇ ਤੈਨੂੰ 4 ਹੀ ਸਾਲ ਹੋਏ 4.5 ਸਾਲ ਕਿ ਹਜੇ ਕੁਝ ਨਹੀਂ ਹੋਇਆ ਲੋਕਾਂ ਨੂੰ ਆਸਟ੍ਰੇਲੀਆ 7-7 8-8 ਸਾਲ ਲੱਗ ਜਾਂਦੇ ਆ ਵੀ ਤੂੰ ਈਜ਼ੀ ਇੱਥੇ 7-8 ਸਾਲ ਬੜੇ ਈਜ਼ੀ ਅੱਜ ਦੇ ਟਾਈਮ 'ਚ ਜਿਹੜਾ 7-8 ਚ ਲੈ ਗਿਆ ਹਾਂ ਵੀ ਬੜਾ ਵਧੀਆ 10-10 ਸਾਲ ਲੋਕਾਂ ਨੂੰ ਪ੍ਰੋਪਰ ਸਿਟੀਜ਼ਨਸ਼ਿਪ ਲੈਂਦੇ 10-11 ਸਾਲ ਤੇ ਮਿਨੀਮਮ ਹੈ ਉਹ ਕਹਿੰਦੇ ਕੁਝ ਕੋਈ ਟਾਈਮ ਨਹੀਂ ਹਜੇ ਵੀ ਤੇਰੇ ਕੋਲ TR ਪਈ ਹੈ ਕੁਝ ਦੇਖ ਹੈ ਨਾ ਮੈਂ ਜੀ ਫਿਰ ਏਜੰਟ ਕੋਲ ਗਈ ਫਿਰ ਉਹਨੇ ਮੈਨੂੰ ਦੱਸਿਆ ਕਿ ਚਲ ਕੋਈ ਨਹੀਂ ਜੋ ਹੋ ਗਿਆ ਤੂੰ ਲੈ ਲੈ ਆਪਣਾ अर्ली ਚਾਈਲਡਹੁੱਡ ਟੀਚਰ ਫਿਰ ਸਟੱਡੀ ਕੀਤੀ ਉਦੋਂ ਪਤਾ ਹੀ ਨਹੀਂ अर्ली ਚ ਸਭ ਤੋਂ ਪਹਿਲਾਂ ਪਤਾ ਹੀ ਨਹੀਂ अर्ली ਚਾਈਲਡਹੁੱਡ ਸੀਗਾ ਕੀ ਹਾਂ ਉਹਨੇ ਕਿਹਾ ਲੈ ਲਈ ਤੁਸੀਂ ਕਿਹਾ ਚਲ ਠੀਕ ਹੈ ਨਾ ਮੈਂ ਪੁੱਛਿਆ ਫਿਰ ਉਹਨੂੰ
ਵੀ ਇਹ ਕੀ ਹੈ ਅਰਲੀ ਚਾਈਲਡਹੂਡ ਟੀਚਰ। ਉਹ ਕਹਿੰਦਾ ਵੀ ਇਦਾਂ ਦੀ ਜਿਵੇਂ ਬੱਚਿਆਂ ਦੀ ਜਿਵੇਂ ਡੇ ਕੇਅਰ ਇੱਥੇ ਉਹਦੀ ਟੀਚਰ ਹੁੰਦੀ ਹੈ ਤੇ ਉਹ ਬੜੀ ਪ੍ਰਾਇੋਰਟੀ ਲਿਸਟ 'ਚ ਹੈ ਇਹਨਾਂ ਦੀ ਐਂਡ ਵੀ ਇਹਦੀ ਬੜੀ ਸ਼ਾਰਟੇਜ ਹੈ ਇੱਥੇ। ਉਹਨੇ ਮੈਨੂੰ ਕਿਹਾ ਜਾਂ ਤਾਂ ਤੁਸੀਂ ਨਰਸਿੰਗ ਕਰ ਲਓ। ਫਿਰ ਨਰਸਿੰਗ ਤਾਂ ਮੈਨੂੰ ਮਿਲਣੀ ਨਹੀਂ ਸੀ ਕਿਉਂਕਿ ਨਰਸਿੰਗ ਦਾ ਮੈਨੂੰ ਕੋਈ ਬੈਕਗ੍ਰਾਉਂਡ ਨਹੀਂ, ਮੇਰਾ ਕੁਝ ਨਹੀਂ, ਤੇ ਮੈਨੂੰ ਨਰਸਿੰਗ ਮਿਲਣੀ ਨਹੀਂ ਸੀ। ਉਹ ਕਹਿੰਦਾ ਤੁਸੀਂ ਇਦਾਂ ਕਰੋ, ਤੁਸੀਂ ਮੇਰੀ ਸਲਾਹ ਮੰਨੋ, ਤੁਸੀਂ ਅਰਲੀ ਚਾਈਲਡਹੂਡ ਕਰ ਲਓ, 1 ਸਾਲ ਦਾ ਕੋਰਸ ਹੈ। ਸਾਲ ਦੀ ਟੀਆਰ ਸੀ ਤੇ 1 ਸਾਲ 2 ਮਹੀਨੇ ਦੀ ਟੀਆਰ। ਉਹ ਕਹਿੰਦਾ 11 ਮਹੀਨੇ 'ਚ ਤੁਹਾਡਾ ਕੋਰਸ ਹੋ ਜਾਣਾ, ਦਾਦਾ ਪਿੱਛੇ 3 ਮਹੀਨੇ ਦਾ ਹਜੇ ਰਹਿ ਜਾਣਾ ਹੈ ਤੇ ਫਿਰ ਹੋਪ ਹੋ ਗਈ ਮੈਨੂੰ। ਫਿਰ ਹੋਪ ਕੀ ਕਰ ਸਕਦੇ, ਇੰਡੀਆ ਤੇ ਜਾ ਨਹੀਂ ਸਕਦੇ, ਹੁਣ ਇੱਥੇ ਹੀ ਕਰਨਾ ਜੋ ਕਰਨਾ। ਭਾਵੇਂ ਅਗਲਾ ਕਹਿ ਦਿੰਦਾ ਵੀ ਅੱਗੋਂ ਵੀ ਵੀਜ਼ਾ ਪਾਉਣਾ ਪਏ, ਕੁਛ ਪਾਉਣਾ ਪਏ, ਮੈਂ ਤੇ ਰੈਡੀ ਸੀ ਕਿ ਚਲੋ ਕੋਈ ਨਹੀਂ। 1 ਸਾਲ ਦੀ ਮੇਰੀ ਸਟੱਡੀ ਦੀ ਫੀਸ ਸੀਗੀ ਮਤਲਬ ਆਸਟ੍ਰੇਲੀਅਨ ਡਾਲਰ 'ਚ $30,000 ਤੇ ਇੰਡੀਆ ਦੇ ਇਲਾਵਾ 15 ਲੱਖ 1 ਸਾਲ ਦਾ ਮੈਂ ਭਰਿਆ। ਇਹ ਦੁਬਾਰਾ ਮਤਲਬ ਕਰ ਕਰਾ ਕੇ ਮੈਂ ਜਦੋਂ ਐਂਡ 'ਚ ਅੱਜ ਬੈ ਕੇ ਮੈਂ ਹਿਸਾਬ ਲਾਉਂਦੀ ਹੈ ਨਾ, ਮੈਨੂੰ ਮੇਰਾ ਸਾਰਾ ਕੁਛ ਨਾ ਇੱਕ ਨਰਸਿੰਗ ਤੋਂ ਵੀ ਮਹਿੰਗਾ ਪੈ ਗਿਆ, RN ਤੋਂ ਵੀ। 2-3 ਸਟੱਡੀਆਂ ਕਰ ਲਈ, ਹਰ ਉਸ 'ਚ ਫੀਸ ਇੱਕ ਵਾਰੀ ਉਹ ਪੈਸੇ ਮਰ ਗਏ ਮੇਰੇ ਪਹਿਲਾਂ, ਇੰਡੀਆ ਤੋਂ ਆਏ ਉਹ ਨਹੀਂ, ਉਹਦਾ ਕੁਛ ਨਹੀਂ ਬਣਿਆ ਤੇ ਕਰ ਕਰਾ ਕੇ ਮੈਂ $1.5 ਲੱਖ ਜੋ ਵੀ ਪੀਆਰ ਆਇਆ ਬੰਦਾ ਹੁੰਦਾ ਆਪਦਾ ਘਰ ਹੁੰਦਾ। ਹਾਂ 1.5 ਲੱਖ ਬਹੁਤ ਹੁੰਦਾ, ਬਹੁਤ ਜ਼ਿਆਦਾ ਹੁੰਦਾ। ਮੈਨੂੰ ਨਹੀਂ ਪਤਾ ਕਿਵੇਂ ਇੰਡੀਆ ਦਾ ਕਰੋੜ ਰੁਪਈਆ ਜ਼ਿੰਦਗੀ ਨਿਕਲ ਜਾਣੀ, ਕਰੋੜ ਇੱਥੇ ਆਉਣ ਦੀ ਲੋੜ ਹੀ ਨਹੀਂ ਸੀਗੀ ਜੇ ਇੰਡੀਆ ਕਰੋੜ ਹੁੰਦਾ। ਜੇ ਮੇਰੇ ਕੋਲ ਇੰਡੀਆ ਕਰੋੜ ਹੁੰਦਾ ਮੈਂ ਇੱਥੇ ਕਦੇ ਵੀ ਨਹੀਂ ਆਉਣਾ ਸੀ। ਕੋਈ ਵੀ ਨਹੀਂ ਆਉਂਦਾ, ਮਜਬੂਰੀਆਂ ਕਰਕੇ ਆਉਂਦੇ ਆ ਤੇ ਇੱਥੇ ਵੀ ਆ ਕੇ ਤੇ ਉਹੀ ਬਸ ਕੀ ਸਾਈਕਲ ਸੀਗਾ, ਮੈਂ ਕਮਾਉਂਦੀ ਸੀ ਫੀਸ ਭਰਦੀ ਸੀ, ਕਮਾਉਂਦੀ ਸੀ ਫੀਸ ਭਰਦੀ ਸੀ। ਪਰ ਮਿਹਨਤ ਇੰਨੀ ਕੀਤੀ ਹੈ ਤਾਂ ਹੀ ਸ਼ਾਇਦ ਮੈਨੂੰ ਲੱਗਦਾ ਕਿ ਮੈਂ 1.5 ਲੱਖ ਜਿੰਨਾ ਕਰਨਾ ਸੀ ਮੈਂ ਕਰ ਲਿਆ। ਮਤਲਬ ਪੋਟੈਂਸ਼ੀਅਲ ਕਿੰਨਾ ਸੀਗਾ ਬੰਦੇ ਦੇ ਕੋਲ ਕਿ ਜੇ ਨਾ ਚੀਜ਼ਾਂ ਪੈਂਦੀਆਂ ਬੰਦੇ ਨੇ ਆਪਣਾ ਚੈੱਕ ਹੀ ਨਹੀਂ ਕਰਨਾ ਸੀ। ਤੁਸੀਂ ਮੰਨੋਗੇ ਮੈਂ ਇੱਕ ਵਾਰੀ ਇਦਾਂ ਹੋਇਆ, ਵੀਕਐਂਡ ਸ਼ਿਫਟ ਮੈਨੂੰ ਸਿਕਿਉਰਿਟੀ ਦੀ ਮਿਲੀ। ਵੀਕਐਂਡ ਤੇ ਮੇਰੇ ਹਸਪੀਟਲ ਪੀਰੀਅਡ ਸੀਗਾ $60 ਪਰ ਆਵਰ, 12 ਘੰਟੇ ਦੀ ਸ਼ਿਫਟ ਕਿਵੇਂ ਛੱਡ ਦੇਵਾਂ। ਤੇ ਸੈਟਰਡੇ ਵੀ ਮੈਨੂੰ ਮਿਲੀ, ਸੈਟਰਡੇ $50 ਪਰ ਆਵਰ ਤੇ ਉਹ ਵੀ ਕਿਵੇਂ ਛੱਡ ਦੇ 12 ਘੰਟੇ। ਮੈਂ ਕਿਹਾ ਕੋਈ ਨਹੀਂ, ਦੋਨੋਂ ਕਰ ਲਵਾਂਗੀ, ਵੀ ਸੈਟਰਡੇ ਵੀ ਸੰਡੇ ਵੀ। ਸੈਟਰਡੇ ਨਾਈਟ ਸੀ ਮੇਰੀ ਕਲੱਬ, ਮੈਂ ਫਰਾਈਡੇ ਨਾਈਟ ਕਲੱਬ ਸੀ। ਮੈਂ ਦੱਸਦੀ ਮੈਂ ਫਰਾਈਡੇ ਤੋਂ ਸ਼ੁਰੂ ਹੋਈ ਔਰ ਇਹ ਮੇਰੇ ਕਈ ਫਰੈਂਡਸ ਨੂੰ ਵੀ ਇਹ ਪਤਾ ਹੈ ਵੀ ਉਹ ਲਿਟਰਲੀ ਸ਼ਾਇਦ ਇਸ ਚ ਥੱਲੇ ਕਮੈਂਟ ਵੀ ਕਰ ਸਕਦੇ ਆ ਵੀਡੀਓ ਦੇ ਥੱਲੇ ਕਿ ਇਹ ਐਕਚੁਅਲ ਚ 60 ਘੰਟੇ ਬਿਨਾਂ ਸੁੱਤੇ 60 ਘੰਟੇ ਮੈਂ ਕੰਮ ਕੀਤਾ। ਤੇ ਜਿਵੇਂ ਵਿੱਚ ਹੈਗਾ ਸੀ ਜਿਵੇਂ ਸ਼ਿਫਟ ਦੇ ਵਿੱਚ ਕੋਈ 1-2 ਘੰਟੇ ਦਾ ਗੈਪ ਜਾਂ ਕੁਝ ਪਾਵਰ ਨੈਪ ਲੈ ਲਿਆ ਕੁਝ ਬ੍ਰੇਕ? 1 ਘੰਟੇ ਦੀ ਇੱਕ ਮੈਂ ਫਰਾਈਡੇ ਤੋਂ ਸ਼ੁਰੂ ਕੀਤਾ ਜੀ। ਮੇਰੀ ਸ਼ਾਮੀ 7 ਵਜੇ ਕਲੱਬ ਦੀ ਸ਼ਿਫਟ ਸ਼ੁਰੂ ਹੋਈ, ਸਵੇਰੇ 4 ਵਜੇ ਫਿਨਿਸ਼ ਹੋਈ, ਘਰੇ ਗਈ, ਸ਼ਾਵਰ ਲਿੱਤਾ, ਖਾਇਆ, 5:30 ਵਜੇ ਹਸਪੀਟਲ ਦੀ ਸਟਾਰਟ, ਉੱਥੇ ਗਈ ਸ਼ਾਮ ਦੇ 5:30 ਤੱਕ, ਘਰੇ ਗਈ, ਘੰਟਾ ਸੁੱਤੀ, 7:30 ਫਿਰ ਮੇਰੀ ਅਗਲੀ ਸੈਟਰਡੇ ਦੀ ਰਾਤ ਦੀ ਕਲੱਬ ਦੀ ਸ਼ਿਫਟ, ਫਿਰ ਸੇਮ 4 ਵਜੇ ਫਿਨਿਸ਼ ਕਰਕੇ ਘਰੇ ਗਈ, 5:30 ਸੰਡੇ ਸਟਾਰਟ ਕੀਤੀ, ਸ਼ਾਮ ਨੂੰ 6:30 ਮੈਂ ਮਤਲਬ 5:30 ਫਿਨਿਸ਼ ਕਰਕੇ ਘੰਟਾ ਮੈਨੂੰ ਘਰੇ ਆਉਣ ਕਰਕੇ ਮੈਂ ਜਦੋਂ ਬੈੱਡ ਤੇ ਪਈ ਨਾ ਉਦੋਂ ਮੇਰੀ ਅੱਖਾਂ ਇਦਾਂ ਸੀ ਕਿ ਮੈਨੂੰ ਉਦੋਂ ਨੀਂਦ ਨਹੀਂ ਆ ਰਹੀ ਸੀ, ਮਤਲਬ ਮੈਂ ਸੋ ਹੀ ਨਹੀਂ ਪਾ ਰਹੀ ਸੀ। ਮੇਰਾ ਉਹ ਚੀਜ਼ ਇਦਾਂ ਹੋ ਗਿਆ ਸੀ ਕਿ ਮੇਰਾ ਮਾਈਂਡ ਨੂੰ ਪਤਾ ਨਹੀਂ ਕੀ ਹੋਇਆ ਕਿ ਵੀ ਹੁਣ ਤੂੰ ਸ਼ਾਇਦ ਜਾਗ ਗਈ ਨਾ ਵੀ ਨਹੀਂ ਸੋਣਾ, ਹੋਰ ਜ਼ੋਨ 'ਚ ਚਲੇ ਗਏ, ਹੋਰ ਹੀ ਜ਼ੋਨ 'ਚ ਚੱਲ ਗਈ ਸੀ ਮੈਂ। ਉਹ ਸਿਰਫ ਇੱਕ ਵਾਰੀ ਕੀਤਾ ਲਾਈਫ 'ਚ, ਉਹ ਵੀ ਐਕਸਪੀਰੀਅੰਸ। ਹਾਂ ਉਹ ਡਰਾਈਵ ਕੀਤੀ ਉਸ ਤੋਂ ਬਾਅਦ ਮੈਂ ਕੀਤੀ, ਮੈਂ ਵਿੱਚ ਡਰਾਈਵ ਕਰ ਰਹੀ ਸੀ ਜਿਸ ਦਾ ਜਦੋਂ ਮੈਂ ਲਾਸਟ ਵਾਰੀ ਕਰਕੇ ਆ ਰਹੀ ਸੀ ਨਾ ਮੇਰੀ ਅੱਖ ਲੱਗਣ ਵਾਲੀ, ਪਰ ਬਹੁਤ ਜ਼ਿਆਦਾ ਰਿਸਕ ਹੈ ਆਪਣੀ ਲਾਈਫ, ਇਹ ਬਹੁਤ ਰਿਸਕ ਸੀ। ਉਹ ਤੋਂ ਬਾਅਦ ਮੈਂ ਕੀਤਾ, ਜਦੋਂ ਮੇਰੀ ਅੱਖ ਲੱਗਣ ਵਾਲੀ ਸੀ ਨਾ ਜਦੋਂ ਮੈਂ ਐ ਹੋ ਗਈ ਡਿਵਾਈਡਰ ਤੇ, ਫਿਰ ਮੈਨੂੰ ਇੱਕ ਵਾਰ ਫਿਰ ਬਿਲਕੁਲ ਨੀਂਦ ਉੱਡ ਗਈ ਮੇਰੀ, ਬਿਲਕੁਲ ਨੀਂਦ ਉੱਡ ਗਈ। ਮੈਂ ਨਾ ਜਿਵੇਂ ਭਗਵਤ ਗੀਤਾ ਚਲਾਈ ਆਪਣੀ ਗੱਡੀ 'ਚ, ਉਹ ਸੁਣਦੀ ਆਈ ਮੈਂ ਕਿਹਾ ਨਹੀਂ ਇਹ ਗਲਤ ਹੈ, ਮਤਲਬ ਕੀ ਪਰ ਉਦੋਂ ਕੀ ਕਰਦੇ ਇੰਨੀ ਚੀਜ਼ਾਂ 'ਚ, ਮਤਲਬ ਉਦੋਂ ਨਾ ਬਹੁਤ ਚੀਜ਼ਾਂ 'ਚ ਫਸੇ ਹੁੰਦਾ। ਇਹ ਮੈਂ ਦੱਸ ਰਹੀ ਹਾਂ ਵੀ ਜਦੋਂ ਫਾਈਲ ਆਉਣ ਤੋਂ ਬਾਅਦ ਜਦੋਂ ਮੈਂ ਉਹ ਕੀਤਾ ਨਾ ਤੇ ਉਦੋਂ ਕਿਉਂਕਿ PR 'ਚ ਜਦੋਂ ਫਾਈਲ ਆਉਂਦੀ ਨਾ ਉਹ ਤੋਂ ਬਾਅਦ ਵੀ ਤੁਹਾਡੇ ਬੜੇ ਪੈਸੇ ਲੱਗਦੇ ਆ, ਉਦੋਂ ਬਾਅਦ ਵੀ ਜਦੋਂ ਤੁਹਾਡਾ ਪ੍ਰੋਪਰ ਇੱਥੇ 15,000 ਬਣ ਜਾਂਦਾ ਤੇ ਮੈਨੂੰ ਸੀਗਾ ਕੋਈ ਨਹੀਂ ਪੈਸੇ ਜੋੜ ਲਈਏ, ਫਿਰ ਇੰਡੀਆ ਜਾਣਾ ਸੀ ਮੈਂ। ਓਕੇ, ਇੰਡੀਆ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ, ਇੰਡੀਆ ਕਿੰਨੀ ਵਾਰ ਜਾਇਆ? ਮੈਂ 2 ਵਾਰੀ ਜਾਈ। ਹਾਂ, 2 ਵਾਰੀ। ਮੈਂ ਪਹਿਲੀ ਵਾਰੀ ਗਈ ਕੋਵਿਡ ਤੋਂ ਬਾਅਦ, ਜਦੋਂ ਕੋਵਿਡ ਫਿਨਿਸ਼ ਹੋ ਗਿਆ, ਫਲਾਈਟਸ ਖੁੱਲੀਆਂ, ਉਸ ਤੋਂ ਬਾਅਦ ਦੀਵਾਲੀ ਤੇ
ਨਹੀਂ 23 ਚ ਫ੍ਰੀ ਹਾਂ ਮਤਲਬ ਦਸੰਬਰ ਚ ਫਲਾਈਟਸ ਖੁੱਲੀਆਂ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਕਰਾ ਕੇ ਵੀ ਪ੍ਰੋਪਰ ਜਦੋਂ ਹੋ ਗਿਆ ਮੈਨੂੰ ਆ ਸੀਗਾ ਸਟਕ ਨਾ ਹੋ ਜਾ ਇੰਡੀਆ ਜਦੋਂ ਪ੍ਰੋਪਰ ਫਿਰ 2023 ਚ ਗਈ ਫਿਰ ਮੈਂ ਹੁਣ 25 ਚ ਹਾਂ 25 ਕਿੰਨਾ ਟਾਈਮ ਲਾਇਆ ਇੰਡੀਆ ਤੋਂ ਪਹਿਲਾਂ ਵਾਲੀ ਗਈ ਸੀ 2 ਮਹੀਨੇ ਲਾ ਕੇ ਆਈ ਇਸ ਵਾਰੀ ਜਦੋਂ ਗਈ 1.5 ਮਹੀਨਾ ਲਾ ਕੇ ਆਈ ਸੀ ਉੱਥੇ ਹੈ ਸੀ ਜੇ ਕਿ ਦੋ ਹੋਰ ਰਹਿਣਾ ਜਾਂ ਕਿੰਨਾ ਠੀਕ ਪਹਿਲੀ ਵਾਰੀ ਜਦੋਂ ਮੈਂ ਗਈ ਮੈਂ ਬਹੁਤ ਬੋਲ ਗਈ ਸੀ ਉਸ ਟਾਈਮ ਬਾਅਦ ਹਾਂ ਉਦੋਂ ਮੈਨੂੰ ਆਏ ਲੱਗਿਆ ਕਿ ਆਹ ਕੀ ਹੈ ਵੀ ਮੈਂ ਬੜੇ 2 ਮਹੀਨੇ ਕਰਾ ਗਈ ਮੈਨੂੰ 1 ਮਹੀਨੇ ਬਾਅਦ ਏਦਾਂ ਹੋਇਆ ਮੈਂ ਤੇ ਫਲਾਈਟ ਵਾਪਸ ਦੀ ਕਰਾ ਬਿਜ਼ੀ ਰਹਿਣਾ ਸਾਰਾ ਦਿਨ ਉੱਥੇ ਕੁਝ ਕਰਨ ਨੂੰ ਹੀ ਨਹੀਂ ਹੈਗਾ ਦੋ ਕੁਝ ਕਰਨ ਨੂੰ ਔਰ ਨਾ ਮੈਨੂੰ ਆਏ ਲੱਗਦਾ ਕਿ ਇੰਡੀਆ ਵੀ ਹੋ ਨਹੀਂ ਰਿਹਾ ਜਦੋਂ ਆਪਾਂ ਛੱਡ ਕੇ ਆਏ ਸੀ ਨਾ ਮੇਰਾ ਫਰੈਂਡ ਸਰਕਲ ਸੀ ਹੁਣ ਇੱਕ ਮੇਰੀ ਫਰੈਂਡ ਸਿਡਨੀ ਚਲ ਗਈ ਹੈ ਇੱਕ ਕੈਨੇਡਾ ਚਲ ਗਈ ਹੈ ਤੇ ਇੱਕ ਦੀ ਮੈਰਿਜ ਹੋ ਗਈ ਹੈ 2 ਦੀ ਮੈਰਿਜ ਹੋ ਗਈ ਹੈ ਤੇ ਮਤਲਬ ਕੋਈ ਵੀ ਨਹੀਂ ਰਿਹਾ ਉੱਥੇ ਕਰੇਗੀ ਬੰਦਾ ਹਾਂ ਕਜ਼ਨ ਸਾਰੇ ਇੱਧਰ ਚਲ ਗਏ ਹੈ ਕੋਈ ਬੈਂਗਲੌਰ ਹੈ ਕੋਈ ਪੁਣੇ ਹੈ ਤੇ ਮਤਲਬ ਉਹ ਨਹੀਂ ਹੁਣ ਇੰਡੀਆ ਵੀ ਉਹ ਲਾਈਫ ਨਹੀਂ ਨਾਲ ਯਾਰੀ ਦੋਸਤੀ ਦੇ ਨਾਲ ਜੇ ਕੋਈ ਹੈ ਹੀ ਨਹੀਂ ਪਾਪਾ ਕੰਮ ਤੇ ਚਲ ਜਾਂਦੇ ਸੀ ਮੰਮੀ ਨੂੰ ਘਰੇ ਕੰਮ ਕਿੰਨਾ ਕੁ ਬੈਠ ਜਾਏਗਾ ਸਾਡੇ ਜਿਹੜੇ ਫਰੈਂਡ ਜੇ ਉੱਥੇ ਹੈਗੇ ਵੀ ਆ ਉਹਨਾਂ ਨੂੰ ਇਹ ਹੋ ਜਾਂਦਾ ਕਿ ਉਹ ਅਗਲੇ ਦੀ ਰੂਟੀਨ ਆ ਫੈਮਿਲੀ ਨੂੰ ਟਾਈਮ ਦੇਣਾ ਕੰਮ ਕਰਤੇ ਜਾਣਾ ਹੁਣ ਦੇਖੋ ਮੈਂ 3 ਸਾਲ ਬਾਅਦ ਚੱਲੀ ਹਾਂ ਸਾਰਾ ਕੁਝ ਮੇਰੇ ਲਈ ਰੁਕਾ ਤੇ ਰਹੂਗਾ ਤੇ ਉਦੋਂ ਵੀ ਫਿਰ ਇਹ ਹੋਇਆ ਕਿ ਵਾਪਸ ਚੱਲਦੇ ਹਾਂ ਬਟ ਹੁਣ ਕਰਦੇ ਗਏਗੇ ਵੀ ਕੀ ਹੁਣ ਤੇ ਤੁਸੀਂ ਆਏ ਹੋ ਤੇ ਤੁਸੀਂ ਕਹਿ ਕੇ ਤਾਂ 2 ਮਹੀਨੇ ਆਏ ਸੀ ਮੈਂ ਚਾਹ ਨਾਲ ਹੁਣ ਕੀ ਹੋ ਗਿਆ ਫਿਰ ਕਰਾ ਕੇ ਮੈਂ 2 ਮਹੀਨੇ ਬਾਅਦ ਕੱਢ ਹੀ ਲੈਂਦੇ ਆ ਤੇ ਫਿਰ ਆਈ ਮੈਂ ਫਿਰ ਇੱਥੇ ਆ ਕੇ ਜੀਣਾ ਲੱਗੀ ਇੱਥੇ ਆ ਕੇ ਮੈਨੂੰ ਘੱਟੋ ਮੈਂ 3 ਹਫ਼ਤੇ ਕੰਮ ਤੇ ਨਹੀਂ ਗਈ ਮੈਂ ਏਦਾਂ ਹੀ ਬਸ ਆਪਣੇ ਕਮਰੇ 'ਚ ਮੈਨੂੰ ਬੜਾ ਹੋਮ ਸਿਕਨੈਸ ਬੜੀ ਲੱਗੀ ਰਹੀ ਤਾਂ ਮੈਨੂੰ ਸਮਝ ਨਾ ਆਈ ਕਿ ਵੀ ਤੂੰ ਉੱਥੇ ਦਾ ਤੇਰਾ ਜੀ ਨਹੀਂ ਲੱਗਿਆ ਸੀ ਵੀ ਤਾਂ ਤੈਨੂੰ ਇਹ ਚਲੋ ਇੱਥੇ ਕੀ ਹੋ ਗਿਆ ਇਹ ਬੜੇ ਡਿਲੂਜਨ ਜਿਹਨੇ ਬੜਾ ਬੰਦਾ ਫਸ ਜਾਂਦਾ ਇਹ ਚੀਜ਼ 'ਚ ਇਹ ਬੜਿਆਂ ਨਾਲ ਹੁੰਦਾ ਹੋਣਾ ਕਿਉਂਕਿ ਮੇਰਾ ਭਰਾ ਹੁਣ ਪਿੱਛੇ ਗਿਆ ਸੀ ਮੈਂ ਉਹਨੂੰ ਵੀ ਪੁੱਛਿਆ ਕਹਿੰਦਾ ਹਾਂ ਯਾਰ ਸੇਮ ਸਿਚੁਏਸ਼ਨ ਹੈ ਕਹਿੰਦਾ ਸੱਚੀ ਇਦਾਂ ਹੀ ਹੁੰਦਾ ਹੈ ਉੱਥੇ ਆ ਕੇ ਹੁੰਦਾ ਵਾਪਸ ਚਲੀ ਇੱਥੇ ਆ ਕੇ ਫੇਰ ਨਹੀਂ ਜੀ ਲੱਗਦਾ ਨਾ ਇੱਧਰ ਦੇ ਨਾ ਉੱਧਰ ਦੇ ਪਰ ਫਿਰ 3 ਹਫ਼ਤੇ ਬਾਅਦ ਜਦੋਂ ਉਹ ਆਏ ਸਾਡੇ ਪੈਸੇ ਨਹੀਂ ਕਿਉਂਕਿ ਇੰਡੀਆ ਮਹਿੰਗਾ ਕਿੰਨਾ ਇੱਥੇ ਨਾਲੋਂ ਜ਼ਿਆਦਾ ਮਹਿੰਗੀ ਇੱਥੇ ਮਹਿੰਗਾਈ ਇੰਡੀਆ ਇੰਨੀ ਮਹਿੰਗਾਈ ਹੋ ਗਈ ਹੈ ਮੈਂ ਤੇ ਮੇਰੇ ਤੇ ਕੰਨ ਨੂੰ ਹੱਥ ਲੱਗਿਆ ਆਪਾਂ ਘੁੰਮਣ ਚੱਲ ਗਏ ਆਪਾਂ ਵਿੱਚ ਇੱਕ ਪੈਂਦਾ ਹੈ ਸ਼ਿਮਲਾ ਦਾ ਉਧਰ ਸਾਰੇ ਗਏ ਮੇਰਾ ਆਪਾਂ 4 ਦਿਨ ਗਏ ਇੱਕ ਤਾਂ ਹੁੰਦਾ ਜਿਹੜਾ ਬਾਹਰ ਉਹ ਬੰਦਾ ਆਂਦਾ ਉਹੀ ਖਰਚਾ ਕਰੂਗਾ ਇਹ ਕਿਤੇ ਪਤਾ ਨਹੀਂ ਕੀ ਬਣਿਆ ਹੋਇਆ ਹੈ ਵੀ ਉਹੀ ਖਰਚਾ ਕਰੂਗਾ ਵੀ ਪਤਾ ਨਹੀਂ ਇੱਥੇ ਤਾਂ ਪੇੜ ਤੇ ਲੱਗ ਰਹੇ ਪੈਸੇ ਤੋੜ ਕੇ ਆਇਆ ਤੇ ਪੇੜ ਹੈ ਲਿਆ ਬਈ ਇੰਡੀਆ ਜਾਣਾ ਹੈ ਲਾਓ 2-4 ਚਲੋ ਐਕਸਟਰਾ ਇੰਡੀਆ ਚੱਲਦੇ ਆ ਤੇ ਉਹ ਮੈਂ ਹੀ ਸਾਰਾ ਬੁਕਿੰਗ ਕਰਾਈ ਉਹ ਖਾਣਾ ਪੀਣਾ ਆਪਾਂ ਐਕਟੀਵਿਟੀਜ਼ ਵਗੈਰਾ ਸਭ ਕੀਤੀਆਂ 4-5 ਸੀਗੇ ਮੇਰਾ 1 ਲੱਖ ਲੱਖ ਰੁਪਏ ਉਹਦੇ ਟ੍ਰਿਪ ਤੇ ਲੱਗਿਆ ਤੇ ਲੱਖ ਤੇ ਇੰਡੀਆ ਤੇ ਮੈਂ ਘਰੇ ਦੱਸਿਆ ਹੋਣਾ ਮੈਂ ਦੱਸਿਆ ਨਹੀਂ ਕਰੇ ਤਾਂ ਨਹੀਂ ਦੱਸਿਆ ਕਿ ਹਾਂ ਵੀ ਸਭ ਨੇ ਮਿਲ ਕੇ ਲਾਇਆ ਵੀ ਆਪਾਂ ਸਾਰਿਆਂ ਦਾ ਕੰਟਰੀਬਿਊਸ਼ਨ ਸੀ ਜੋ ਕਰੇ 10 ਦਿਨ ਦੀ ਲੱਖ ਲੱਗਿਆ ਵੇ ਉਹਨਾਂ ਤੇ ਕਿਹੜਾ ਤੂੰ ਵਾਪਸ ਲੱਖ ਰੁਪਇਆ ਲਾਤਾ ਆਪਣੀ ਫਿਰ ਇੰਡੀਆ ਮਹਿੰਗਾਈ ਬੜੀ ਹੋ ਗਈ ਹੈ ਫਿਰ ਉਦੋਂ ਮਤਲਬ ਇੰਡੀਆ ਜੋ ਮੈਂ ਬਜਟ ਸੋਚ ਕੇ ਚੱਲੀ ਸੀ ਨਾ ਮੇਰਾ ਬਹੁਤ ਜ਼ਿਆਦਾ ਲੱਗਿਆ ਮੈਂ ਮਤਲਬ ਅਬ ਮੇਰੇ ਇੱਥੇ ਕਜ਼ਨ ਸੀਗਾ ਭਰਾ ਉਹ ਤੋਂ ਮੈਂ ਬਾਅਦ ਚ ਪੈਸੇ ਮੰਗਵਾਏ ਮੈਂ ਕਿਹਾ ਮੈਂ ਤੈਨੂੰ ਆ ਕੇ ਕਰਨਾ ਮੈਨੂੰ ਇੱਕ ਵਾਰੀ ਭੇਜ ਦੇ ਫਿਰ ਆ ਕੇ ਮੈਂ ਫਿਰ ਕਮਾ ਫਿਰ ਲਿਖੇ ਮੈਂ ਨਹੀਂ ਕੰਮ ਤੇ ਲਿਖੋ ਰੋਣਾ ਇੱਥੇ ਇਦਾਂ ਨਹੀਂ ਸਰਨਾ ਕਿਉਂਕਿ ਚੱਲ ਜੇ ਨਾ ਆਪਣੇ ਉੱਥੇ ਜਿਹੜੇ ਖਰਚੇ ਹੋਣੇ ਉਹ ਇੱਥੇ ਜਿਹੜੇ ਬਿੱਲ ਜਾਣੇ ਆ ਉਹ ਜਾ ਰਹੇ ਸੀ ਮੈਂ ਪੂਰੇ 2 ਮਹੀਨੇ ਦਾ ਰੈਂਟ ਸੀ ਮੈਨੂੰ ਦੇ ਕੇ ਗਈ ਸੀ ਫਿਰ ਐਜੂ ਇੰਸ਼ੋਰੈਂਸ ਸਾਰਾ ਕੁਝ ਲੈ ਲਿਆ ਸਭ ਚੱਲ ਰਿਹਾ ਸੀ ਮੇਰੀ ਗੱਡੀ ਦਾ ਇੰਸ਼ੋਰੈਂਸ ਸਭ ਕੁਝ ਹੈਲਥ ਇੰਸ਼ੋਰੈਂਸ ਸਾਰਾ ਕੁਝ ਮੇਨਟੇਨ ਕਰਨਾ ਪੜਦਾ ਹੈ ਤੁਹਾਨੂੰ ਟੀਆਰ ਤੇ ਆ ਜੋ ਹੈਲਥ ਇੰਸ਼ੋਰੈਂਸ ਮੰਥਲੀ $150 ਮੰਥਲੀ ਕੱਟਦਾ ਇੱਕ ਉਹ ਨਵਾਂ ਜੁੜ ਜਾਂਦਾ ਹੈ ਫਿਰ ਜਦੋਂ ਗੱਡੀ ਨਹੀਂ ਸੀਗੀ ਫਿਰ ਜਦੋਂ ਗੱਡੀ ਜੁੜ ਜੇ ਤੇ ਗੱਡੀ ਦਾ ਖਰਚਾ ਸਾਰੇ ਖਰਚੇ ਉਹ ਤਾਂ ਟਾਈਮ ਦੇ ਨਾਲ ਖਰਚੇ ਵਧੀ ਜਾਂਦੇ ਆ ਕਮਾਈ ਮੈਨੂੰ ਲੱਗਦਾ ਜੇ ਕਮਾਈਆਂ ਵੱਧਦੀਆਂ ਨਾ ਤੁਹਾਡੇ ਖਰਚੇ ਵੀ ਵੱਧਦੇ ਮੈਂ ਜਦੋਂ ਸਟਾਰਟਿੰਗ 'ਚ ਕੁਝ ਮਹੀਨੇ ਮੈਂ ਕਮਾਉਂਦੀ ਸੀ $400 ਹਫਤੇ ਦੇ ਮੇਰੀ ਉਸ 'ਚ ਵੀ ਬੜਾ ਵਧੀਆ ਚੱਲ ਰਿਹਾ ਸੀ ਮੈਂ ਇਦਾਂ ਕਰਦੀ ਸੀ 170 ਦਿੱਤਾ ਰੈਂਟ $30 ਮੇਰੀ ਗਰੋਸਰੀ ਦੇ 200 ਰੁਪਏ ਤੇ $20 ਮੇਰਾ ਓਪਲ ਕਾਰਡ ਜਿੱਦਾਂ ਸਿਡਨੀ ਚੱਲਦਾ ਹੈ ਮੈਟਰੋ ਕਾਰਡ ਚੱਲਦਾ ਹੈ ਕਿਉਂਕਿ ਉੱਥੋਂ ਗੱਡੀ ਨਹੀਂ ਸੀ ਉਹਦਾ ਉਹ ਕਰਤਾ ਉਹ ਤੇ ਚੱਲ ਗਏ ਤੇ ਹਾਂ ਬਸ ਹੋਰ ਕੋਈ ਖਰਚਾ ਨਹੀਂ ਬਾਹਰੋਂ ਨਹੀਂ ਖਾਣਾ ਕੁਛ ਨਹੀਂ ਕਿਉਂਕਿ ਉਦੋਂ ਤਾਂ 55 ਤੋਂ ਮਲਟੀਪਲਾਈ ਕਰਦੇ ਸੀ ਕਿ ਬਈ ਉਹ ਇੱਕ ਕਾਫੀ ਤੇ $300 ਰੁਪਏ ਦੀ ਕਾਫੀ ਨਾ ਕੋਈ ਨਹੀਂ ਮੈਂ ਪੀਣੀ ਨਹੀਂ ਤੇ ਉਦੋਂ ਇਹ ਹੁੰਦਾ ਸੀ ਫਿਰ ਉਹ ਵੀ ਮੇਰੇ ਪਿੱਛੇ ਦੇਖ ਲਓ 180 ਕੁਛ ਏਦਾਂ ਬਚ ਜਾਂਦੇ ਸੀ ਉਹ ਵੀ ਕਰਕੇ ਮੈਂ
ਮਤਲਬ ਬੜੇ ਜੋੜੇ ਸਾਰੇ ਨੰਬਰਸ ਮਤਲਬ ਕੈਲਕੂਲੇਟ ਟਿਪਸ ਤੇ ਹੁੰਦਾ ਸੀ ਸਾਰਾ ਕੁਝ। ਟਿਪ ਬਿਲਕੁਲ, ਮੈਂ ਅੱਜ ਤੋਂ 6 ਸਾਲ ਪਹਿਲਾਂ ਦੀ ਦੱਸ ਰਹੀ, ਮੈਨੂੰ ਅੱਜ ਵੀ ਯਾਦ ਆ, ਇੰਨਾ ਰੈਂਟ ਸੀ, ਇੰਨੀ ਗਰੋਸਰੀ ਤੇ ਇੰਨਾ ਮੇਰਾ ਬਿੱਲ ਸੀ। ਹੁਣ ਤਾਂ ਪਤਾ ਹੀ ਨਹੀਂ ਹੋਣਾ, ਹੁਣ ਤਾਂ ਇੰਨੀ ਸਬਸਕ੍ਰਿਪਸ਼ਨਸ ਹੋਣੀਆਂ। ਹਾਂ, ਨੈਟਫਲਿਕਸ, ਐਮਾਜ਼ਨ, ਇਹ ਉਹ ਇੰਨਾ ਕੁਝ, ਮਤਲਬ ਹੁਣ ਸੋਸ਼ਲ ਮੀਡੀਆ ਦੇ ਇਹ ਉਹ ਬੜਾ ਮਤਲਬ ਹੁਣ ਤੇ ਕਈ ਵਾਰੀ ਡਾਇਰੈਕਟ ਡੈਬਿਟ ਕਰ ਜਾਂਦੇ, ਪਤਾ ਹੀ ਨਹੀਂ ਲੱਗਦਾ ਕੀ ਹੋਇਆ ਕੀ ਚ। ਪਹਿਲਾਂ ਤੇ ਮੈਂ ਡੇਲੀ ਅਕਾਊਂਟ ਖੋਲ ਕੇ ਦੇਖਣਾ, ਇੰਨਾ ਹੀ ਹੈ ਨਾ, ਇੰਨਾ ਹੀ ਹੈ ਨਾ, ਇੰਨੇ ਉਹਦਾ ਟਾਈਮ ਹੀ ਨਹੀਂ ਹੁੰਦਾ ਬੰਦੇ ਕੋਲ, ਲਾਈਫ ਵੀ ਨਹੀਂ, ਮਤਲਬ ਮੈਨੂੰ ਲੱਗਦਾ ਉਹ ਟਾਈਮ ਵੀ ਵਧੀਆ ਸੀ। ਹਾਂ, ਕੋਈ ਟੈਨਸ਼ਨ ਵੀ ਨਹੀਂ ਸੀ ਉਦੋਂ, ਨਾ ਹੁਣ ਜ਼ਿੰਮੇਵਾਰੀਆਂ ਪਈ ਜਾਂਦੀਆਂ। ਪਰ ਉਹ ਹਾਂ, ਬਸ ਹੌਲੀ ਹੌਲੀ ਉਦੋਂ ਫਿਰ ਬਸ ਉਹ ਟਾਈਮ ਆਉਂਦਾ, ਬਸ ਵਧੀ ਜਾਂਦਾ ਤੇ ਜ਼ਿੰਮੇਵਾਰੀਆਂ ਵਧੀ ਜਾਂਦੀਆਂ। ਤੇ ਜਿਵੇਂ ਫਿਰ ਤੁਹਾਡਾ ਚਲੋ ਇਹ ਪ੍ਰੋਸੈਸ ਚੱਲਦਾ ਰਿਹਾ, ਉਸ ਤੋਂ ਬਾਅਦ ਕੀ ਤੁਹਾਡੀ ਸਟੱਡੀ ਕੰਪਲੀਟ ਹੋ ਗਈ? ਜਿਹੜੀ ECT ਤੁਸੀਂ ਕਹਿ ਰਹੇ ਹੋ, ਹਾਂਜੀ ਹਾਂਜੀ, ਫਿਰ 1 ਸਾਲ ਦੀ ਉਹ ਸਟੱਡੀ ਕੀਤੀ, 11 ਮਹੀਨੇ ਦੀ, ਉਹ ਕੰਪਲੀਟ ਹੋ ਗਈ। ਉਹਦੇ ਦੌਰਾਨ ਮੈਂ ਆ ਗਈ ਤਸਮਾਨੀਆ 'ਚ, ਮੈਂ ਫਿਰ ਸਟੇਟ ਚੇਂਜ ਕੀਤੀ। ਉਹ ਫਿਰ ਕਿੱਦਾਂ? ਉਹ ਇੱਦਾਂ ਕਿ ਜਦੋਂ ਮੈਂ ਦੌਰਾਨ ਕਰ ਹੀ ਰਹੀ ਸੀ ਨਾ, ਉਦੋਂ ਫਿਰ ਕਿਸੇ ਨੇ ਮੈਨੂੰ ਦੱਸਤਾ, ਮਤਲਬ ਇਹ ਗੱਲ ਦੇਖੋ ਏਜੰਟ ਨੇ ਵੀ ਮੈਨੂੰ ਦੱਸੀ, ਉਦੋਂ ਫਿਰ ਮੈਨੂੰ ਕਿਸੇ ਨੇ ਚੀਜ਼ ਦੱਸੀ ਕਿ ਬਈ ਜਿਹੜਾ ECT ਤੂੰ ਕੋਰਸ ਕਰ ਰਹੀ ਹੈ, ਇਹ ਤਾਂ ਐਡੀਲੇਡ PR ਹੀ ਨਹੀਂ ਦਿੰਦਾ। ਅੱਛਾ। ਕਿਉਂਕਿ ਐਡੀਲੇਡ ਸਿਰਫ ਉਹਨੂੰ PR ਦਿੰਦਾ ਜਿਹੜਾ ਬੈਚਲਰਸ ਕਰਦਾ ਇੱਥੇ ਉਸ 'ਚ। 11 ਮਹੀਨੇ ਦਾ ਕੋਰਸ ਨਹੀਂ, ਤੈਨੂੰ 2 ਸਾਲ ਦਾ ਕੋਰਸ ਕਰਨਾ ਪੜੇਗਾ, 3 ਸਾਲ ਦਾ। ਐਡੀਲੇਡ ਉਦੋਂ ਹੀ PR ਦਿੰਦਾ ਹੈ। ਤੇ ਫਿਰ ਹੁਣ ਤੇ ਜਦੋਂ ਤੇ ਮੈਨੂੰ ਸਮਝਿਆ, ਉਦੋਂ ਤੱਕ ਮੈਨੂੰ ਆ ਸੀਗਾ ਇੰਡੀਆ ਵਾਪਸ ਇੰਡੀਆ ਚਲੋ, ਇੱਕ ਵਾਰੀ ਤਾਂ ਮੇਰਾ ਹੋ ਗਿਆ। ਫਿਰ ਦੁਬਾਰਾ ਧੋਖਾ ਦੇ ਮੈਨੂੰ ਇੱਕ ਵਾਰੀ ਹੋ ਗਿਆ ਵਾਪਸ ਇੰਡੀਆ ਚੱਲੋ, ਬਈ ਇੱਥੇ ਕੁਝ ਨਹੀਂ ਰੱਖਿਆ, ਕੋਈ ਕਿਸੇ ਦਾ ਨਹੀਂ ਹੈ, ਕੋਈ ਕੁਝ ਨਹੀਂ ਹੈ ਇੱਥੇ, ਸਿਰਫ ਕਮਾਓ ਤੇ ਇਹ ਸਰਕਾਰ ਨੂੰ ਦੇਈ ਜਾਓ, ਫੀਸਾਂ ਦੇਈ ਜਾਓ, ਰੈਂਟ ਦੇਈ ਜਾਓ, ਕੁਝ ਨਹੀਂ ਰੱਖਿਆ। ਫਿਰ ਮੈਨੂੰ ਮੇਰਾ ਭਰਾ ਸੀਗਾ ਇੱਥੇ, ਉਹਨੇ ਮੈਨੂੰ ਕਿਹਾ ਇਹ ਜੇ PR ਪਈ ਹੈ ਤੇਰੀ, ਕੁਝ ਨਹੀਂ ਹੋਇਆ, ਤੂੰ ਹੋਰ ਕੋਈ ਏਜੰਟ ਕੋਲ ਜਾ। ਫਿਰ ਮੈਂ ਚਲੋ 2-4 ਏਜੰਟਾਂ ਕੋਲ ਹੋਈ, ਏਜੰਟ ਹੀ ਹੈ, ਕਿਸ ਨਾਲ ਗੱਲ ਕਰੀਏ, ਇੱਧਰ ਸਾਰੇ ਇੱਕੋ ਤਰ੍ਹਾਂ ਦੇ ਆ, ਆਪਦਾ ਪ੍ਰੋਫਿਟ ਦੇਖਦੇ, ਸਭ ਆਪਣਾ ਪ੍ਰੋਫਿਟ ਦੇਖਦੇ ਆ, ਤੇ ਸਾਰਿਆਂ ਨੂੰ ਵੀ ਜਿੱਥੋਂ ਵੀ ਕਾਲਜ ਤੋਂ ਕਮਿਸ਼ਨ ਆ ਰਹੀ ਹੈ ਉੱਥੋਂ ਤੁਸੀਂ ਬਸ ਉੱਥੇ ਲਗਾ ਦਿੰਦੇ ਆ। ਚਲੋ ਮੈਂ ਗਈ, ਉਹਨੇ ਮੈਨੂੰ ਦੱਸਿਆ ਕਿ ਹਜੇ ਵੀ ਕੁਝ ਨਹੀਂ ਵਿਗੜਿਆ, ਤੁਸੀਂ ਚੱਲ ਜਾਓ ਮੈਲਬਨ ਜਾਂ ਤਸਮਾਨੀਆ, ਉਹਨਾਂ ਨੇ ਮੈਨੂੰ ਫਿਰ ਦੱਸਿਆ। ਫਿਰ ਮੇਰਾ ਪੂਰਾ ਹੋ ਗਿਆ ਵੀ ਮੈਂ ਮੈਲਬਨ ਜਾਊਂਗੀ। ਤਸਮਾਨੀਆ ਤੇ ਕਦੇ ਉਹ ਸੋਚਿਆ ਹੀ ਨਹੀਂ ਸੀਗਾ। ਉਦੋਂ ਮੈਨੂੰ ਇਹ ਵੀ ਨਹੀਂ, ਮੈਂ ਮੈਲਬਨ ਚੱਲਣਾ, ਮੈਲਬਨ ਜਾਵਾਂਗੇ। ਉਦੋਂ ਫਿਰ ਮੈਲਬਨ ਫਰੈਂਡਸ ਵੀ ਸੀਗੇ, ਸਾਰੇ ਕਹਿੰਦੇ ਆ ਜਾ ਇੱਧਰ ਆ ਜਾ, ਵਧੀਆ ਕੋਈ ਵੀ ਕਰ ਲਾਂਗੇ। ਫਿਰ ਮੈਲਬਨ ਤੋਂ ਪਹਿਲਾਂ ਫਿਰ ਹੁਣ ਮੈਂ ਥੋੜਾ ਜਿਹਾ ਦਿਮਾਗ ਆ ਗਿਆ ਸੀ, ਮੈਂ ਆਪਣੀ ਸਟੱਡੀ ਸਰਚ ਆਊਟ ਕੀਤੀ ਕਿ ਨਹੀਂ ਯਾਰ ਹੁਣ ਸਟੇਟ ਨਹੀਂ ਮੂਵ ਕਰਨੀ। ਪਹਿਲਾਂ ਸਿਡਨੀ ਤੋਂ ਐਡੀਲੇਡ ਹੈ ਨਾ, 3 ਸਾਲ 3.5 ਸਾਲ ਐਡੀਲੇਡ ਰਹਿ ਕੇ, ਹੁਣ ਬੜਾ ਕ੍ਰੂਸ਼ੀਅਲ ਟਾਈਮ ਸੀ ਮੇਰਾ, ਕਿਉਂਕਿ ਮੇਰੀ TR ਵੀ ਨਹੀਂ ਰਹੀ ਸੀ। ਤੇ ਉਹਦੇ ਵਿਦਿਨ ਦੌਰਾਨ ਇਹਨਾਂ ਨੇ TR ਤੋਂ ਬਾਅਦ ਐਕਸਟੈਂਸ਼ਨ ਬੰਦ ਕਰਤੀ। ਅੱਛਾ, ਜੇ ਤੁਹਾਡੀ TR ਫਿਨਿਸ਼ ਤੇ ਤੁਸੀਂ ਵਾਪਸ ਜਾਓ, ਓਕੇ, ਤੁਹਾਨੂੰ ਕੋਈ ਐਕਸਟੈਂਸ਼ਨ ਨਹੀਂ। ਪਹਿਲਾਂ ਹੁੰਦਾ ਸੀ ਨਾ ਲੋਕੀ TR ਤੋਂ ਬਾਅਦ ਫਿਰ ਸਟੂਡੈਂਟ ਪਾ ਲੈਂਦੇ ਸੀ, ਫਿਰ ਮੈਂ ਵੀ ਚਲੋ ਟਾਈਮ ਹੀ ਬਾਏ ਕਰਨਾ ਹੈ ਵੀ ਹੋ ਜਾਣਾ, ਪਰ ਉਹਨਾਂ ਨੇ ਉਹ ਵੀ ਬੰਦ ਕਰਤਾ ਵੀ ਤੁਸੀਂ ਸਟੂਡੈਂਟ ਨਹੀਂ ਪਾ ਸਕਦੇ। ਤੇ ਹੁਣ ਮੇਰੇ ਕੋਲ ਸਿਰਫ ਕਾਈਂਡ ਆਫ 6-7 ਮਹੀਨੇ ਸੀਗੇ ਵੀ ਹੁਣ ਇਸ 'ਚ ਜੋ ਕਰਨਾ ਕਰ ਲੈਣਾ। ਇਹ ਮੇਰੇ ਲਈ ਗੁੱਡ ਥਿੰਗ ਸੀ, ਮੇਰਾ ਕੋਰਸ ਸੀਗਾ ਆਨਲਾਈਨ, ਮੈਂ ਕਿਤੋਂ ਵੀ ਕਰ ਸਕਦੀ ਸੀ। ਮੈਂ ਵਿਕਟੋਰੀਆ ਯੂਨੀਵਰਸਿਟੀ ਵਿੱਚ ਸੀਗਾ। ਫਿਰ ਮੈਂ ਐਡੀਲੇਡ ਮੈਂ ਆਪਣਾ ਸਰਚ ਆਊਟ ਕੀਤਾ, ਮੈਂ ਦੇਖਿਆ ਮੈਲਬਨ ਆਲਰੇਡੀ 10,000 ECT ਬੈਠੇ। ਮਤਲਬ ਇਹ ਜਿਵੇਂ ਕੁਕਰੀ 'ਚ ਜੋ ਸੀਨ ਹੋਇਆ, ਉਸ ਤੋਂ ਬਾਅਦ ਤੁਹਾਨੂੰ ਇੰਨੀ ਅਕਲ ਆ ਗਈ। ਹਾਂ, ਉਦੋਂ ਮੈਂ ਆਪਣੀ ਰਿਸਰਚ ਵੀ ਬਹੁਤ ਜ਼ਰੂਰੀ ਚਾਹੀਦੀ ਹੈ। ਮੈਂ ਸੱਚੀ ਕਹਿ ਰਹੀ ਹਾਂ, ਆਪਣੀ ਰਿਸਰਚ ਬਹੁਤ ਜ਼ਰੂਰੀ ਹੈ ਤੁਹਾਡੀ। ਤੁਸੀਂ ਸਾਰਾ ਕੁਝ ਆਨਲਾਈਨ ਪਿਆ ਹੈ, ਸਾਰਾ ਕੁਝ ਆਨਲਾਈਨ ਪਿਆ ਹੈ। ਇਹ ਅਸੀਂ ਡਰਦੇ ਹਾਂ, ਅਸੀਂ ਪਤਾ ਨਹੀਂ ਹੁੰਦਾ ਕਿ ਵੀ ਨਵੇਂ ਆਉਂਦੇ ਆ। ਹੁਣ ਜੋ ਵੀ ਮੇਰੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਹੈ ਵੀ ਆਨਲਾਈਨ ਗਵਰਨਮੈਂਟ ਦੀ ਸਾਈਟ 'ਤੇ ਸਾਰਾ ਕੁਝ ਪਿਆ, ਤੁਸੀਂ ਆਪਣੀ ਰਿਸਰਚ ਜ਼ਰੂਰ ਕਰੋ। ਭਾਵੇਂ ਤੁਸੀਂ ਤਸਮਾਨੀਆ ਹੋ, ਐਡੀਲੇਡ ਹੋ, ਮੈਲਬਨ ਹੋ, ਸਿਡਨੀ ਹੋ, ਕਿਤੇ ਵੀ ਹੋ, ਆਪਣੀ ਸਟੇਟ ਦੀ ਸਾਈਟ ਖੋਲੋ, ਉਸ 'ਚ ਸਾਰਾ ਕੁਝ ਪਿਆ। ਤੁਸੀਂ ਜਾਣਾ ਵੀ ਹੈ, ਪਹਿਲਾਂ ਆਪਣੀ ਰਿਸਰਚ ਕਰਕੇ ਜਾਓ ਕਿ ਆਹ ਚੀਜ਼ਾਂ, ਜੇ ਕੁਝ ਕਵੇ ਉਹਨੂੰ ਕੁਐਸਚਨ ਕਰੋ, ਅਗਰ ਨੂੰ ਪਤਾ ਇਹਨੂੰ ਨੌਲੇਜ ਹੈ ਕਿ ਮਿਸਗਾਈਡ ਨਹੀਂ ਕਰੋ ਕਦੇ ਵੀ। ਤੇ ਮੈਂ ਇੰਡੀਅਨਸ ਨੂੰ ਕਿਸੇ ਨੂੰ ਆਇਲ ਪਾ ਕੇ ਕਰਕੇ ਵੀ ਸਾਈਨ ਹਟ ਜੀ ਉਦੋਂ, ਤੇ ਉਹਨਾਂ ਨੂੰ ਗੱਡੀ ਵੇਚਤੀ। ਮੈਂ 3500 ਦੀ ਦਿੱਤੀ ਸੀ, ਮੈਂ 3000 ਚ ਨਿਕਲ ਗਈ। ਹਾਂ, 500 ਦਾ ਲਾਸ ਹੋਇਆ 3 ਮਹੀਨੇ ਦਾ, ਪਰ ਚਲੋ ਠੀਕ ਹੈ ਵੀ 3-4 ਮਹੀਨੇ ਵਰਤੀ ਵੀ ਹੈ। ਫਿਰ ਉਸ ਤੋਂ ਬਾਅਦ ਫਿਰ ਗੱਡੀ ਚਾਹੀਦੀ। ਹੁਣ ਤਾਂ ਬਿਲਕੁਲ ਹੀ ਗੱਡੀ ਦੇ ਬਿਨਾਂ ਨਹੀਂ ਰਹਿ ਸਕਦੇ, ਕਿ ਇੰਨੀ ਆਦਤ ਪੈ ਗਈ ਹੁਣ ਤੇ ਮੈਂ ਪਬਲਿਕ ਟਰਾਂਸਪੋਰਟ ਬਿਲਕੁਲ ਵੀ ਨਹੀਂ। ਮੈਂ ਨਾਲ ਹੀ ਜਿਵੇਂ ਸਵੇਰੇ ਗੱਡੀ ਵਿੱਚ ਹੀ, ਸ਼ਾਮ ਨੂੰ ਇੱਕ ਹੋਰ ਜਗ੍ਹਾ ਗੱਲ ਕੀਤੀ ਸੀ, ਉਹ ਸਾਊਥ ਇੰਡੀਅਨ ਸੀਗੇ। ਮੈਨੂੰ ਸ਼ੁਕਰ ਸ਼ਾਇਦ ਇਹ ਥੋੜੇ ਜਿਹੇ ਟਰਸਟਵਰਦੀ ਵੀ ਆਪਣੇ ਨਾਲ ਖਾ ਲਏ ਚੱਲੀ। ਤੇ ਫਿਰ ਮੈਂ ਉਹਨਾਂ ਕੋਲ ਉਹ ਨਾਲੇ ਸੀਗੇ ਵੀ ਥੋੜੇ 45 ਇਅਰਸ ਦੇ, ਸ਼ਾਇਦ ਵੀ ਹੈ ਨਾ ਥੋੜਾ ਹੋਗਾ,
ਪਰ ਟੱਚਵੁੱਡ ਹੈ ਉਹ ਗੱਡੀ ਮੇਰੇ ਕੋਲ ਅੱਛਾ ਹੱਜ ਜੀ। ਗਈ। ਹਾਂ ਉਹ ਗੱਡੀ ਨੂੰ ਹੋ ਗਏ ਜਿਵੇਂ 3 ਸਾਲ ਹੋ ਗਏ, 3.5 ਸਾਲ। ਮੈਂ ਉਹ ਗੱਡੀ ਐਡੀਲੇਡ ਤੋਂ ਤਸਮਾਨੀਆ ਲੈ ਕੇ ਤੋਂ ਸਵਾਨੀ ਹੁੰਦੀ ਫੈਰੀ ਚ ਫੈਰੀ 'ਚ। ਉਥੋਂ ਮੈਲਬਨ ਤੱਕ ਪਹਿਲਾਂ ਐਡੀਲੇਡ ਤੋਂ ਤਸਮਾਨੀਆ ਡਰਾਈਵ ਕੀਤੀ 8 ਘੰਟੇ, ਤਸਮਾਨੀਆ ਤੋਂ ਸੌਰੀ ਐਡੀਲੇਡ ਤੋਂ ਮੈਲਬਨ ਜਲੌਂਗ ਟਰੈਵਲ ਕੀਤਾ 7 ਘੰਟੇ, ਮੈਲਬਨ ਤੋਂ ਫੇਰੀ ਤੇ ਚੜਾਈ ਜਲੌਂਗ ਤੋਂ ਨੂੰ, ਫਿਰ ਇੱਥੋਂ ਡੈਵਨਪੋਰਟ ਉਤਰੇ, ਡੈਵਨਪੋਰਟ ਤੋਂ ਮੈਂ 4 ਘੰਟੇ। ਤੇ ਉਹ ਰਸਤਾ ਹੀ ਬਹੁਤ ਗੰਦਾ। ਓਹੋ ਬਸ ਬਹੁਤ ਜ਼ਿਆਦਾ ਸਟਰਗਲ। ਮੈਂ ਇੰਨਾ ਬੋਲ ਸਕਦੀ ਕਿ ਟਾਈਮ ਪੂਰਾ ਦਿਨ ਮੈਂ ਬੋਲ ਸਕਦੀ ਹਾਂ ਸਟਰਗਲ ਪਿੱਛੇ ਕੀ। ਫੈਰੀ ਚ ਕਿੱਦਾਂ ਦੇ 12 ਘੰਟੇ? ਫੈਰੀ 'ਚ ਮੇਰੀ ਨਾਈਟ ਫੈਰੀ ਸੀ ਤੇ ਮੈਂ ਸੋ ਗਈ ਸੀ ਤੇ ਉਹ ਚਲੋ ਸਹੀ ਰਿਹਾ ਮੇਰਾ। ਇੱਕ ਮੇਰੀ ਫਰੈਂਡ ਦਾ ਉਹਨੇ ਦਿਨੇ ਕਰਾਈ ਸੀ, ਉਹਦਾ ਬੜਾ ਬੈਡ ਐਕਸਪੀਰੀਅੰਸ ਰਿਹਾ। ਉਹ ਕਹਿੰਦੀ ਇਦਾਂ ਫੈਰੀ 10-12 ਘੰਟੇ ਫੈਰੀ 'ਚ ਤੁਸੀਂ ਦੱਸੋ ਟੌਰਚਰ ਹੈ। ਮਤਲਬ ਵਿਦ ਇਨ ਮਿਡਲ ਆਫ ਦ ਸੀ ਹੁੰਦੇ ਆਪਾਂ, ਕੁਛ ਨਹੀਂ ਇੱਥੇ, ਕੁਛ ਨਹੀਂ ਕੋਈ ਦੂਰ ਤੱਕ ਕੁਛ ਨਹੀਂ ਹੁੰਦਾ, ਪਰ ਮੇਰਾ ਚਲੋ ਠੀਕ ਰਿਹਾ। ਤੇ ਲਾਇਸੈਂਸ ਮਤਲਬ ਫਿਰ ਟੈਸਟ ਦਿੱਤਾ ਜਾਂ ਕਿੱਦਾਂ? ਫਿਰ ਹੁਣ ਇੱਕ ਹੋਰ ਪੰਗਾ, ਐਡੀਲੇਡ ਚੱਲ ਜਾਂਦਾ ਇੰਡੀਅਨ ਲਾਇਸੈਂਸ ਤੋਂ, ਤਸਮਾਨੀਆ ਮੈਂ ਪਤਾ ਕੀਤਾ ਇੰਡੀਅਨ ਲਾਇਸੈਂਸ ਇੱਥੇ ਵਿਦਆਊਟ 3 ਮੰਥ 3 ਮਹੀਨੇ ਤੱਕ ਆਈ ਥਿੰਕ 6 ਮਹੀਨੇ ਕੁਛ ਇੱਦਾਂ ਹੈ ਕਿ ਚਲਾ ਸਕਦੇ ਹੋ, ਉਹ ਤੋਂ ਬਾਅਦ ਨਹੀਂ ਚੱਲਦਾ। ਫਿਰ ਮੇਰੀ ਜਿਸ ਦਿਨ ਫੈਰੀ ਸੀ ਇੱਕ ਦਿਨ ਪਹਿਲਾਂ ਮੇਰੇ ਹੱਥ 'ਚ ਲਾਇਸੈਂਸ ਆਇਆ। ਅੱਛਾ ਉਸ ਐਡੀਲੇਡ ਤੋਂ ਉੱਥੇ ਟੈਸਟ ਮੈਂ ਉਦੋਂ ਟੈਸਟ ਦਿੱਤਾ। ਮੈਂ ਪਹਿਲਾਂ ਕਲਾਸਾਂ ਲਿੱਤੀਆਂ ਕਿਉਂਕਿ ਮੈਂ ਕਿਹਾ ਮੇਰਾ ਤੇ ਟੈਸਟ ਨਹੀਂ ਪਾਸ ਹੋਣਾ, ਕਿਉਂਕਿ ਮੈਂ ਚਲਾਉਂਦੀ ਆਪਣੇ ਲਈ ਇੰਡੀਆ ਵਾਲੇ ਹਿਸਾਬ ਨਾਲ, ਕਿੱਥੋਂ ਵੀ ਕੱਢ ਲਈ ਹੈ ਨਾ, ਏਦਾਂ ਲੈਫਟ ਦੇ ਕੇ ਰਾਈਟ ਮੁੜ ਲਈ ਇੰਡੀਕੇਟਰ ਦੇ ਕੇ, ਹੈ ਨਾ ਏਦਾਂ ਕਰਦੇ ਆ। ਤੇ ਕੁੜੀਆਂ ਦੀ ਡਰਾਈਵਿੰਗ ਤੇ ਥੋੜਾ ਤੁਹਾਨੂੰ ਪਤਾ ਸਭ ਫਨੀ ਵੀ ਹੈ ਨਾ, ਮੇਰੀ ਸ਼ਾਇਦ ਸਹੀ ਵੀ ਹੁੰਦੇ, ਮੈਂ ਬਹੁਤ ਬੈਡ ਡਰਾਈਵਰ ਆ। ਫਿਰ ਮੇਰੇ ਫਰੈਂਡ ਤਾਂ ਮੈਨੂੰ ਕਹਿੰਦੇ ਤੂੰ ਹੈਵੀ ਡਰਾਈਵਰ ਹੈ ਵੀ ਡਬਲ ਆ ਚੜਾ ਕੇ ਮੋੜਨੀ। ਫਿਰ ਮੈਂ ਕਲਾਸਿਸ ਲਿੱਤੀਆਂ, ਮੈਂ ਹਫਤਾ 2 ਤੇ ਤੁਸੀਂ ਸੋਚੋ ਉਦੋਂ ਉਹ ਬੜਾ ਬਿਜ਼ੀ ਮੇਰਾ ਟਾਈਮ ਇੱਕ ਰਿਹਾ, ਕਿਉਂਕਿ ਉਦੋਂ ਇੱਦਾਂ ਸੀਗਾ ਮੈਂ ਸਟੇਟ ਮੂਵ ਕਰਨੀ ਹੈ, ਪੈਕਿੰਗ ਸਾਰਾ ਕੁਛ, ਮੈਂ ਇੱਥੇ ਆਉਣਾ ਸੀ, ਪੈਕਿੰਗ ਕਰਨੀ ਸੀ, ਫਿਰ ਨਾਲੇ ਮੈਨੂੰ ਸੀਗਾ ਵੀ ਇੱਥੇ ਪਤਾ ਨਹੀਂ ਕਦੋਂ ਨਾ ਜੋਬ ਮਿਲੇ। ਇੱਕ ਦਿਮਾਗ 'ਚ ਸੀਗਾ ਵੀ ਬੜੀ ਸੇਵਿੰਗਸ ਕਰਕੇ ਲੈ ਜਾ, ਮੈਂ ਬੈਕ ਟੂ ਬੈਕ ਇੱਥੋਂ ਵੀ ਕੰਮ ਚੱਕ ਲਿਆ, ਉੱਥੋਂ ਵੀ ਕੰਮ ਚੱਕ ਲਿਆ, ਹੈ ਨਾ ਕੰਮ ਬੜਾ। ਮੈਂ ਆਪਣੀ ਮੈਨੇਜਰ ਨੂੰ ਹਰ ਕੰਮ ਤੇ ਕਹਿਤਾ ਵੀ ਮੈਂ ਅਵੇਲੇਬਲ ਆ ਪੂਰਾ ਮਹੀਨੇ, ਮੈਨੂੰ ਜੋ ਮਰਜ਼ੀ ਕੰਮ ਦਿਓ ਤੁਸੀਂ ਨਾਈਟ, ਉਹ ਕਰਤਾ। ਫਿਰ ਨਾਲ ਹੀ ਗੱਡੀ ਦਾ ਸਿਆਪਾ ਪੈ ਗਿਆ। ਤੇ ਫਿਰ ਮੈਨੂੰ ਇੱਕ ਚਲੋ ਇੰਸਟਰਕਟਰ ਮਿਲਿਆ, ਮੈਂ ਔਨ ਦਾ ਸਪੌਟ ਲਾਇਸੈਂਸ ਤੇ $1900 ਲਾਇਆ। $1900? ਉਹ ਕਿੱਦਾਂ? ਕਿਉਂਕਿ 2 ਵਾਰੀ ਦਾ ਟੈਸਟ ਦਿੱਤਾ, ਪਹਿਲੀ ਵਾਰ ਤਾਂ ਫੇਲ ਹੋ ਗਈ ਤੇ ਉਹ ਲਾਇਸੈਂਸ ਡਰਾਈਵਿੰਗ ਤੋਂ ਵੀ ਗਏ ਫਿਰ? ਤੇ ਦੂਜੀ ਵਾਰੀ ਫੇਰ ਦਿੱਤਾ ਤੇ ਹੁਣ $400 ਦਾ ਇੱਕ ਟੈਸਟ ਹੋ ਗਿਆ, 2 ਤੇ ਟੈਸਟ ਹੀ ਹੋ ਗਏ, ਸਿੱਧਾ $800 $100 ਪਰ ਆਵਰ ਉਹਦੀ ਫੀਸ ਸੀਗੀ ਡਰਾਈਵਿੰਗ ਦੀ। ਹਾਂ ਮੈਨੇ 7-8 ਸੈਸ਼ਨ ਦਿੱਤੇ ਤੇ ਉਹ ਤੋਂ ਬਾਅਦ ਫਿਰ $200-250 ਲਾਇਸੈਂਸ ਦੀ ਫੀਸ ਪੜਨੀ, ਮਤਲਬ ਕਰਾ ਕੇ ਸਾਰਾ ਮੈਨੂੰ $1900 ਜੋ ਹਜ਼ਾਰ 'ਚ ਮੈਨੂੰ ਪੈ ਗਿਆ ਲਾਇਸੈਂਸ। ਤੇ ਉਹ ਵੀ ਲਾਇਸੈਂਸ, ਪਰ ਜਦੋਂ ਲਾਇਸੈਂਸ ਆਉਂਦਾ ਨਾ ਆਸਟ੍ਰੇਲੀਅਨ ਲਾਇਸੈਂਸ, ਉਦੋਂ ਤਾਂ ਮੈਨੂੰ ਐ ਸੀਗਾ ਕਿ ਮੈਨੂੰ ਮੇਰੇ ਕੋਲ ਪਤਾ ਨਹੀਂ ਕਿਹੜਾ ਹੈ, ਮੇਰਾ HR ਦਾ ਲਾਇਸੈਂਸ ਆ ਗਿਆ। ਜਿੰਨੀ ਦੇਰ ਦਾ ਹੈਗਾ ਇੰਨੀ ਦੇਰ ਨਹੀਂ ਕੱਢਦੇ। ਨਾ ਉਹ ਤੇ ਮੈਨੂੰ ਐ ਹੀ ਸੀਗਾ ਕਿ ਮੈਡੀਕੇਅਰ ਕਾਰਡ ਆ ਗਿਆ ਮੇਰੇ ਕੋਲ ਤੇ ਬੜਾ ਸੂਨ ਉਹ ਵੀ ਆ ਜਾਊਗਾ। ਹਾਂ ਸੂਨ ਉਹ ਵੀ ਆ ਜਾਊਗਾ, ਸਹੀ ਗੱਲ ਹੈ। ਪਰ ਹਾਂ ਲਾਇਸੈਂਸ ਮੇਰਾ ਫਿਰ ਬਣਿਆ, ਫਿਰ ਮੈਂ ਇੱਧਰ ਆਈ ਤੇ ਚਲੋ ਹੁਣ ਆਸਟ੍ਰੇਲੀਅਨ ਲਾਇਸੈਂਸ ਤੇ ਹੈ ਮੇਰੇ ਕੋਲ, ਪਾਸਪੋਰਟ ਵੀ ਆ ਜਾਏਗਾ। ਸੂਨ ਆ ਜਾਊਗਾ ਵੀ। ਤੇ ਟੈਜ਼ੀ ਹੈ ਕਿ ਟੈਜ਼ੀ ਤੋਂ ਮੈਂ ਦੇਖਿਆ ਤੁਸੀਂ ਇਹ ਚੀਜ਼ ਨੋਟਿਸ ਕੀਤੀ, ਇੰਡੀਆ ਦੀ ਟੀਮ ਜਿਹੜਾ ਮੈਚ ਮੈਲਬਨ ਹੋਇਆ ਉੱਥੇ ਆ ਤਸਵਾਨੀ ਆਈ ਇੱਥੇ ਜਿੱਤੀ ਤਾਂ ਦੇਖ ਲਓ, ਇਹ ਲੱਕੀ ਹੈ। ਹਾਂ ਇਹ ਲੱਕੀ ਹੈ, ਬਹੁਤ ਲੱਕੀ ਹੈ ਵੀ ਤੁਸੀਂ ਚਾਹੇ ਇਹਨਾਂ ਨੇ ਹੁਣ ਥੋੜੇ ਜਿਹੇ ਰੂਲਸ ਆਪਣੇ ਚੇਂਜ ਕੀਤੇ, ਪਰ ਮੈਂ ਹਜੇ ਵੀ ਕਹਿੰਦੀ ਆ ਕਿ ਇਹ ਸਟੇਟ ਹਜੇ ਲੱਕੀ ਹੈ ਡੈਫੀਨਿਟਲੀ। ਜਿਹੜਾ ਆ ਗਿਆ ਬਸ ਇਹਨੂੰ ਵਾਪਸ ਖਾਲੀ ਨਹੀਂ ਹੱਥ ਨਹੀਂ ਮੋੜਦੀ। ਦੇਖ ਮੈਂ ਆਪ ਨਹੀਂ ਦੇਖਿਆ ਤਾਂ ਕਿੰਨੇ ਟਾਈਮ ਹੋ ਗਏ ਇੱਥੋਂ ਮੁੜਿਆ ਨਹੀਂ ਕੋਈ, ਭਾਵੇਂ ਕੋਈ, ਮੈਂ ਇਦਾਂ ਦੇ ਲੋਕੀ ਦੇਖਿਆ 7 ਸਾਲ ਸਿਡਨੀ, 10 ਸਾਲ ਮੈਲਬਨ ਲਾ ਕੇ ਵੀ ਤਸਮਾਨੀਆ ਤੋਂ PR ਲੈ ਕੇ ਜਾਂਦੇ। ਇਹ ਦੇਖੋ ਤੁਸੀਂ ਸਟੇਟ ਦਾ ਮਤਲਬ ਬੜਾ ਵਧੀਆ ਸਟੇਟ ਹੈ, ਛੋਟੀ ਸਟੇਟ ਆ, ਉਨੀ ਕੁ ਮਤਲਬ ਇਮੀਗ੍ਰੇਸ਼ਨ ਵਿੱਚ ਸਾਰਿਆਂ ਦਾ ਸਾਰਾ ਕੁਝ ਪਤਾ, ਇੱਥੇ ਕੋਡ ਕੀ ਚੱਲਦਾ ਕਿੱਦਾਂ। ਹਾਂਜੀ ਤੇ ਬਸ ਉਹੀ ਹੈ, ਹੋਪਫੁਲੀ ਸਾਰਿਆਂ ਨੂੰ ਮੈਂ ਕਹਿੰਦੀ ਹਾਂ ਵੀ ਜਿਹੜੇ ਵੀ ਦੇਖ ਰਹੇ ਆ ਕਿ ਵੀ ਜੇ ਤੁਹਾਨੂੰ ਕਿਤੇ ਬਹੁਤ ਸਟਕ ਤੋਂ ਤੁਸੀਂ ਆਪਣੀ ਲਾਈਫ 'ਚ ਤੁਹਾਨੂੰ ਨਹੀਂ ਕਿਤੇ ਬੁਲਾ ਮਿਲਦਾ, ਇੱਕ ਵਾਰੀ ਤਸਮਾਨੀਆ ਜ਼ਰੂਰ ਟਰਾਈ ਕਰੋ ਆਪਣਾ ਲੱਕ, ਹੈ ਨਾ। ਤੇ ਇੱਥੇ ਮਤਲਬ ਕਿ ਸਿਡਨੀ ਮਤਲਬ ਗਏ ਤੁਸੀਂ ਐਡੀਲੇਡ ਤੇ ਤਸਮਾਨੀਆ, ਕਿ ਅੱਗੇ ਲੌਂਗ ਟਰਮ 'ਚ ਇੱਥੇ ਰਹਿ ਸਕਦੇ ਆ? ਨਹੀਂ ਕਿਉਂਕਿ ਲੌਂਗ ਟਰਮ ਲਈ ਮੇਰੇ ਪਰਸਨਲੀ ਮੇਰਾ ਬਿਲੀਵ ਹੈ ਇੱਥੇ ਠੰਡ ਬਹੁਤ ਜ਼ਿਆਦਾ ਹੈ ਵੈਦਰ, ਤੇ ਮੈਂ ਨਹੀਂ ਇੰਨੀ ਠੰਡ 'ਚ ਰਹਿ ਸਕਦੀ। ਮੈਂ 6 ਮਹੀਨੇ ਹੋ ਗਏ ਇੱਥੇ, ਮੈਂ ਬਹੁਤ ਬਿਮਾਰ ਰਹੀ, ਬਹੁਤ ਜ਼ਿਆਦਾ ਬਿਮਾਰ ਰਹੀ ਇੱਥੇ। ਇੱਕ ਵਾਰੀ ਲਈ ਇੱਦਾਂ ਹੋ ਗਿਆ ਸੀ, ਭਾਵੇਂ ਮੈਨੂੰ ਪਤਾ ਹੈ ਸਟੇਟ 'ਚ ਮੇਰੀ PR ਆਉਣੀ ਹੈ, ਮੈਂ ਇੰਨੀ ਬਿਮਾਰ ਹੋ ਗਈ ਸੀ ਕਿ ਮੈਂ ਵਾਪਸ ਜਾਣ ਨੂੰ ਰੈਡੀ ਸੀ ਕਿ ਵੀ ਕੋਈ ਇੱਦਾਂ ਦੀ ਸਟੇਟ 'ਚ, ਕਿਉਂਕਿ ਕੋਈ ਦਵਾਈ ਨਹੀਂ ਅਸਰ ਕਰ ਰਹੀ, ਇੰਨੇ ਐਂਟੀਡੋਟਸ ਲਾਸਟ ਐਂਡ 'ਚ ਮੈਨੂੰ ਸਟੀਰੋਇਡਸ ਲੈਣੇ ਪਏ। ਅੱਛਾ
ਇੰਨੇ ਮੇਰੇ ਹਾਲਤ ਖਰਾਬ ਹੋ ਗਈ ਸੀ ਕਿ ਮੈਨੂੰ ਕੰਮ ਤੋਂ ਬਿਲਕੁਲ ਤੋੜਤਾ ਛੁੱਟੀ ਲੈ ਕੇ ਮੈਨੂੰ ਸਟੀਰੋਇਡਸ ਲੈਣੇ ਪਏ। ਹੁਣ ਮੈਂ ਬੈਟਰ ਹਾਂ, ਡੈਫੀਨਿਟਲੀ ਹੁਣ ਬੈਟਰ ਹੈ। ਲੌਂਗ ਟਰਮ ਨਹੀਂ, ਕਿਉਂਕਿ ਇੱਕ ਤਾਂ ਸੋਸ਼ਲ ਲਾਈਫ ਨਹੀਂ ਹੈ ਇੱਥੇ ਸੋਸ਼ਲ ਲਾਈਫ ਨਹੀਂ ਹੈ। 5 ਵਜੇ ਸਾਰਾ ਕੁਝ ਬੰਦ ਹੋ ਸਭ ਜਾਂਦਾ, ਕੁਝ ਬੰਦ ਹੋ ਜਾਂਦਾ, ਹਾਂ ਸਾਰਾ ਕੁਝ ਬੰਦ ਹੋ ਜਾਂਦਾ। ਇੱਥੇ ਸੋਸ਼ਲ ਲਾਈਫ ਨਹੀਂ ਹੈ ਤੇ ਮੈਨੂੰ ਲੱਗਦਾ ਇੱਥੇ ਸੋਸ਼ਲ ਲਾਈਫ ਬਣ ਵੀ ਨਹੀਂ ਸਕਦੀ ਕਿਉਂਕਿ ਕੋਈ ਰੁਕਦਾ ਹੀ ਨਹੀਂ। ਲੋਕੀ ਆਉਂਦੇ ਆ ਪੀਆਰ ਲੈ ਕੇ ਚੱਲ ਜਾਂਦੇ ਆ। ਮੇਰੇ ਅਜੇ ਵੀ ਇੰਨੇ ਫਰੈਂਡਸ ਆ ਐਡੀਲੇਡ, ਬਹੁਤ ਮਤਲਬ ਵਧੀਆ ਸੋਸ਼ਲ ਲਾਈਫ ਉੱਥੇ। ਹਾਂ ਮੈਲਬਨ ਬਹੁਤ ਸੋਸ਼ਲ ਲਾਈਫ ਹੈ, ਮੈਲਬਨ ਤੋਂ ਦੇਖਦੇ ਹੀ ਆ ਲੋਕੀ ਉੱਥੇ ਦਾ, ਬਟ ਇੱਥੇ ਨਹੀਂ ਹੈ ਸੋਸ਼ਲ ਲਾਈਫ। ਤੇ ਲਾਈਫ ਦੇ ਵਿੱਚ ਜਿਵੇਂ ਹੁਣ ਤੁਸੀਂ ਚਲੋ ਪੀਆਰ ਲੈ ਲਈ, ਸਾਰਾ ਕੁਝ ਲੈ ਲਿਆ, ਤੇ ਸਕਸੈਸ ਤੁਹਾਡੇ ਲਈ ਲਾਈਕ ਕੀ ਮਤਲਬ ਆ? ਸਕਸੈਸ ਦਾ ਮਨੀ ਆ, ਪੀਸ ਆ ਜਾਂ ਸਟੇਬਿਲਿਟੀ ਲਾਈਫ 'ਚ ਕੀ ਮਤਲਬ ਸਕਸੈਸ ਦਾ ਅਸਲੀ ਮਤਲਬ ਕੀ ਤੁਹਾਡੇ ਲਈ? ਮੈਨੂੰ ਲੱਗਦਾ ਹੈ ਕਿ ਉਹ ਨਾ ਟਾਈਮ ਟੂ ਟਾਈਮ ਚੇਂਜ ਹੁੰਦਾ ਹੈ। ਪਹਿਲਾਂ ਮੇਰੇ ਲਈ ਮਨੀ ਸੀ, ਜਦੋਂ ਮੈਂ ਆਪਣੇ ਟਾਈਮ 'ਚ ਸੀਗੀ ਨਾ, ਵੀ ਪੈਸਾ ਸੀ, ਸਭ ਕੁਝ ਪੈਸਾ ਸੀ, ਬਸ ਕੰਮ ਕਰੀ ਜਾਓ, ਕੰਮ ਕਰੀ ਜਾਓ, ਕੰਮ, ਇਹੀ ਲਾਈਫ ਹੈ। ਪਰ ਹੁਣ ਮੈਨੂੰ ਲੱਗਦਾ ਹੈ ਪੀਸ ਹੁਣ ਮੇਰੇ ਲਈ ਪੀਸ ਹੈ, ਵੀ ਮੈਨੂੰ ਪੀਸ ਆਫ ਮਾਈਂਡ। ਇੱਕ ਏਜ ਤੇ ਤੁਸੀਂ ਆ ਜਾਂਦੇ ਜਦੋਂ ਤੁਹਾਨੂੰ ਹੁੰਦਾ ਕਿ ਨਹੀਂ ਸ਼ਾਂਤੀ ਰਹੇਗੀ, ਸਾਥੀ ਪੈਸਾ ਇੱਥੇ ਹੀ ਰਹਿ ਜਾਣਾ, ਜੇ ਹਾਰਟ ਅਟੈਕ ਆ ਗਿਆ ਨਾ ਪੈਸਾ ਇੱਥੇ ਹੀ ਰਹਿ ਜਾਣਾ। ਤੇ ਪੀਸ ਜ਼ਿਆਦਾ ਜ਼ਰੂਰੀ ਹੈ ਇਹਨੂੰ ਕੰਮ ਕਰਨ ਲਈ, ਪੀਸ ਜ਼ਿਆਦਾ ਜ਼ਰੂਰੀ ਹੈ। ਹਾਂ ਐਵਰੀ ਟਾਈਮ ਮਤਲਬ ਕਿ ਤੁਹਾਨੂੰ ਹਮੇਸ਼ਾ ਮੋਟੀਵੇਟ ਰਹਿਣ ਨੂੰ ਕਿਹੜੀ ਚੀਜ਼ ਦਿੰਦੀ ਹੈ ਜਿਹੜੀ ਹਮੇਸ਼ਾ ਮੋਟੀਵੇਟ ਰੱਖਦੀ ਹੈ ਕਿ ਮੈਂ ਪੀਆਰ ਲੈਣੀ ਹੈ? ਨਹੀਂ ਤਾਂ ਕੋਈ ਇੰਨੀ ਐਫਰਟ ਇੰਨਾ ਕੁਛ ਧੱਕਾ ਹੋਏ ਬੰਦੇ ਨਾ, ਪਤਾ ਕਹਿੰਦਾ ਛੱਡ ਬਾਹਰ ਇੰਡੀਆ ਜਾ। ਹੋਇਆ ਕਦੀ ਇੱਦਾਂ ਦਾ ਬ੍ਰੇਕ? ਬਹੁਤ ਵਾਰੀ ਹੋਇਆ, ਬਹੁਤ ਬੜੀ ਵਾਰੀ ਹੋਇਆ ਵੀ ਮੈਂ ਤੇ ਚੱਲੀ ਹਾਂ ਸਾਰਾ ਕੁਝ ਛੱਡ ਕੇ। ਮਤਲਬ ਮੈਨੂੰ ਲੱਗਦਾ ਮੇਰੇ ਪੇਰੈਂਟਸ ਉਹ ਬੜੇ ਮੈਨੂੰ ਸਪੋਰਟ ਕਰਦੇ ਹੈ। ਕਿਸ ਗੱਲੋਂ? ਮੇਰੇ ਪੇਰੈਂਟਸ ਵੀ ਤੇ ਮੇਰੇ ਬ੍ਰਦਰ ਸਿਸਟਰ ਵੀ, ਮੇਰੇ ਆਪਾਂ 3 ਭੈਣ ਭਰਾ ਹੈ, ਉਹ ਵੀ ਮੈਨੂੰ ਬੜਾ ਸਪੋਰਟ ਕਰਦੇ ਹੈ। ਉਹ ਮਤਲਬ ਹਰ ਵਾਰੀ ਇਹ ਕਹਿੰਦੇ ਵੀ ਹਜੇ ਤਾਂ ਤੈਨੂੰ 5 ਸਾਲ ਹੀ ਹੋਏ, ਹਜੇ ਤਾਂ 6 ਸਾਲ ਹੀ ਹੋਏ, ਕੀ ਹੋ ਗਿਆ, ਤੂੰ ਬਹੁਤ ਯੰਗ ਹੈ, ਬੜਾ ਕੁਝ ਦੇਖਣਾ ਅੱਗੇ। ਮੇਰੇ ਪਾਪਾ ਮੈਨੂੰ ਆਪਣੀ ਸਟੋਰੀਆਂ ਦੱਸਦੇ ਕਿ ਮੈਂ ਹੁਣ ਜਿੱਦਾਂ ਉਹ ਗਰੋਸਰੀ ਸਟੋਰ ਹੈ, ਉਹਨਾਂ ਦਾ ਬਿਜ਼ਨਸ ਹੈ, ਉਹ ਕਹਿੰਦੇ ਮੈਂ ਘੱਟੋ ਘੱਟ 10 ਬਿਜ਼ਨਸਿਸ ਤੋਂ ਪਹਿਲਾਂ ਕੀਤੇ, ਉਸ ਤੋਂ ਬਾਅਦ ਮੈਂ ਫਾਈਨਲ ਇਹ ਵਾਲਾ ਚੂਜ਼ ਕੀਤਾ ਤੇ ਮੈਂ ਹੁਣ ਸਕਸੈਸ ਹੈ। ਤੇ ਇੱਦਾਂ ਨਹੀਂ ਹੈ ਵੀ ਸਭ ਕੁਝ ਸਾਡੇ ਲਈ ਬਣਿਆ। ਉਹਨਾਂ ਨੇ ਜਿਵੇਂ ਬੱਸ 'ਚ ਹਿੱਸਾ ਪਾ ਕੇ ਦੇਖਿਆ ਸੀ, ਉਹ ਸ਼ਿਮਲਾ ਤੱਕ ਗਏ ਸੀ, ਉੱਥੇ ਸੇਬ ਸੂਬ ਦੇ ਫਾਰਮ ਨਹੀਂ ਹੁੰਦੇ, ਉੱਥੇ ਕੰਮ ਕਰਨ, ਮਤਲਬ ਆਂਟੀ ਤੇ ਉਹਨੇ ਕੱਪੜਿਆਂ ਦਾ ਕੰਮ ਕੀਤਾ, ਪਰ ਉਹ ਉਹਨਾਂ ਲਈ ਨਹੀਂ ਸੀ। ਤੇ ਉਹਨਾਂ ਨੂੰ ਹੁਣ ਗਰੋਸਰੀ ਸਟੋਰ ਸੀਗਾ, ਹੁਣ 30 ਸਾਲ ਹੋ ਗਏ ਗਰੋਸਰੀ ਸਟੋਰ ਤੇ, ਬਹੁਤ ਵਧੀਆ ਚੱਲ ਰਿਹਾ। ਤੇ ਫਿਰ ਉਹ ਮੋਟੀਵੇਟ ਕਰਦੇ ਵੀ ਸਭ ਕੁਝ, ਜਿੱਦਾਂ ਮੈਂ ਕਹਿੰਦੀ ਸੀ ਪਹਿਲਾਂ ਕੁੱਕਰੀ 'ਚ ਕੁਛ ਨਹੀਂ ਬਣਿਆ, ਸਿਡਨੀ ਕੁਛ ਨਹੀਂ ਬਣਿਆ, ਏਦਾਂ ਏਜੰਟ ਭੱਜ ਗਏ। ਪਾਪਾ ਨੇ ਕਿਹਾ ਮੇਰੇ ਬੜੇ ਪੈਸੇ ਮਾਰੇ ਗਏ ਪਰ ਅੱਜ ਇੰਨਾ ਦਿੱਤਾ ਹੈ, ਮਤਲਬ ਮਾਲਕਾਂ ਨੇ ਇੰਨਾ ਕੁਛ ਹੈਗਾ ਕਿ ਉਹ ਯਾਦ ਵੀ ਨਹੀਂ ਕਰਦੇ। ਅਸੀਂ ਸਾਰਾ ਕੁਝ ਕਵਰ ਸਭ ਕੁਝ ਕਵਰ ਹੋ ਜਾਂਦਾ ਹੈ। ਤੇ ਤਾਂ ਕਰਕੇ ਵੀ ਤੁਸੀਂ ਬੜੇ, ਮਤਲਬ ਸਾਡੀ ਇੰਡੀਆ ਜੁਆਇੰਟ ਫੈਮਿਲੀ ਹੈ, ਫੈਮਿਲੀ ਸਪੋਰਟ ਬਹੁਤ ਹੈ, ਬਹੁਤ ਜ਼ਿਆਦਾ ਸਪੋਰਟ। ਮਤਲਬ ਮੈਂ ਕਹਿੰਦੀ ਨਾ ਵੀ ਜਿਵੇਂ ਤਾਏ ਚਾਚੇ ਵੀ ਹੁੰਦੇ ਆ ਲੋਕਾਂ ਦੇ, ਮੇਰੇ ਬੜੇ ਵਧੀਆ, ਬਹੁਤ ਵਧੀਆ। ਉਹ ਜਿਵੇਂ ਲਿਟਰਲੀ ਪਾਪਾ ਦੇ ਵਾਂਗੂ ਮੈਂ ਆਪਣੇ ਚਾਚੂ ਨੂੰ ਮੰਨਦੀ ਹਾਂ, ਤੇ ਉਹ ਮੈਨੂੰ ਬੜਾ ਸਪੋਰਟ ਕਰਦੇ ਆ। ਉਹ ਹੱਸ ਕੇ ਅਰੇ ਤੇ ਕੋਈ ਨਹੀਂ, ਹਜੇ ਤਾਂ ਤੈਨੂੰ ਬੜੇ ਸਾਲ ਉੱਥੇ ਲਾਣੇ ਆ, ਮਤਲਬ ਉਹ ਮੈਨੂੰ ਟੋਂਡ ਮਾਰਦਾ ਕਿ ਤੂੰ ਆਪ ਹੀ ਗਈ ਸੀ ਨਾ, ਕੋਈ ਨੀ ਲਾਈ ਚੱਲ ਹੁਣ ਤੇ ਪੀਆਰ ਲੈ ਕੇ ਆਣਾ ਤੂੰ ਵਾਪਸ। ਤੇ ਉਹ ਬੜਾ ਸਪੋਰਟ ਕਰਦੇ, ਮੇਰੀ ਮੰਮੀ ਬੜਾ ਸਪੋਰਟ ਕਰਦੀ ਹੈ, ਉਹ ਹਮੇਸ਼ਾ ਪੋਜ਼ਿਟਿਵਿਟੀ ਦਿੰਦੇ ਆ ਕਿ ਵੀ ਉਹ ਸਭ ਇਹ ਪੋਜ਼ਿਟਿਵ ਦਿੰਦੇ ਕਿ ਲੈ ਉਹਦੇ ਫਲਾਣੀ ਦੀ ਕੁੜੀ ਨੇ ਤਾਂ 9 ਸਾਲ ਹੋ ਗਏ, ਤੂੰ ਤਾਂ ਫੇਰ ਵੀ ਜਲਦੀ ਹੋ ਜਾਏਗੀ, ਫਲਾਣੇ ਦੇ ਮੁੰਡੇ ਨੂੰ 10 ਸਾਲ ਹੋ ਗਏ, ਤੂੰ ਤਾਂ ਫੇਰ ਵੀ ਜਲਦੀ ਹੋ ਜਾਏਗੀ। ਤੇ ਫਿਰ ਚਲੋ ਚੱਲੀ ਜਾ ਰਿਹਾ ਉਹਨਾਂ ਦੇ ਸਪੋਰਟ ਕਰਕੇ। ਤੇ ਕਦੀ ਉਦਾਂ ਦਾ ਕੁਝ ਮਿਸ ਹੈਪਨਿੰਗ ਹੈ, ਕੁਝ ਲਾਈਕ ਸਾਰਾ ਕੁਝ ਚਲੇ ਗਿਆ ਜਾਂ ਅਪ ਐਂਡ ਡਾਊਨਸ ਆਈਆਂ ਕੋਈ ਇਦਾਂ ਦੀਆਂ? ਅਪ ਐਂਡ ਡਾਊਨਸ ਹਾਂਜੀ ਬਹੁਤ ਆਈਆਂ ਅਪ ਐਂਡ ਡਾਊਨਸ, ਜਿਵੇਂ ਜਦੋਂ ਇੱਕ ਗੱਡੀ ਦਾ ਬ੍ਰੇਕਡਾਊਨ ਹੋਣਾ, ਏਜੰਟ ਨੇ ਪੈਸੇ ਮੰਗ ਜਾਣੇ ਇੱਦਾਂ। ਫਿਰ ਸਭ ਤੋਂ ਵੱਡਾ ਇੱਕ ਜਿਹੜਾ ਮਤਲਬ ਮੇਰਾ ਬ੍ਰੇਕਡਾਊਨ ਜੋ ਮੇਰੀ ਲਾਈਫ 'ਚ ਵੀ ਇੱਕ ਫੈਮਿਲੀ ਨੂੰ ਲੈ ਕੇ, ਕਿ ਮੈਂ ਇੰਡੀਆ ਤੋਂ ਵਾਪਸ ਆ ਰਹੀ, ਜਦੋਂ ਮੈਂ ਸੈਕਿੰਡ ਟਾਈਮ ਇੰਡੀਆ ਗਈ ਤੇ ਮੈਂ ਫਲਾਈਟ 'ਚ ਹੀ ਸੀਗੀ ਤੇ ਮੈਂ ਦਾਦੂ ਪਾਸਟ ਗਈ। ਮਤਲਬ ਮੈਂ ਫਲਾਈਟ 'ਚ ਸੀਗੀ, ਮੇਰੀ ਫਲਾਈਟ ਦਿੱਲੀ ਤੋਂ ਉੜੀ ਹੈ ਤੇ ਉਹ ਉਹਨਾਂ ਦੀ ਸੱਸ ਮਾਰ ਗਈ। ਤੇ ਮੇਰੀ ਫੈਮਿਲੀ ਨੇ ਮੈਨੂੰ ਪਿੱਛੇ ਬੜਾ ਕੰਟੈਕਟ ਕੀਤਾ, ਪਰ ਮੇਰੀ ਆਲਰੇਡੀ ਫਲਾਈਟ ਚੱਲ ਰਹੀ ਸੀ। ਦੈਨ ਮੈਂ ਸਿੰਗਾਪੁਰ ਉਤਰੀ, ਤੇ ਮੈਂ ਜਿਵੇਂ ਹੀ ਸਿੰਗਾਪੁਰ ਉਤਰੀ ਤੇ ਮੈਂ ਦੇਖਿਆ ਕਿ ਮੈਨੂੰ ਇੰਨੇ ਕਾਲਸ, ਮੈਨੂੰ 20 ਕਾਲ ਆ ਰੱਖੇ ਹੈ ਘਰੋਂ, ਤੇ ਜਿਵੇਂ ਮੈਸੇजेस ਸਭ ਨੇ ਕੀਤੇ ਪਰ ਬਾਅਦ 'ਚ ਡਿਲੀਟ ਕਰਤੇ ਸਭ ਨੇ, ਮੇਰੇ ਮੰਮੀ ਨੇ, ਡੈਡੀ ਨੇ, ਮੇਰੇ ਮਤਲਬ ਭਰਾਵਾਂ ਨੇ, ਸਭ ਨੇ। ਤੇ ਮੈਨੂੰ ਕਹੇ ਕੀ ਹੋ ਗਿਆ ਇਹਨਾਂ ਨੂੰ, ਮਤਲਬ ਮੈਨੂੰ ਕੋਈ ਆਈਡੀਆ ਨਹੀਂ ਹੈ। ਮੈਂ ਸਿੰਗਾਪੁਰ ਉਤਰੀ, ਖਾਇਆ ਪੀਆ ਆਰਾਮ ਨਾਲ ਖਾ ਰਹੀ ਹਾਂ, ਤੇ ਫਿਰ ਮੈਂ ਮਤਲਬ ਕੀ ਹੋਇਆ ਕਿ ਮੈਂ ਬੈਕ ਟੂ ਬੈਕ ਨਾ ਉਹਨਾਂ ਨੂੰ ਕਾਲ ਲਾ ਰਹੀ, ਮੇਰਾ ਕੋਈ ਕਾਲ ਨਹੀਂ ਪਿਕ ਕਰ ਰਿਹਾ, ਮੈਸੇਜ ਦੇ ਨਾਲ ਗੱਲ ਕਰ ਰਹੇ ਮੇਰੀ, ਕਿਉਂਕਿ ਪਿੱਛੇ ਰੋਣ ਦੀ ਆਵਾਜ਼ਾਂ ਸੀਗੀ ਵੀ ਉਹਨਾਂ ਨੂੰ ਪਤਾ ਲੱਗ ਜੂਗਾ, ਉਹਨਾਂ ਨੂੰ ਸੀਗਾ ਕਿ ਇਹਨੂੰ ਨਾ ਦੱਸੀ ਅਜੇ, ਹਾਂ ਵੀ ਪਹੁੰਚ ਜੇ ਠੀਕ ਠਾਕ। ਤੇ ਇੱਥੇ ਜਦ ਉਦੋਂ ਮੈਂ ਐਡੀਲੇਡ ਸੀਗੀ, ਤੇ ਐਡੀਲੇਡ ਸਭ ਨੂੰ ਪਤਾ ਲੱਗਿਆ ਸੀ, ਸਾਰੇ ਪਹਿਲਾਂ ਹੀ ਪ੍ਰਿਪੇਅਰ ਸੀਗੇ ਕਿ ਵੀ ਇਹ ਆਏਗੀ ਤੈਨੂੰ ਸਾਂਭਣਾ ਹੈ।
ਤੇ ਮੈਂ ਕਹਿ ਰਹੀ ਯਾਰ ਕੀ, ਉਦੋਂ ਮੈਨੂੰ ਪਤਾ ਨਾ ਲੱਗੇ, ਮੈਂ ਕਿਹਾ ਮੈਂ ਵੀ ਬਿਜ਼ੀ ਹੋਣੇ ਸੋਕੇ ਹੈ ਨਾ। ਮੈਂ ਫਿਰ ਆਪਣਾ ਖਾਣਾ ਪੀਣਾ ਲੱਗ ਗਈ। ਉਹ ਤੋਂ ਬਾਅਦ ਫਿਰ ਕਾਫੀ ਟਾਈਮ ਹੋ ਗਿਆ, ਮੈਂ ਫਿਰ ਤੇ ਲੱਕੀਲੀ ਮੇਰਾ ਇੱਕ ਫਰੈਂਡ ਹੈ, ਉਹ ਸਾਡੀ ਸ਼ਾਪਸ ਤੇ ਨਾਲ ਰਹਿੰਦਾ ਹੈ, ਉਹ ਮੇਰਾ ਕਾਫੀ ਅੱਛਾ ਕਾਲਜ ਫਰੈਂਡ ਹੈ। ਉਹਦਾ ਮੈਨੂੰ ਸਡਨਲੀ ਆਊਟ ਆਫ ਨੋਵੇਅਰ ਮੈਸੇਜ ਆਇਆ, ਉਹ ਯਾਰ ਸਾਡੀ ਸ਼ਾਪਸ ਬੰਦ ਹੈ। ਤੇ ਮੈਂ ਕਿਹਾ ਨਹੀਂ, ਇੱਦਾਂ 30 years 'ਚ ਕਦੇ ਨਹੀਂ ਹੋਇਆ ਕਿ ਸ਼ਾਪਸ ਬੰਦ ਹੋਈਆਂ। ਸੋ ਮੈਂ ਸਮਥਿੰਗ ਇਜ਼ ਦੇਅਰ। तो मैं अपने घरे फोन लाया, उन्होंने फिर करता। तो मैं अपनी सिस्टर को मैसेज लिखिया कि मैं हुणे वापस आ रही हूँ सिंगापुर तो ही, जो तुसी मेरा फोन नहीं चक रहे। उन्होंने फोन चक्या, पीछे वाज लाइक देन आई मैं एयरपोर्ट ते ही मैं जिथे थी मैं उत्थे ही बैठ गई हूँ। ते सिक्योरिटी आ गई है, सब आ गए, मैं बहुत जोर जोर की रो रही है, सब आ गए। मतलब मैनू नहीं पता सी, मैनू आई नो आइडिया मैं कितने हाँ कितने, मैनू कोई लेना देना नहीं, कौन मैनू देख रहा की है। ਫਿਰ ਮੇਰੇ ਨਾਲ ਨਾ ਫਲਾਈਟ 'ਚ ਇੱਕ ਹੋਰ ਕਪਲ ਸੀਗਾ, ਤੇ ਉਹਨਾਂ ਨੇ ਮੈਨੂੰ ਸਾਂਭਿਆ। ਜਿਵੇਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਇੰਡੀਅਨ ਸੀਗੇ, ਤੇ ਉਹਨਾਂ ਨੇ ਕਿਹਾ ਉਹ ਵੀ ਐਡੀਲੇਡ ਜਾ ਰਹੇ ਸੀ। ਉਹਨਾਂ ਨੇ ਦੱਸਿਆ ਕਿ ਵੀ ਇੱਦਾਂ ਇੱਦਾਂ ਕਰਕੇ ਹੋ ਗਿਆ। ਫਿਰ ਉਹ ਫਾਈਨਲੀ ਮੈਨੂੰ ਐਡੀਲੇਡ ਤੱਕ ਲੈ ਕੇ ਆਏ, ਕਿੱਦਾਂ ਕਰਕੇ। ਐਡੀਲੇਡ ਮੇਰਾ ਸਾਰੇ 에ਅਰਪੋਰਟ 'ਤੇ ਮੇਰੇ ਲਈ ਖੜੇ ਸੀ, ਤੇ ਮੇਰੇ ਰੀਅਲ ਬ੍ਰਦਰ ਉੱਤੇ ਵੀ ਸੀਗੇ। ਮੈਂ ਬਹੁਤ ਰੋਈ ਉਹਦੇ ਕੋਲ ਦੇਖ ਕੇ, ਬਟ ਉਹ ਬੜਾ ਮਤਲਬ ਮੈਨੂੰ ਇਹ ਚੀਜ਼ਾਂ ਮਿਸ ਕਰ, ਇਹ ਚੀਜ਼ਾਂ ਮੈਨੂੰ ਲੱਗਦਾ ਕਿ ਇੱਥੇ ਆ ਕੇ ਨਾ ਆਪਾਂ ਇਹ ਚੀਜ਼ਾਂ ਮਿਸ ਮਤਲਬ ਉਹ ਕਰ ਦਿੰਦੇ ਆ ਕਿ ਮੇ ਬੀ ਸ਼ਾਇਦ ਮੈਂ ਉੱਧਰ ਹੁੰਦੀ, ਉਹਨਾਂ ਦੇ ਲਾਸਟ ਟਾਈਮ 'ਚ ਉਹਨਾਂ ਦੇ ਨਾਲ ਸੀ, ਬਟ ਮੈਂ ਇੱਥੇ ਸੀ। ਸੇਮ ਹੈਪਨ ਜਦੋਂ ਮੇਰੀ ਦਾਦੀ ਦੀ ਡੈਥ ਹੋਈ, ਮੈਂ ਇੱਧਰ ਸੀਗੀ ਕੋਵਿਡ ਟਾਈਮ 'ਚ, ਮੈਂ ਜਾ ਵੀ ਨਹੀਂ ਪਾਈ। ਮੈਨੂੰ ਇੱਦਾਂ ਲੱਗਦਾ ਕਿ ਸਭ ਕੁਝ ਵਧੀਆ ਇੱਥੇ, ਪਰ ਕੁਛ ਨਾ ਕੁਛ ਤੁਸੀਂ ਫੈਮਿਲੀ ਜਿਹੜਾ ਹੈ ਨਾ ਉਹ ਤੁਸੀਂ ਮਿਸ ਕਰਦੇ। ਇਹ ਵੀ ਚੀਜ਼ਾਂ ਹੁਣ ਤੁਸੀਂ ਜਿਵੇਂ ਆਪਾਂ ਅਗੇ ਤੁਸੀਂ 5-6 ਸਾਲਾਂ 'ਚ 2 ਵਾਰ ਗਏ, 4 ਮਹੀਨੇ ਟੋਟਲ ਆਪਣੇ ਤੁਸੀਂ ਪੇਰੈਂਟਸ ਨਾਲ ਸਪੈਂਡ ਕੀਤੇ ਹੈ ਹਨਾ। ਤੇ ਅੱਗੇ ਲਾਈਫ ਆ ਹੋਰ ਬਿਜ਼ੀ, ਹੋਰ ਜ਼ਿੰਮੇਵਾਰੀਆਂ, ਘਰ ਲੈ ਲਿਆ, ਉਹਦੀ ਇੰਸਟਾਲਮੈਂਟ ਸ਼ੁਰੂ ਹੋਈ ਨੇ, ਮੌਰਗੇਜ ਸ਼ੁਰੂ ਹੋ ਗਈ। ਬੰਦਾ ਕਿੰਨੀ ਵਾਰ ਮਿਲੂਗਾ ਘਰ ਕਿੰਨੀ ਵਾਰੀ ਮਿਲੂਗਾ, ਨਾਲ ਤੁਹਾਡੇ ਪੇਰੈਂਟਸ 올ਡ ਹੋ ਰਹੇ ਤੇ ਉਹ ਬੜਾ ਡਰ ਹੈ। ਜਿਹਦੇ ਟਾਈਮ 'ਚ ਉਹਨਾਂ ਨੂੰ ਲੋੜ ਆ, ਤੂੰ ਆਸਟ੍ਰੇਲੀਆ ਹੈਗਾ, ਉਹ ਸੌਰੀ ਕੈਨੇਡਾ ਜਿਹੜਾ ਹੈਗਾ, ਕਿ ਉਹ ਪੇਰੈਂਟ ਨੂੰ ਮਤਲਬ ਸੁਪਰ ਵੀਜ਼ਾ 5 ਸਾਲ ਦਾ ਦੇ ਦਿੰਦਾ, ਇੱਥੇ ਹਰ ਸਾਲ ਦਾ ਔਰ ਇੰਨੇ ਪੈਸੇ ਹੈ। ਇੱਕ ਪੇਰੈਂਟ ਨੂੰ ਤੂੰ ਕਰਨੇ $50,000 ਨੇ ਉਹਨਾਂ ਨੂੰ ਕਰਾਉਣ ਲਈ, $1 ਲੱਖ ਉਹਦਾ, ਉਹ ਵੀ ਪੀਆਰ ਨਹੀਂ, ਔਰ ਉਹ ਵੀ ਪੀਆਰ ਨਹੀਂ, 30 ਸਾਲ ਦੀ ਬੇਟੀ। ਯੈਸ ਕਿ ਆਹ ਚੀਜ਼ ਤੇ ਮਤਲਬ ਕਿ ਬਹੁਤ ਲੂਪ ਹੋਲ ਹੈ ਇੱਥੋਂ ਦਾ ਬੜਾ ਲੂਪ ਹੋਲ ਹੈ। ਮੇਬੀ ਮੈਂ ਚਾਹੁੰਦੀ ਹੈ ਕਿ ਬਈ ਫਿਊਚਰ 'ਚ ਇਹ ਚੀਜ਼ਾਂ ਚੇਂਜ ਹੋਣ, ਐਟਲੀਸਟ ਪੇਰੈਂਟਸ ਲਈ ਚੇਂਜ ਹੈ ਨਾ, ਵੀ ਪੇਰੈਂਟਸ ਲਈ ਹੋਣਾ ਚਾਹੀਦਾ ਕਿ ਜੇ ਤੁਹਾਡੇ ਮਤਲਬ ਕਿ ਬੱਚੇ ਤੁਸੀਂ ਇੱਥੇ ਹੋ ਤਾਂ ਡੈਫੀਨਿਟਲੀ ਤੁਹਾਡੇ ਪੇਰੈਂਟਸ ਨੂੰ ਤਾਂ ਅਲਾਉ ਕਰੋ ਕਿ ਇੱਥੇ ਹਰ ਸਾਲ ਕਿੱਥੋਂ ਮਤਲਬ ਉਹ ਏਜ ਦੇ ਵਿੱਚ 12 ਘੰਟੇ ਦੀ ਫਲਾਈਟਸ ਲੈ ਕੇ ਕਿੱਥੋਂ ਟਰੈਵਲ ਕਰਨਾ ਹੋਵੇ ਇੰਨਾ, ਬਹੁਤ ਮੁਸ਼ਕਿਲ। ਇਹ ਚੀਜ਼ ਬਾਰੇ ਕਦੀ ਸੋਚਦੇ ਫਿਰ ਕਦੀ ਨਹੀਂ ਇੰਡੀਆ ਜਾਂ ਇੱਥੇ ਰਹਿਣਾ? ਹੁਣ ਮੈਂ ਕਈ ਵਾਰੀ ਸੋਚਦੀ ਹਾਂ ਕਿ ਮੇਬੀ ਸ਼ਾਇਦ ਇੱਕ ਵਾਰੀ ਮੇਰੀ ਪੀਆਰ ਆ ਜਾਏ, ਮੇਬੀ ਮੈਂ ਇੰਡੀਆ ਚੱਲ ਜਾਵਾਂ, ਮੇਬੀ। ਇੱਥੇ ਨਹੀਂ ਰੱਖਿਆ ਕੁਛ, ਇੱਥੇ ਕੁਛ ਨਹੀਂ। ਤੁਸੀਂ ਇੱਥੇ ਨਾ ਇੰਨੇ ਇੱਕ ਲੂਪ 'ਚ ਫਸ ਜਾਓਗੇ। ਮੈਂ ਮੇਬੀ ਕਹਿ ਰਹੀ ਸ਼ਾਇਦ ਮੈਂ ਨਿਕਲ ਨਾ ਪਾਵਾਂ ਇਸ ਲੂਪ ਤੋਂ, ਕਿਉਂਕਿ ਮੈਂ ਹਜੇ ਵੀ ਫਸੀ ਹੋਈ ਹਾਂ, ਹੈ ਨਾ। ਮੈਂ ਮੇਬੀ ਇਨ ਫਿਊਚਰ ਆਪ ਤੋਂ 2 ਸਾਲ ਬਾਅਦ ਦੀ ਗੱਲਾਂ, 3 ਸਾਲ ਬਾਅਦ ਦੀ ਗੱਲਾਂ ਕਰ ਰਹੀ ਵੀ ਸ਼ਾਇਦ ਮੈਂ ਮੂਵ ਹੋ ਜਾ। ਉਹ ਵੀ ਬੜਾ ਇੱਕ ਮੈਂ ਸੋਚ ਸਮਝ ਕੇ ਸਾਰਾ ਕੁਛ, ਕਿਉਂਕਿ ਇਹ ਜਿਹੜਾ ਲੂਪ ਹੈ ਨਾ, ਇਹ ਉਸ ਦਿਨ ਸਟਾਰਟ ਹੋ ਗਿਆ ਜਿਸ ਦਿਨ ਮੈਂ ਪੈਰ ਰੱਖਿਆ ਸੀ। ਬਸ ਕੱਲ ਨੂੰ ਘਰ ਲੈ ਲਿਆ, 30 ਸਾਲ ਦੀ ਮੌਰਗੇਜ 'ਚ ਫਸ ਗਏ, ਬਸ ਗਏ। ਫਿਰ ਉਦੋਂ ਬਾਅਦ ਫਿਰ ਮੈਨੂੰ ਇਹਨਾਂ ਜਿਵੇਂ ਇੰਡੀਆ ਚਲ ਗਈ, ਪਿੱਛੋਂ ਮੌਰਗੇਜ ਤੇ ਚੱਲ ਰਹੀ ਹੈ, ਤੇ ਉਹ ਕੌਣ ਟੇਕ ਕਰੂਗਾ? ਮੈਂ ਜਾ ਮਤਲਬ ਹਾਂ ਮੇਬੀ ਮੈਂ ਉਹ ਵੀ ਕਹਿ ਰਹੀ ਹਾਂ ਕਿ ਮੇਬੀ ਸ਼ਾਇਦ ਨਹੀਂ ਨਿਕਲ ਪਾਓਗੇ ਇਹ ਲੂਪ 'ਚੋਂ। ਇਹੀ ਪਤਾ ਨਹੀਂ, ਇਹੀ ਗੋਰੇ ਇਸ ਲੂਪ 'ਚ ਫਸੇ ਹੋਏ ਆ, ਇਹਨਾਂ ਦੀ ਆਪ ਦੀ ਕੰਟਰੀ ਹੈ, ਇਹੀ ਇੱਦਾਂ ਆ ਕੇ ਆਪਾਂ ਫਸ ਜਾਂਦੇ ਆ। ਮੇਰੀ ਇੱਕ ਸਲਾਹ ਹੈ, ਤੁਸੀਂ ਭਾਵੇਂ ਪਾਉਣਾ ਨਹੀਂ ਪਾਉਣਾ ਆਪਣੇ ਤੁਹਾਡੇ ਉੱਤੇ ਹੈ, ਬਟ ਕਿ ਜਿਹਦਾ ਇੰਡੀਆ ਵਧੀਆ ਚੱਲਦਾ ਨਾ ਹੈ। ਮੈਂ ਸੱਚੀ ਕਹਿ ਰਹੀ ਹਾਂ, ਕੁੜੀਆਂ ਨੂੰ ਕੋਈ ਲੋੜ ਨਹੀਂ ਆਉਂਦੀ, ਤੁਸੀਂ ਉੱਥੇ ਵਧੀਆ ਵਿਆਹ ਵੀ ਕਰੋ। ਕੁੜੀਆਂ ਤਾਂ ਅੱਜ ਕੱਲ੍ਹ ਇੰਡੀਆ ਬੜੀ ਵਧੀਆ ਕਰ ਰਹੀ ਹੈ, ਵਿਆਹ ਵੀ ਕਿਉਂ ਵੀ ਚਲੋ ਜਿਹਦਾ ਨਹੀਂ ਵੀ ਕੁਛ ਹੋ ਰਿਹਾ, ਤੁਸੀਂ ਉੱਥੇ ਵੀ ਜੇ ਵਿਆਹ ਕਰਦੇ ਹੋ ਵਧੀਆ, ਤੁਸੀਂ ਹੋ ਘਰ 'ਚ ਨਾ ਤੇ ਉੱਥੇ ਰਹੋ, ਉੱਥੇ ਆਪਦੇ ਮਤਲਬ ਜਿੰਨਾ ਪੈਸਾ ਇੱਥੇ ਲਾਣਾ। ਹਾਂਜੀ ਆਪਣੇ ਨਾ ਜਿਵੇਂ ਮੋਸਟਲੀ ਉੱਧਰ ਪੰਜਾਬ ਹਰਿਆਣਾ ਦੇ ਰੋਡ ਸਾਈਡ ਇੱਕ ਭੇਡ ਚਾਲ ਆ। ਹਾਂ ਪੰਜਾਬ ਦੇਖੇ ਸਾਰਾ ਹੀ 12ਵੀਂ ਕਰ ਲਈ, ਬਾਹਰ ਹੀ ਜਾਣਾ। ਮਤਲਬ ਪੰਜਾਬ 'ਚ ਤਾਂ ਘਰ ਖਾਲੀ ਪਏ ਹੈ ਹੀ ਨਹੀਂ, ਉੱਥੇ ਹੈ ਨਹੀਂ ਕੋਈ, ਖਾਲੀ ਪਏ। ਮਤਲਬ ਇੱਦਾਂ ਮੈਂ ਤੇ ਮੈਨੂੰ ਜੇ ਦੁਬਾਰਾ ਕੋਈ ਇੱਕ ਚਾਂਸ ਮਿਲੇ ਨਾ ਕਿ ਮੈਨੂੰ ਇੱਕ ਲਾਈਫ ਡਿਸੀਜਨ ਜੋ ਚੇਂਜ ਕਰਨਾ ਆਪਣਾ, ਆਈ ਵੁੱਡ ਚੇਂਜ ਕਿ ਮੈਂ ਬਾਹਰ ਨਾ ਹੁਣ ਨਾ ਉੱਧਰ ਜੋਗੇ, ਕਿਉਂਕਿ ਉਹ ਉੱਥੋਂ ਘੱਟ ਹੋ ਚੁੱਕਾ 6 ਸਾਲ, ਪਤਾ ਨਹੀਂ ਜਾ ਕੇ ਉੱਥੇ ਕਲਚਰ ਨੂੰ ਦੁਬਾਰਾ ਅਡਾਪਟ ਕਰਨਾ, ਸਾਰਾ ਕੁਝ ਕਰਨਾ, ਕਿ ਉਹ ਮਤਲਬ ਕਿ ਬਹੁਤ ਵੱਡਾ ਚੈਲੰਜ ਆ ਕਿ ਤੇ ਜੋ ਇੱਕ ਵਾਰ ਇੱਕ ਸਟੈਂਡਰਡ ਆਫ ਲਿਵਿੰਗ ਇੱਥੇ ਆ, ਉਹ ਜਾ ਕੇ ਉੱਥੇ ਮੇਨਟੇਨ ਨਹੀਂ ਹੁੰਦਾ। ਤੇ ਕੀ ਕਰੀਏ, ਬਸ ਚੱਲੀ ਜਾਂਦਾ, ਪਤਾ ਨਹੀਂ ਚੱਲੀ ਠੀਕ ਮੈਂ ਕਹਿ ਵੀ ਰਹੀ ਹਾਂ just go with the flow। ਆਉਣ ਵਾਲੇ ਤੁਸੀਂ ਜਿਹੜੇ ਅਗਲੇ ਆਪਣੇ ਸਟੂਡੈਂਟਸ ਹਨ, ਉਹਨਾਂ ਨੂੰ ਕੀ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਹੋ, ਜਿਹੜੇ ਕੋਈ ਹੁਣ ਆਉਣ ਵਾਲੇ ਟਾਈਮ 'ਚ ਆ ਰਹੇ?
ਘਬਰਾਓ ਨਾ ਵੀ ਏਡਾ ਵੀ ਡਰੇ ਨਾ, ਇਹ ਵਧੀਆ ਕੰਟਰੀ ਹੈ, ਇਹ ਨਹੀਂ ਹੈ ਵੀ ਤੁਸੀਂ ਜੇ ਡੈਫੀਨਿਟਲੀ ਜਿਹਦਾ ਇੰਡੀਆ ਨਹੀਂ ਕੋਈ ਕਿੱਦਾਂ ਬਣਦਾ ਉਹ ਜ਼ਰੂਰ ਆਏ। ਮੈਂ ਸਿਰਫ ਉਹਨਾਂ ਲਈ ਕਹਿ ਰਹੀ ਕਿ ਜਿਨ੍ਹਾਂ ਦਾ ਇੰਡੀਆ ਬੜਾ ਵਧੀਆ ਬਿਜ਼ਨਸ ਸੈੱਟ ਹੈ ਉਹ ਉਹਨਾਂ ਨੂੰ ਕੋਈ ਆਉਣ ਦੀ ਲੋੜ ਨਹੀਂ ਹੈ। ਹਾਂ, ਜਿਨ੍ਹਾਂ ਨੂੰ ਇੰਡੀਆ ਹਜੇ ਵੀ ਜਿਨ੍ਹਾਂ ਨੂੰ ਜ਼ਰੂਰਤ ਹੈ ਅੱਗੇ ਵਧਣ ਦੀ ਜਾਂ ਆਪਣੇ ਫੈਮਿਲੀ ਨੂੰ ਸਪੋਰਟ ਕਰਨ ਦੀ, ਜ਼ਰੂਰ ਆਏ ਇੱਥੇ। ਉਸ ਤੋਂ ਵਧੀਆ ਆਸਟ੍ਰੇਲੀਆ ਵਰਗੀ ਕੰਟਰੀ ਨਹੀਂ ਹੈ ਨਾ। ਉਸ ਤੋਂ ਵਧੀਆ ਵੀ ਤੁਸੀਂ ਜੇ ਤੁਸੀਂ ਪੈਸੇ ਦੇ ਮਾਮਲੇ 'ਚ ਦੇਖੋਗੇ ਤੇ ਬੱਲੇ ਬੱਲੇ ਕਰਾ ਦਿੰਦੀ ਕੰਟਰੀ। ਤੁਸੀਂ ਕੰਮ ਕਰਨ ਵਾਲੇ ਹੋਣੇ ਚਾਹੀਦੇ, ਇੱਥੇ ਬਹੁਤ ਕੰਮ ਹੈ, ਬਹੁਤ ਕੰਮ ਹੈ, ਬਹੁਤ। ਤੇ ਨਾਲੇ ਮੈਨੂੰ ਐਂ ਲੱਗਦਾ ਕਿ ਤੁਹਾਨੂੰ ਥੋੜਾ ਜਿਹਾ ਖੁਦ ਵੀ ਐਕਟਿਵ ਹੋਣਾ ਇਹ ਕੰਟਰੀ 'ਚ। ਤੁਸੀਂ ਕਿਸੇ ਤੇ ਤੁਹਾਨੂੰ ਬੜਾ ਖੁਦ ਵੀ ਐਕਟਿਵ ਹੋਣਾ ਚਾਹੀਏ। ਹੱਥ ਪੈਰ ਮਾਰੋ, ਇੱਕ ਕੰਮ ਤੋਂ ਦੂਜਾ ਕੱਢੋ, ਦੂਜੇ ਕੰਮ ਤੇ ਲਿੰਕਸ ਬਣਾਓ, ਫਿਰ ਅੱਗੇ ਵਧੋ। ਮਤਲਬ ਮੈਨੂੰ ਐਂ ਲੱਗਦਾ ਉਹ ਇੱਕ ਪੇ ਰੇਟ ਤੇ ਜਿਵੇਂ ਤੁਸੀਂ ਸ਼ੁਰੂ ਤੋਂ ਮੈਂ ਏਦਾਂ ਨਹੀਂ ਕਿ ਮੈਂ ਵੀ ਬੜਾ ਬਹੁਤ ਕੰਫਰਟ ਜ਼ੋਨ ਚੋਂ ਬਾਹਰ ਆਣਾ ਪੈਣਾ ਸੀ। ਬਸ ਮੈਂ $14 ਤੇ ਕੰਮ ਕੀਤਾ, ਉਹੀ ਅੰਡਰ ਪੇ ਤੇ ਵੀ ਕੰਮ ਕਰਕੇ ਅੱਜ ਮੈਂ $45 ਤੇ ਕੰਮ ਕਰਦੀ। ਉਹੀ ਹੈ ਕਿ 6 ਸਾਲ ਤੋਂ 14 ਤੋਂ 45 ਦਾ ਜਿਹੜਾ ਮੇਰਾ ਸਫ਼ਰ ਹੈ ਨਾ, ਉਹ ਬਹੁਤ ਮੁਸ਼ਕਿਲ ਸੀ, ਬਹੁਤ ਜ਼ਿਆਦਾ, ਬਟ ਵਰਥ ਇਟ ਹੁੰਦਾ ਹੈ। ਜਦੋਂ ਤੁਹਾਡਾ $45 ਪਰ ਆਵਰ ਹੁੰਦਾ ਨਾ, ਜੇ ਤੁਸੀਂ ਕਿਸੇ ਨੂੰ ਦੱਸਦੇ ਹੋ ਤੇ ਮਤਲਬ ਬਾਕੀ ਇੱਥੇ ਵੀ ਕੈਨੇਡਾ ਮੇਰਾ ਪਿੱਛੇ ਫਰੈਂਡ ਆਇਆ ਇੱਕ, ਉਹਦੀ ਵਾਈਫ ਦੇ ਨਾਲ, ਉਹ ਕਹਿੰਦੇ ਕਿ ਉੱਥੇ ਡਾਕਟਰ ਦਾ 45 ਰੇਟ ਹੈ। ਉਹ ਕਹਿੰਦਾ 45 ਦਾ ਤੁਹਾਡਾ ਮਤਲਬ ਤੂੰ ਕੀ ਕਰਦੀ ਰਹੀ ਇੱਥੇ? ਮੈਂ ਕਿਹਾ ਮੈਂ ਹਾਲੇ ਚਾਹੇ ਟੀਚਰ ਹਾਂ। 20 ਬਸ ਇੱਥੇ ਬੇਸ ਹੀ 25-26 ਈਜ਼ੀ। ਤੇ ਆਉਣ ਵਾਲੇ ਟਾਈਮ ਤੇ ਵੱਧ ਰਿਹਾ ਪੇ ਰੇਟ ਇੱਥੇ। ਚਲੋ ਖਰਚੇ ਵੀ ਵੱਧ ਰਹੇ, ਮੈਂ ਇਹ ਨਹੀਂ ਕਹਿ ਰਹੀ ਹਾਂ, ਬਟ ਜੇ ਤੁਸੀਂ ਵਧੀਆ ਦਿਮਾਗ ਨਾਲ ਚੱਲਦੇ ਹੋ ਨਾ ਤੇ ਇੱਕ ਕੰਟਰੀ ਏਦਾਂ ਨਹੀਂ ਹੈ ਲੋਕੀ 4-4 ਸਾਲ 'ਚ ਵੀ ਪੀਆਰ ਹੋਏ ਇਸ ਕੰਟਰੀ 'ਚ। ਬਟ ਪਲੈਨਿੰਗ ਤੇ ਪ੍ਰੋਪਰ ਪਹਿਲੇ ਦਿਨ ਤੋਂ ਗਾਈਡ ਕਰਨ ਵਾਲਾ ਨਹੀਂ ਸੀ ਕੋਈ, ਜਿਵੇਂ ਏਜੰਟ ਆਏ ਸੀ ਜਿਵੇਂ ਕੁਝ ਕਿ ਮਿਸਗਾਈਡ ਕਰ ਗਏ। ਜੇ ਪ੍ਰੋਪਰ ਆਪਾਂ ਨੂੰ ਗਾਈਡ ਕਰਨ ਵਾਲਾ ਹੁੰਦਾ ਆਪਾਂ 4 ਸਾਲਾਂ 'ਚ ਪੀਆਰ ਲੈ ਕੇ ਬੈਠੇ। ਮੈਨੂੰ ਬੜਾ ਹੁੰਦਾ, ਮੈਂ ਸ਼ਾਇਦ ਅੱਜ ਤੱਕ ਹੋ ਜਾਂਦੀ ਜੇ ਮੈਨੂੰ ਸ਼ੁਰੂ 'ਚ ਕੋਈ ਗਾਈਡ ਕਰਨ ਵਾਲਾ। ਉਹੀ ਆਪਾਂ ਇਹ ਪਲੇਟਫਾਰਮ ਦੇ ਥਾਂ ਜਿਹੜੇ ਨਵੇਂ ਸਟੂਡੈਂਟਸ ਆ ਰਹੇ ਆ, ਜਿਹੜੇ ਇੱਥੇ ਇਸ ਟਾਈਮ ਹੈਗੇ ਵੀ ਉਹਨਾਂ ਨੂੰ ਵੀ ਅਵੇਅਰ ਕਰਾ ਦੇ, ਆਹ ਗਲਤੀਆਂ ਆਪਾਂ ਕੀਤੀਆਂ ਇਹ ਚੀਜ਼ ਨਾ ਕਰਿਓ। ਆਸਟ੍ਰੇਲੀਆ ਤੋਂ ਜੋ ਆਪਣਾ ਟ੍ਰੇਡ ਕੋਰਸ, ਟ੍ਰੇਡ ਵਰਕ, ਕੰਸਟਰਕਸ਼ਨ, ਟ੍ਰੇਡਿੰਗ, ਪੇਂਟਿੰਗ, ਇਹ ਤੇ ਨਾ ਛੱਡਿਓ। ਇਹ ਤੇ ਟੌਪ 'ਚ ਹੈ ਇਹਨਾਂ ਦੇ। ਇਹ ਮੈਨੂੰ ਲੱਗਦਾ ਸ਼ਾਇਦ ਰਹੂਗੀ ਹਰ ਵਾਰ। ਇਹ ਅਸੀਂ 6 ਸਾਲ ਤੋਂ ਦੇਖਦੇ ਆਏ ਹਾਂ, ਹਜੇ ਵੀ ਇਹ ਪ੍ਰਾਇੋਰਟੀ ਲਿਸਟ ਹੈ ਹੈਨਾ। ਸ਼ਾਇਦ ਮੈਂ ਪੇਂਟਿੰਗ ਕਰ ਲੈਂਦੀ ਫਿਰ ਤਾਂ ਐਡੀਲੇਡ ਦੀ 180 ਨੇ ਆ ਜਾਣਾ ਸੀ ਈਜ਼ੀ। ਫਿਰ ਸ਼ਾਇਦ ਮੇਰਾ ਸਿਡਨੀ ਵੀ ਆ ਜਾਣਾ ਸੀ ਜੇ ਮੈਂ ਸਿਡਨੀ ਕਰ ਲਿਆ। ਉਹ ਕਮਿਸ਼ਨ ਦੇ ਚੱਕਰ ਦੇ ਵਿੱਚ ਆਪਦੀ ਸਰਚ ਤੋਂ ਮਾਰ ਖਾਦੀ ਕਿ ਆਉਣ ਵਾਲਿਆਂ ਨੂੰ ਇਹ ਧਿਆਨ ਰੱਖਿਆ ਆਪਦੀ ਸਰਚ ਜ਼ਰੂਰੀ ਹੈ। ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਕੁਛ ਵੀ ਚਾਹੀਦਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ, ਹੈਲਪ ਕਰਾਂਗੇ। ਤੁਸੀਂ ਆਪਣੇ ਬਾਰੇ ਦੱਸੋ, ਕਾਫੀ ਵਧੀਆ ਲੱਗਦੀ ਹੈ? ਚਾਹ ਕਾਫੀ ਤੇ ਚਾਹ ਕਿਉਂ ਨਹੀਂ? ਮੈਂ ਚਾਹ ਮੈਨੂੰ ਬਹੁਤ ਸਾਲ ਹੋ ਗਏ ਛੱਡਤੀ ਚਾਹ। ਮੈਨੂੰ ਇੰਡੀਆ ਪੀਤੀ? ਹਾਂ ਇੰਡੀਆ ਪੀਂਦੀ ਸੀ, ਪਰ ਹੁਣ ਨੋ ਆਜ਼ੀ ਕਲਚਰ ਫਿਰ ਚਾਹ ਤੋਂ ਬਿਨਾਂ ਅੱਖ ਨਹੀਂ ਖੁੱਲਦੀ। ਚਾਹ ਤੋਂ ਬਿਨਾਂ ਤੇ ਨਹੀਂ। ਸਵੇਰੇ ਕੰਮ ਤੇ ਬੰਦਾ ਭੁੱਖਾ ਚੱਲ ਜੂ, ਪਰ ਚਾਹ ਤੋਂ ਕਾਫੀ ਤੋਂ ਬਿਨਾਂ ਨਹੀਂ। ਸਹੀ ਗੱਲ ਹੈ। ਕੰਮ ਤੋਂ ਆ ਕੇ ਜਿਮ ਜੁਮ ਜਾਂਦਾ ਸ਼ੌਂਕ ਹੈ ਜਾਂ ਸੌਣ ਦਾ? ਨਹੀਂ, ਜਿਮ ਦਾ। ਇਹ ਤਾਂ ਨਹੀਂ ਸੁੱਤੇ ਰਹੋ 12 ਘੰਟੇ? ਨਹੀਂ। ਉਹ ਮੈਂ ਪਹਿਲਾਂ ਕਰਦੀ ਸੀ ਜਦੋਂ ਸਟੂਡੈਂਟ ਲਾਈਫ 'ਚ ਸੀਗਾ, ਉਦੋਂ ਕਰਦੇ ਸੀ, ਪਰ ਹੁਣ ਆਪਣਾ ਮੈਂ ਥੋੜੀ ਲਾਈਫ ਮੇਨਟੇਨ ਕੀਤੀ ਹੈ ਪ੍ਰੋਪਰ। ਹੁਣ ਸਾਰੀ ਰੁਟੀਨ ਹੈ ਪ੍ਰੋਪਰ। ਮਾਰਨਿੰਗ ਸ਼ਿਫਟਸ ਅਰਲੀ ਮਾਰਨਿੰਗ ਪ੍ਰੈਫਰ ਕਰਦੇ ਹੈ ਜਾਂ ਈਵਨਿੰਗ ਜਾਂ ਨਾਈਟਸ? ਨੋ ਅਰਲੀ ਮਾਰਨਿੰਗ, ਆਈ ਐਮ ਨਾਟ ਅ ਮਾਰਨਿੰਗ ਪਰਸਨ। ਮੈਂ ਬਹੁਤ ਮਜਬੂਰੀ 'ਚ ਕਰਦੀ ਸੀ, ਮੈਂ ਕਦੇ ਵੀ ਨਹੀਂ ਰਹੀ ਮਾਰਨਿੰਗ ਪਰਸਨ, ਪਰ ਪਹਿਲਾਂ ਮਜਬੂਰੀ ਸੀ ਕਰਦੇ ਸੀ, ਹੁਣ ਨਹੀਂ ਹੈ। ਹੁਣ ਹੈਗਾ ਚਲੋ ਵੀ ਮਾਲਕ ਦੀ ਦਇਆ ਤੇ ਸਾਰਾ ਕੁਝ ਵਧੀਆ ਚੱਲਦਾ ਪਿਆ ਤੇ ਹੁਣ ਮੇਰਾ ਵਧੀਆ ਟਾਈਮਿੰਗ ਹੈ 9:30 to 6। ਓਕੇ, ਪੂਰੀ ਪ੍ਰੋਪਰ ਮੇਰਾ ਪ੍ਰੋਪਰ। ਤੇ ਡ੍ਰੀਮ ਕਾਰ ਕਿਹੜੀ ਤੁਹਾਡੀ? ਮੇਰੀ 2 ਹੈਗੀਆਂ ਡ੍ਰੀਮ ਕਾਰ, ਇੱਕ ਤਾਂ ਮੈਂ ਮਸਟੈਂਗ, ਇੱਕ ਰੇਂਜ ਰੋਵਰ। ਤੇ ਮਤਲਬ ਕਿ ਪੀਆਰ ਤੋਂ ਬਾਅਦ ਡ੍ਰੀਮ ਸਿਟੀ ਮਤਲਬ ਕਿਹੜੀ ਸਿਟੀ ਚ ਪ੍ਰੈਫਰ ਕਰੋਗੇ ਤੁਸੀਂ? ਮੈਂ 2 ਸਿਟੀ ਚ ਅਜੇ ਕਨਫਿਊਜ਼ ਹਾਂ, ਐਡਲੇਡ ਜਾਂ ਮੈਲਬਰਨ। ਯੈਸ, ਸੋ ਵੀ ਵਿਲ ਸੀ ਮਤਲਬ ਆਫਟਰ ਗ੍ਰਾਂਟ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਸੀਂ ਐਡਲੇਡ ਜਾਣਾ। ਤੇ ਆਪਣਾ ਇੱਥੇ ਮਤਲਬ ਜੌਬ ਜਿਵੇਂ ਤੁਸੀਂ ਕਰਦੇ ਹੈ ਕੋਈ ਬਿਜ਼ਨਸ ਦੇ ਵਿੱਚ ਜਾਣਦੇ ਜਾਂ ਕੁਝ, ਜਿਵੇਂ ਤੁਸੀਂ ਜਿਵੇਂ ਰੀਲਸ ਵੀ ਮਤਲਬ ਕਿ ਆਪਣਾ ਕਰਦੇ ਹੋ ਕਿ ਸੋਸ਼ਲੀ ਐਕਟਿਵ ਹੋ, ਕਿ ਇੱਕ ਐਜ਼ ਅ ਕੰਟੈਂਟ ਕ੍ਰੀਏਟਰ ਦੇ ਵਿੱਚ ਤੁਹਾਡਾ ਹੈ ਕਿ ਕਰੀਅਰ ਬਣਾਉਣਾ ਜਾਂ ਕੋਈ ਬਿਜ਼ਨਸ ਕਰਨਾ ਜਾਂ ਜੌਬ ਹੀ ਕਰਨੀ? ਮੈਂ ਮਤਲਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਹਾਂ ਮੈਂ ਆਨਲਾਈਨ ਮੇਰਾ ਕੰਟੈਂਟ ਕ੍ਰੀਏਟਰ ਦਾ ਹੈਗਾ, ਮੈਂ ਸਟਾਰਟ ਕੀਤਾ ਸੀ ਕਿ ਮੈਨੂੰ ਸ਼ੌਂਕ ਸੀ ਕਿ ਵੀ ਮੈਂ ਕਦੇ ਵੀ ਪੈਸੇ ਲਈ ਨਹੀਂ ਕੀਤਾ, ਸੱਚੀ ਦੱਸਾਂ ਨਾ। ਮੈਨੂੰ ਕਰਦੇ ਨੇ ਵੀ ਕਦੇ ਇਹ ਨਹੀਂ ਕਿਹਾ ਵੀ ਤੂੰ ਪੈਸੇ ਕਮਾਣੇ ਇਸ ਚੀਜ਼ ਤੋਂ, ਉਹ ਮੇਰਾ ਸ਼ੌਂਕ ਸੀ। ਮੈਂ ਸ਼ੌਂਕੀਆ ਸਟਾਰਟ ਕੀਤਾ। ਮੈਂ ਸਟਾਰਟਿੰਗ 'ਚ ਬੜੀ ਲੋਕਾਂ ਦੀ ਫ੍ਰੀ ਵੀਡੀਓਜ਼ ਵੀ ਬਣਾਈਆਂ, ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਪੈਸੇ ਕਮਾਣੇ ਹੁੰਦੇ ਆ, ਵੀ ਇਹ ਪੈਸੇ ਦਾ ਪ੍ਰੋਫੈਸ਼ਨ ਹੈ। ਮੈਨੂੰ ਲੱਗਦਾ ਸੀ ਕਿ ਵੀ ਇਹਦੇ ਨਾਲ ਸ਼ਾਇਦ ਮੇਰੀ ਪ੍ਰੋਫਾਈਲ ਬਿਲਡ ਹੋ ਰਹੀ ਹੈ ਜਾਂ ਵਟਐਵਰ ਹੈ ਨਾ, ਮੈਨੂੰ ਐਂ ਲੱਗਦਾ ਸੀ ਤੇ ਮੈਨੂੰ ਮਜ਼ਾ ਆਉਂਦਾ ਸੀ। ਮਤਲਬ ਮੈਨੂੰ ਗੱਲ ਕਰਨਾ ਵਧੀਆ ਲੱਗਦਾ ਹੈ ਤੇ ਮੈਂ ਕੀਤਾ,
ਬੜਾ ਵਧੀਆ ਰਿਸਪੌਂਸ ਆਏ। ਫਿਰ ਮੈਨੂੰ ਲੱਗਿਆ ਕਿ ਯਾਰ, ਫਿਰ ਮੈਨੂੰ ਅੱਗੋਂ ਤੋਂ ਲੋਕੀ ਕਹਿੰਦੇ ਕਿ ਵਟ ਆਰ ਯੂ ਚਾਰਜਸ, ਹਾਊ ਡੂ ਯੂ ਚਾਰਜ, ਜਦੋਂ ਮੈਨੂੰ ਇਨਕੁਆਇਰੀਜ਼ ਆਉਂਦੀ ਸੀ। ਫਿਰ ਮੈਨੂੰ ਇਹ ਯਾਰ ਚਾਰਜ ਕਰਦੇ ਆ ਤੇ ਪੈਸੇ ਲੈਣੇ। ਹਾਂ, ਫਿਰ ਮੈਂ ਸ਼ੁਰੂ ਕੀਤਾ ਜਿਵੇਂ ਹੌਲੀ ਥੋੜੇ ਤੋਂ, ਹੈ ਨਾ, ਤੇ ਉਹ ਅੱਗੇ ਵਾਲਾ ਬੰਦਾ ਤੇ ਡਨ, ਹਾਂਜੀ ਡਨ, ਤੇ ਉਹ ਮੇਰੇ ਲਈ ਜ਼ਿਆਦਾ ਹੁੰਦਾ ਸੀ ਕਿ ਯਾਰ ਇਸ ਤੋਂ ਮੈਂ ਇੰਨੇ ਮੰਗ ਰਹੀ ਹੈ, ਘਟਾਊਗਾ, ਇਹ ਬਾਰਗੇਨ ਕਰੂਗਾ, ਇੰਨੇ ਤੱਕ ਸੈੱਟ ਕਰ ਦਾਂਗੇ, ਉਹਦੇ ਚ ਡਨ। ਤੇ ਮੈਂ ਕਿਹਾ ਯਾਰ, ਫਿਰ ਜਦੋਂ ਮੈਂ ਬਹੁਤ ਰੀਲਾਂ ਕੀਤੀਆਂ ਨਾ, ਮੈਂ ਬਹੁਤ ਕੰਟੈਂਟ ਕ੍ਰੀਏਟ ਕੀਤਾ, ਲੋਕਾਂ ਦੀ ਪ੍ਰਮੋਸ਼ਨਸ ਕਰਦੀ ਹੈ, ਬਿਜ਼ਨਸ ਪ੍ਰਮੋਸ਼ਨ ਹੋ ਗਈ, ਆਰਟਿਸਟ ਪ੍ਰਮੋਸ਼ਨਸ, ਹੈ ਨਾ, ਇੱਦਾਂ ਕਰਕੇ। ਫਿਰ ਜਦੋਂ ਮੈਨੂੰ ਅੱਗੋਂ ਤੋਂ ਮੈਨੂੰ ਹੌਲੀ ਪਤਾ ਲੱਗਿਆ ਇਸ ਫੀਲਡ 'ਚ ਗਈ ਕਿ ਵੀ ਇਹ ਇੰਨੇ ਪੈਸੇ ਲੈਂਦੇ ਆ, ਵੀ ਇੱਦਾਂ ਕਰਦੇ ਆ, ਤੇ ਫਿਰ ਹੁਣ ਮਤਲਬ ਪਤਾ ਲੱਗ ਗਿਆ ਕਿ ਅਸਲ 'ਚ ਕਿੱਦਾਂ ਹੈ ਕੀ। ਤਸਮਾਨੀਆ 'ਚ ਦਾ ਹਜੇ ਇੰਨਾ ਨਹੀਂ ਹੈ, ਕਿਉਂਕਿ ਐਜ਼ ਆ ਸੈਡ ਹੈ ਨਾ ਕਿ ਅਜੇ ਛੋਟੀ ਨਾ ਬਿਜ਼ਨਸ ਇੱਥੇ ਹੈ ਨਹੀਂ ਹੈ, ਮਤਲਬ ਮੈਨੂੰ ਹੋਰ ਸਟੇਟਸ ਤੋਂ ਆਉਂਦੀ ਹੈ ਹਜੇ ਅਪਰੋਚਸ, ਬਟ ਡੈਫੀਨੇਟਲੀ ਮੈਨੂੰ ਹੁੰਦਾ ਕਿ ਅਜੇ ਮੈਂ ਉੱਥੇ ਪ੍ਰੈਜ਼ੈਂਟ ਖੁਦ ਨਹੀਂ ਹੈ, ਤੇ ਨਾਲੇ ਮੈਨੂੰ ਹੁਣ ਥੋੜਾ ਟਾਈਮ ਹੈ ਕਿ ਮੈਂ ਥੋੜਾ ਜਿਹਾ ਆਪਣਾ ਹੁਣ PR ਤੇ ਫੋਕਸ ਕਰ ਲਾਂ, ਵੀ ਕਿਉਂਕਿ ਲਾਈਕ ਇਟਸ ਟੂ ਮਚ ਨਾਓ ਕਿ ਥਰਡ ਸਟੇਟ 'ਚ ਆਉਣਾ, ਔਰ ਮੈਨੂੰ ਲੱਗਦਾ ਕਿ ਇੰਨੇ ਸਟਰਗਲ ਤੋਂ ਬਾਅਦ ਮੈਂ ਮਤਲਬ ਮਿਸ ਨਹੀਂ ਕਰ ਸਕਦੀ। ਆਈ ਕਾਂਟ ਅਫੋਰਡ ਟੂ ਗੋ ਬੈਕ ਟੂ ਇੰਡੀਆ ਨਾਓ। ਤੇ ਫਿਰ ਆਪਣਾ ਇੱਥੇ ਰਹਿਣਾ ਫਿਕਸ ਕਰ ਲਈਏ, ਫਿਰ ਸਾਰਾ ਕੁਝ ਇਹ ਤਾਂ ਸਕੈਂਟਰੀ ਚੀਜ਼ਾਂ ਇਹ ਤੇ ਚੱਲੀ ਜਾਊਗਾ, ਔਰ ਇਹ ਕਿਤੇ ਨਹੀਂ ਜਾਂਦਾ। ਮੈਂ ਸ਼ਾਇਦ ਮੇਬੀ ਮੈਲਬਨ ਚੱਲ ਜਾ, ਉੱਥੇ ਮੈਂ ਫਿਰ ਦੁਬਾਰਾ ਐਡੀਲੇਡ ਚੱਲ ਜਾ, ਕਿਤੇ ਵੀ ਚੱਲ ਜਾਏ ਤੇ ਚੱਲਦਾ ਰਹੂਗਾ। ਤੇ ਉਹਦਾ ਹੋ ਕੇ ਅੱਗੇ ਫਿਊਚਰ ਜੌਬ ਕਰਨੀ ਜਾਂ ਬਿਜ਼ਨਸ ਕਰਨਾ? ਹਜੇ ਤਾਂ ਮਤਲਬ ਮੈਂ ਸੋਚਿਆ ਨਹੀਂ ਇੰਨਾ ਡੀਪਲੀ ਇਸ ਬਾਰੇ। ਜੇ ਮੇਰੀ ਟੀਚਿੰਗ ਵਧੀਆ ਚੱਲਦੀ ਰਹੀ, ਤੇ ਕਿਉਂਕਿ ਮੈਨੂੰ ਟੀਚਿੰਗ ਤੇ ਸ਼ੁਰੂ ਤੋਂ ਇੰਟਰਸਟ ਸੀਗਾ, ਤਾਂ ਵਾਈ ਨਾਟ, ਮੈਂ ਕਰਦੀ ਰਹਾਂਗੀ। ਹਾਂ, ਬਟ ਮੇਬੀ ਬਾਅਦ ਚ ਵਿਆਹ ਹੋ ਗਿਆ, ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ। ਥੈਂਕ ਯੂ ਸੋ ਮਚ ਤੁਹਾਡਾ ਸਾਡੇ ਸ਼ੋਅ ਤੇ ਆਉਣ ਲਈ। ਤੁਹਾਨੂੰ ਬੈਸਟ ਆਫ ਲੱਕ ਕਿ ਜਲਦੀ ਤੁਸੀਂ PR ਲੈ ਕੇ ਦੁਬਾਰਾ ਆਈਓ, ਤੇ ਫਿਰ ਆਪਾਂ ਦੁਬਾਰਾ ਤੇ PR ਦੀ ਪੂਰੀ ਜਰਨੀ ਤੇ ਆਪਾਂ ਕਵਰ ਕਰਨਾ ਕੀ ਹਸਸ ਤੁਹਾਨੂੰ ਕਿੱਦਾਂ ਆਈ ਹੈ। ਬਹੁਤ ਵੱਡੀ ਜਰਨੀ ਆ, ਫਿਰ ਗੱਲ ਆਰਾਮ ਨਾਲ ਬੈਠ ਕੇ ਕਰਾਂਗੇ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਹੇਅਰ। ਥੈਂਕ ਯੂ। ਤੇ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਸਾਨੂੰ ਟਾਈਮ ਦੇਣ ਨੂੰ ਤੇ ਸਾਡਾ ਸ਼ੋਅ ਦੇਖਣ ਨੂੰ। ਹੋਪਫੁਲੀ ਤੁਹਾਨੂੰ ਵੀਡੀਓ ਲੱਗੀ ਹੋਵੇ, ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ। ਫਿਰ ਆਪਾਂ ਮਿਲਦੇ ਤੁਹਾਨੂੰ ਨੈਕਸਟ ਵੀਕ ਨੈਕਸਟ ਐਪੀਸੋਡ ਦੇ ਨਾਲ। ਥੈਂਕ ਯੂ ਫॉर ਵਾਚਿੰਗ ਅਸ।